हाँ जी, सत श्री अकाल भाई सारिਆਂ ਨੂੰ। बच्चे सक्सैस ट्री पंजाब के यूट्यूब चैनल पर स्वागत है तुहाडा सारिਆਂ ਦਾ। अपना 1.5-2 हफ्ते का समा हो गया जदों दा आपां अपने यूट्यूब चैनल पर पंजाब सिलैक्शन गाइड का कोर्स स्टार्ट किया होया। मैं जिहदे विच कि अपना मतलब लगभग रोज़ गल करते हैं कि साडे अगले समय दे विच पंजाब दे जिन्ने एग्जाम्स ने ਇਹਦੇ ਵਿੱਚ ਸਾਡਾ ਕੋਆਪਰੇਟਿਵ ਇੰਸਪੈਕਟਰ ਦਾ एग्जाम है जिहदी डेट अनाउंस हो चुकी है। इस तो बिना सीनियर असिस्टेंट दी भर्तियां निकलियां हुई ने, अगे पिछे ਉਹਦਾ भी एग्जाम देखा। कुछ साडे एग्जाम PSSB ने कंडक्ट करने, ਉਹਦੇ ਵਿੱਚ एक्साइज इंस्पैक्टर का एग्जाम है, साडा वीडियो का एग्जाम है, PSSB क्लर्क ਦੀਆਂ ਭਰਤੀਆਂ ਨੇਗੀਆਂ ਜਿਹਦੇ ਵਿੱਚ ਸਾਡਾ ਕੋਆਪਰੇਟਿਵ बैंक का भी पेपर होना है। इस तो बिना पंजाब पुलिस का सब इंस्पैक्टर का पेपर ਜਿਹੜਾ पिछले साल कैंसल होया सी ਉਹ ਤਾਂ रीशेड्यूल होना है। ਐਤਕੀ ਨਵੀਆਂ ਭਰਤੀਆਂ भी ਨਿਕਲਣੀਆਂ ਨੇ। ਇਸ ਤੋਂ ਬਿਨਾ ਪਟਵਾਰੀ ਬਾਰੇ ਕਿਹਾ ਜਾ ਰਿਹਾ ਕਿ ਉਹ ਭਰਤੀਆਂ ਨਿਕਲਣਗੀਆਂ ਤਾਂ 4-6 ਮਹੀਨੇ 'ਚ ਉਹਦਾ ਵੀ ਐਗਜ਼ਾਮ ਦੇਖਾਂਗੇ। ਤਾਂ ਆ ਜਿਹੜੇ ਯਾਰ ਸਾਡੇ ਸਾਰੇ ਐਗਜ਼ਾਮਸ ਨੇ ਅਗਲੇ 6-7 ਮਹੀਨੇ ਦਾ ਸਾਡਾ ਪੂਰਾ ਸ਼ੈਡਿਊਲ ਬਿਜ਼ੀ ਰਹਿਣ ਵਾਲਾ ਹੈ। ਤਾਂ ਇਹਨਾਂ ਦੇ ਵਿੱਚ ਜਿਹੜਾ ਅਸੀਂ ਆਪਣਾ ਟਾਰਗੇਟ ਸੈੱਟ ਕੀਤਾ ਹੋਇਆ ਉਸ ਟਾਰਗੇਟ ਨੂੰ ਅਚੀਵ ਕਰ ਸਕੀਏ ਉਹਦੇ ਲਈ ਇੱਕ ਤਾਂ ਆਪਾਂ ਪੂਰਾ ਸਿਲੇਬਸ ਕਵਰ ਕੀਤਾ ਜੋ ਕਿ ਆਪਣਾ ਸਕਸੈਸ ਟਰੀ ਤੇ ਵੀ ਫੁੱਲ ਸਿਲੇਬਸ ਮਾਸਟਰ ਕੋਰਸ ਬੈਚ ਚੱਲ ਰਿਹਾ ਤੇ ਉਸ ਸਿਲੇਬਸ ਨੂੰ ਕੰਪਲੀਟ ਕਰਨ ਤੋਂ ਬਾਅਦ ਉਹਦੀ ਪ੍ਰੈਕਟਿਸ ਕਰਨੀ, ਉਹਨੂੰ ਹੋਰ ਜ਼ਿਆਦਾ ਪੋਲਿਸ਼ ਕਰਨਾ ਤੇ ਖਾਸ ਕਰਕੇ ਜਿਹੜਾ ਨੈਬ ਦੇ ਪੇਪਰ 'ਚ ਸਾਡਾ ਤਜਰਬਾ ਹੋਇਆ ਕਿ ਪੂਰਾ ਸਿਲੇਬਸ ਕਵਰ ਕਰਨ ਤੋਂ ਬਾਅਦ ਬੇਸਿਕਸ ਕਲੀਅਰ ਕਰਨ ਤੋਂ ਬਾਅਦ ਵੀ ਕੁਝ ਇਹੋ ਜਿਹੇ 4 ਸਵਾਲ ਦੇਖ ਲਏ ਜਿਹੜੇ ਸਾਡੇ ਤੋਂ ਹੱਲ ਨਹੀਂ ਹੋਏ। ਕੁਝ ਲੈਂਥੀ ਕੁਐਸਚਨਸ ਆਪਾਂ ਦੇਖੇ, ਲੈਂਥੀ ਸਟੇਟਮੈਂਟਸ ਦੇਖੇ, ਕੁਝ ਟਫ ਸਵਾਲ ਦੇਖੇ। ਤਾਂ ਇਹੋ ਜਿਹੇ ਸਵਾਲ ਅਗਲੇ ਸਮੇਂ ਦੇ ਵਿੱਚ ਵੀ ਐਕਸਪੈਕਟਡ ਨੇ। ਘੱਟੋ ਘੱਟ ਹੋਰ ਨਹੀਂ ਤਾਂ PPSC ਤਾਂ ਆਪਣੇ ਕੋਆਪਰੇਟਿਵ ਇੰਸਪੈਕਟਰ ਦੇ ਪੇਪਰ 'ਚ, ਸੀਨੀਅਰ ਅਸਿਸਟੈਂਟ ਦੇ ਪੇਪਰ 'ਚ ਇਹੋ ਜਿਹੇ ਸਵਾਲ ਪਾਊਗਾ। ਤਾਂ ਉਹਨਾਂ ਸਵਾਲਾਂ ਨਾਲ ਆਪਾਂ ਦੋ ਹੱਥ ਕਰ ਸਕੀਏ ਉਹਦੇ ਲਈ ਆਪਾਂ ਸਿਲੈਕਸ਼ਨ ਗਾਈਡ ਦੀ ਸੀਰੀਜ਼ ਚਲਾਈ ਸੀ ਜਿਹਦੇ ਵਿੱਚ ਆਪਾਂ ਲਗਭਗ ਹਰ ਇੱਕ ਸਬਜੈਕਟ ਨੂੰ ਉਸੇ ਆਰਡਰ ਦੇ ਵਿੱਚ ਕਵਰ ਕਰ ਰਹੇ ਹਾਂ, ਉਸੇ ਆਰਡਰ 'ਚ ਪ੍ਰੈਕਟਿਸ ਕਰ ਰਹੇ ਹਾਂ ਜਿਹੜੇ ਆਰਡਰ ਦੇ ਵਿੱਚ ਆਪਾਂ ਸਿਲੇਬਸ ਕਵਰ ਕੀਤਾ। ਤਾਂ ਆਪਣੀ ਅੱਜ ਮੈਥ ਦੀ ਚੌਥੀ ਕਲਾਸ ਆ। ਪਹਿਲੀ 'ਚ ਆਪਾਂ ਪਰਸੈਂਟੇਜ ਕਵਰ ਕੀਤਾ, ਫਿਰ ਆਪਾਂ ਰੇਸ਼ੀਓ ਕਵਰ ਕੀਤਾ, ਏਜਿਸ ਤੇ ਪਾਰਟਨਰਸ਼ਿਪ ਚੈਪਟਰ ਕਵਰ ਕੀਤੇ। ਮੈਂ ਪਿਛਲੀ ਕਲਾਸ 'ਚ ਕਹਿ ਕੇ ਗਿਆ ਸੀ ਕਿ ਅਗਲੀ ਕਲਾਸ ਆਪਣੀ ਸਿੰਪਲ ਇੰਟਰਸਟ ਦੀ ਹੋਣੀ ਹੈ। ਤਾਂ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਸਿੰਪਲ ਇੰਟਰਸਟ ਦੀ ਪ੍ਰੈਕਟਿਸ ਕਰਾਂਗੇ ਤੇ ਸਿਰਫ ਪ੍ਰੈਕਟਿਸ ਨਹੀਂ ਕਰਾਂਗੇ। ਮੈਂ ਸ਼ੁਰੂ 'ਚ 5 ਮਿੰਟ ਲਾ ਕੇ ਮਾੜਾ ਜਿਹਾ ਦੱਸੂਗਾ ਕਿ ਸਿੰਪਲ ਇੰਟਰਸਟ ਚੈਪਟਰ ਆਪਾਂ ਕਿਵੇਂ ਜੇ ਧਿਆਨ 'ਚ ਰੱਖਣਾ ਹੈ। ਮਤਲਬ ਤੁਹਾਡੇ ਵਿੱਚੋਂ ਕੁਝ ਬੱਚੇ ਨੇ ਜਿਨ੍ਹਾਂ ਨੇ ਕਿਤੇ ਹੋਰ ਆਨਲਾਈਨ ਜਾਂ ਆਫਲਾਈਨ ਕੋਚਿੰਗ ਲਈ ਹੈ ਜਾਂ ਕੁਝ ਬੱਚਿਆਂ ਨੇ ਹੋ ਸਕਦਾ ਸੈਲਫ ਸਟੱਡੀ ਕੀਤੀ ਹੋਵੇ ਤਾਂ ਉਹਨਾਂ ਦੀ ਵੀ ਥੋੜੀ ਜਿਹੀ ਕੰਪੈਟੀਬਿਲਿਟੀ ਬਣ ਜੇ। ਤਾਂ ਉਹਦੇ ਲਈ ਮੈਂ ਸ਼ੁਰੂ 'ਚ 5 ਮਿੰਟ ਦੱਸ ਦੂੰਗਾ ਕਿ ਆਪਾਂ ਯਾਰ ਬੇਸਿਕਲੀ ਸਿੰਪਲ ਇੰਟਰਸਟ ਚੈਪਟਰ 'ਚ ਨਿਚੋੜ ਜਾਂ ਕੀ ਕੱਢ ਕੇ ਰੱਖਣਾ ਹੁੰਦਾ ਜਿਹੜਾ ਹਮੇਸ਼ਾ ਦਿਮਾਗ 'ਚ ਰੱਖਾਂਗੇ। ਤਾਂ ਉਹਦੇ ਤੇ 5 ਮਿੰਟ ਲਾਵਾਂਗੇ। ਤਾਂ ਆਪਾਂ ਅੱਜ ਦਾ ਸੈਸ਼ਨ ਸਟਾਰਟ ਕਰਦੇ ਹਾਂ। ਸਾਰੇ ਬੱਚਿਆਂ ਨੂੰ ਬੇਨਤੀ ਹੈ ਜਿੰਨੇ ਬੱਚੇ ਜੁੜ ਚੁੱਕੇ ਨੇ ਕਿ ਸੈਸ਼ਨ ਨੂੰ ਬਾਈ ਬਣ ਕੇ ਲਾਈਕ ਤੇ ਸ਼ੇਅਰ ਕਰ ਦਿਓ। ਤਾਂ ਅੱਜ ਦਾ ਸੈਸ਼ਨ ਸਟਾਰਟ ਕਰਦੇ ਹਾਂ ਬੱਚੇ। ਸਭ ਤੋਂ ਪਹਿਲਾਂ ਮੈਂ ਮਾੜਾ ਜਿਹਾ 2 ਮਿੰਟ ਲਾ ਕੇ ਤੁਹਾਨੂੰ ਦੱਸਦਾ ਕਿ ਸਿੰਪਲ ਇੰਟਰਸਟ ਚੈਪਟਰ ਇੱਕ ਗੱਲ ਤਾਂ ਦੇਖੋ ਕਲੀਅਰ ਹੈ ਕਿ ਸਾਰਿਆਂ ਨੇ ਇਹ ਚੈਪਟਰ ਸਕੂਲ 'ਚ ਵੀ ਪੜ੍ਹਿਆ ਤੇ ਸਕੂਲ 'ਚ ਜਦੋਂ ਆਪਾਂ ਇਹ ਚੈਪਟਰ ਪੜ੍ਹਿਆ ਸੀ ਆਪਾਂ ਪੜ੍ਹਦੇ ਸੀ ਕਿ ਸਿੰਪਲ ਇੰਟਰਸਟ ਕੱਢਣ ਵੇਲੇ ਆਪਾਂ ਕੀ ਕਰਨਾ ਹੈ, PRT/100 ਕਰ ਦੇਣਾ ਹੈਗਾ। ਯੂਜੂਅਲੀ ਆਪਾਂ ਸਾਰੇ ਬੱਚੇ ਇਹ ਕਰਦੇ ਹੀ ਰਹੇ ਹਾਂਗੇ। ਤੁਹਾਡੇ ਵਿੱਚੋਂ ਮੈਂ ਉਮੀਦ ਕਰਦਾ ਕਿ ਕੁਝ ਬੱਚਿਆਂ ਨੇ ਤਾਂ ਕੰਪੀਟੀਸ਼ਨ ਐਗਜ਼ਾਮਸ ਦੀ ਤਿਆਰੀ ਕਰਨ ਵੇਲੇ ਵੀ ਸਿੰਪਲ ਇੰਟਰਸਟ ਚੈਪਟਰ ਸਾਰਾ ਇਹਦੇ ਤੇ ਕਰ ਲਿਆ ਹੋਣਾ ਕਿ PRT/100 ਤਾਂ ਕਰ ਹੀ ਲੈਂਦੇ ਆਂਗੇ। ਆਪਾਂ ਇਸ ਨੂੰ ਅਵੋਇਡ ਕੀਤਾ ਹੈਗਾ, PRT/100 ਨਾਲ ਨਹੀਂ ਕੀਤਾ। ਤਾਂ ਆਪਾਂ ਕਾਹਦੇ ਨਾਲ ਕੀਤਾ ਮੈਂ ਮਾੜਾ ਜਿਹਾ ਡਿਟੇਲ 'ਚ 5-10 ਮਿੰਟ ਲਾ ਕੇ ਦੱਸ ਦਿੰਨਾਗਾ। ਫਿਰ ਉਸ ਤੋਂ ਬਾਅਦ ਆਪਾਂ ਸੈਸ਼ਨ ਸਟਾਰਟ ਕਰਾਂਗੇ, ਕੁਐਸਚਨ ਸਟਾਰਟ ਕਰਾਂਗੇ ਤੇ ਜਿੱਥੇ ਕਿਤੇ ਜੇ ਕਿਤੇ ਲੋੜ ਪੈ ਗਈ ਇਹਨੂੰ ਕਰਨ ਦੀ ਤਾਂ ਆਪਾਂ ਕਰਨ ਜੋਗੇ ਰਹੀਏ। ਇਸ ਕਰਕੇ ਮੈਂ ਇਹ ਵੀ ਲਿਖਤਾ। ਤਾਂ ਬੱਚੇ ਆਪਾਂ ਸਿੰਪਲ ਇੰਟਰਸਟ ਚੈਪਟਰ ਦੇ ਵਿੱਚ ਹਮੇਸ਼ਾ ਟੋਟਲ ਇੰਟਰਸਟ ਜਦੋਂ ਮੈਂ ਕਹਿ ਰਿਹਾ ਤਾਂ ਓਬਵੀਅਸਲੀ ਸਿੰਪਲ ਇੰਟਰਸਟ ਦੀ ਹੀ ਗੱਲ ਕਰ ਰਿਹਾ। ਤਾਂ ਆਪਾਂ ਹਮੇਸ਼ਾ ਟੋਟਲ ਇੰਟਰਸਟ ਕੱਢਿਆ, ਇਹ ਤਾਂ ਰੁਪੀਸ ਦੇ ਵਿੱਚ ਨਿਕਲਿਆ PRT/100। ਆਪਾਂ ਟੋਟਲ ਜਿਹੜਾ ਇੰਟਰਸਟ ਹੈ ਉਹ ਪਰਸੈਂਟੇਜ ਦੇ ਵਿੱਚ ਦੇਖਦੇ ਹੁੰਦੇ ਆ। ਕਿਹਦੇ ਬਰਾਬਰ ਨਿਕਲਦਾ ਹੁੰਦਾ, ਉਹ ਨਿਕਲਦਾ ਰੇਟ ਇਨਟੂ ਟਾਈਮ ਦੇ ਬਰਾਬਰ। ਕਹਿਣ ਦਾ ਮਤਲਬ ਜੇ ਆਪਾਂ ਟੋਟਲ ਇੰਟਰਸਟ ਕੱਢਣਾ ਹੈ ਜਦੋਂ ਕੋਈ ਪੈਸਾ ਮੰਨ ਲਓ 15% ਦੇ ਹਿਸਾਬ ਨਾਲ 4 ਸਾਲ ਦੇ ਲਈ ਇੰਟਰਸਟ ਤੇ ਰੱਖਿਆ ਜਾਵੇ ਤਾਂ ਉਦੋਂ ਟੋਟਲ ਇੰਟਰਸਟ ਕਿੰਨਾ ਆਜੂ ਸਾਡਾ, ਸਿੱਧਾ ਰੇਟ ਇਨਟੂ ਟਾਈਮ ਕਰ ਦਿਓ 60% ਆ ਜਾਊਗਾ। ਤਾਂ ਸਿੰਪਲ ਇੰਟਰਸਟ ਦੇ ਕੇਸ 'ਚ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ ਕਿ ਪਰਸੈਂਟੇਜ ਤੱਕ ਜੇ ਗੱਲ ਕਰਨੀ ਹੈ ਤਾਂ ਸਾਡਾ ਕੁੱਲ ਇੰਟਰਸਟ ਕਿੰਨਾ ਬਣ ਜਾਂਦਾ ਹੈ, ਹਮੇਸ਼ਾ ਰੇਟ ਇਨਟੂ ਟਾਈਮ। ਤਾਂ ਜੇ ਕੋਈ ਪੈਸਾ 10% ਦੇ ਹਿਸਾਬ ਨਾਲ 3 ਸਾਲ ਦੇ ਲਈ ਇੰਟਰਸਟ ਤੇ ਰੱਖਿਆ ਤਾਂ ਉਹਦਾ ਕੁੱਲ ਇੰਟਰਸਟ ਕਿੰਨਾ ਬਣ ਜੂ, 10 ਗੁਣਾ 3 30%। ਇਹ 30% ਵੀ ਕਿਵੇਂ ਬਣ ਜਾਂਦਾ ਹੈ, ਸਿੰਪਲ ਇੰਟਰਸਟ ਦੇ ਕੇਸ 'ਚ ਇੱਕ ਗੱਲ ਯਾਦ ਰੱਖਣੀ ਹੁੰਦੀ ਹੈ ਕਿ ਸਿੰਪਲ ਇੰਟਰਸਟ ਚਾਹੇ ਪਹਿਲੇ ਸਾਲ, ਦੂਜੇ ਸਾਲ, 5ਵੇਂ ਸਾਲ, 7ਵੇਂ, 8ਵੇਂ, 17ਵੇਂ, 23ਵੇਂ ਜਿਹੜੇ ਮਰਜ਼ੀ ਸਾਲ 'ਚ ਗੱਲ ਕਰ ਲਓ, ਜਿੰਨਾ ਵੀ ਤੁਹਾਡਾ ਰੇਟ ਆਫ ਇੰਟਰਸਟ ਹੈ ਉਹਨੇ ਹਰ ਸਾਲ ਪ੍ਰਿੰਸੀਪਲ ਦੇ ਉੱਤੇ ਜਾ ਕੇ ਲੱਗਣਾ। ਤਾਂ ਜੇ ਤੁਹਾਡਾ ਰੇਟ ਆਫ ਇੰਟਰਸਟ 15% ਹੈ ਤੇ ਤੁਸੀਂ 4 ਸਾਲ ਦਾ ਇੰਟਰਸਟ ਕੱਢਣਾ ਤਾਂ ਚਾਰੋਂ ਸਾਲ 15% ਇੰਟਰਸਟ ਲਾਓਗੇ ਨਾ। ਤਾਂ ਕਿਉਂਕਿ ਚਾਰੋਂ ਵਾਰੀ 15% ਨੇ ਪ੍ਰਿੰਸੀਪਲ ਤੇ ਜਾ ਕੇ ਲੱਗਣਾ ਤਾਂ ਕੁੱਲ ਇੰਟਰਸਟ ਕਿੰਨਾ ਬਣ ਗਿਆ, 15 + 15 + 15 + 15। ਤਾਂ ਹੀ ਆਪਾਂ ਕੁੱਲ ਇੰਟਰਸਟ ਕੱਢਦੇ ਹਾਂ 15 × 4 ਕਰਕੇ 60%। ਤਾਂ ਸਿੰਪਲ ਇੰਟਰਸਟ ਚੈਪਟਰ ਤੁਹਾਡਾ ਸਾਰੇ ਦਾ
सारा रेट इंटू टाइम ते चलूगा। तो ये जिन्ना भी 60% तुहाडा बन गया, ये 60% काहदा जे रुपीज़ दे विच कड्ढना तो 60% प्रिंसीपल दा, तो 60% ऑफ प्रिंसीपल है उही तुहाडा PRT ओवर 100 बन जाता है कि R इंटू T तो आपां इत्थे कर ही चुके। परसेंटेज दे विच रेट तो डिवाइड बाय 100 भी लग गया, तो जिन्ने परसेंट का इंटरस्ट आ गया वो प्रिंसीपल के उत्ते तो P भी नाल लग गया। सो रुपीज़ दे विच PRT ओवर 100 ही हुंदा है, पर आपां उत्थे तक नहीं जाना, आपां परसेंटेज दे विच ही काफ़ी क्वेश्चन हल कर लांगे। तो परसेंटेज दे विच तुहाडा टोटल इंटरस्ट हमेशा रेट इंटू टाइम के बराबर होगा। सो बच्चे जे किसी सवाल च सानू कुल इंटरस्ट कड्ढना पै गया तो रेट इंटू टाइम कर देंगे, परसेंटेज तक गल रखांगे। तो जे किसी क्वेश्चन च तुसी रेट या टाइम दे विचों कुछ कैलकुलेट करना है तो उत्थे तुसी टोटल इंटरस्ट कड्ढोगे। टोटल इंटरस्ट कड्ढण तो बाद रेट गिवन है, टाइम कैलकुलेट करना है तो रेट इधर डिवाइड हो जू, टाइम निकल आऊ। तो जे टाइम गिवन है तो टाइम इधर डिवाइड हो जू, रेट निकल आऊगा। तो हमेशा ये ध्यान च रखना है। तो अज का आप सैशन स्टार्ट करते हैं बच्चे। पहला क्वेश्चन देखो अपना की आ, क्वेश्चन है इन वट टाइम किन्ने समय दे विच डज अ सम ऑफ मनी बिकम्स 4 टाइम्स ऑफ इट सेल्फ एट सिंपल इंटरस्ट रेट ऑफ 15% पर एनम। एग्जामिनर कहंदा कोई प्रिंसीपल सम ऑफ मनी यानी कि प्रिंसीपल जदों 15% के हिसाब नाल इंटरस्ट के उत्ते रखते हैं तो किन्ने सालां च ओह अपने तो 4 गुना हो जू। 4 टाइम्स ऑफ इट सेल्फ का मतलब 4 गुना हो जाना। तो बच्चे इन्नी गल क्लीयर है कि प्रिंसीपल हमेशा 100% लिया जाता है, तो जे प्रिंसीपल 100% है तो अमाउंट 4 टाइम्स हो जाना, यानी कि 4p, तो 4p कितना हो जाऊगा फिर 400%। मैं परसेंटेज दे विच गल कर रहा। एग्जामिनर कहंदा कि कोई प्रिंसीपल P है, ਉਹਨੂੰ ਜੇ ਅਸੀਂ 15% ਦੇ ਹਿਸਾਬ ਨਾਲ ਇੰਟਰਸਟ ਤੇ ਰੱਖੀਏ ਤਾਂ ਕਿੰਨੇ ਸਾਲਾਂ ਚ 4p ਬਣ ਜਾਊਗਾ। ਤਾਂ ਬੱਚੇ ਤੁਸੀਂ ਹਮੇਸ਼ਾ ਕੀ ਯਾਦ ਰੱਖਣਾ ਹੈ ਕਿ ਸਿੰਪਲ ਇੰਟਰਸਟ ਚੈਪਟਰ ਹਮੇਸ਼ਾ ਇੰਟਰਸਟ ਦੇ ਉੱਤੇ ਚੱਲਦਾ ਹੈ। ਕੰਪਾਊਂਡ ਇੰਟਰਸਟ ਚੈਪਟਰ ਸਾਡਾ ਹਮੇਸ਼ਾ ਅਮਾਉਂਟ ਦੇ ਉੱਤੇ ਚੱਲੂਗਾ ਕਿ ਕਿੰਨਾ ਅਮਾਉਂਟ ਬਣ ਗਿਆ, ਪਰ ਸਿੰਪਲ ਇੰਟਰਸਟ ਹਮੇਸ਼ਾ ਇੰਟਰਸਟ ਦੇ ਉੱਤੇ ਚੱਲੂਗਾ। ਤਾਂ ਬੱਚੇ ਇੱਥੇ ਦੇਖੋ ਕਿੰਨਾ ਇੰਟਰਸਟ ਹੈ। ਇੱਥੇ ਸਾਡਾ ਜੇ ਪ੍ਰਿੰਸੀਪਲ ਨੂੰ ਅਸੀਂ 100% ਮੰਨਦੇ ਆ ਤਾਂ ਅਮਾਉਂਟ 4 ਟਾਈਮਸ ਹੋ ਜਾਣਾ, 400% ਹੋ ਗਿਆ। प्रिंसीपल 100% का अमाउंट 400%। कितना इंटरस्ट जुड़िया बच्चे? कुल इंटरस्ट जुड़िया 300%। वो 300% जुड़िया 15% पर एनम के हिसाब नाल हर साल का 15% है, तो किन्ने समय 300 बन जूगा। तो बच्चे टाइम कड्ढण दे लई तुसी की करना है, टाइम आ जूगा टोटल इंटरस्ट 315 के हिसाब नाल, तो 300 बटे 15 20 साल। तो इस क्वेश्चन का आंसर तुहाडा कितना आ जू बच्चे 20 ईयर्स। तो डी ऑप्शन तुहाडा आंसर है। आपां हुणे पिछली स्लाइड ते देख के आए हांगे कि टोटल इंटरस्ट का रेट इंटू टाइम होंदा, पर जे तुसी टाइम कैलकुलेट करना है तो टाइम किवें निकलूगा, टोटल इंटरस्ट डिवाइड बाय रेट हो जाऊगा। तो जे किते रेट कढ़ना तो टोटल इंटरस्ट डिवाइड बाय टाइम हो जाऊगा। तो इत्थे आपां टाइम कढ़ना सी, टोटल इंटरस्ट आ गया 300%, 15 के हिसाब नाल 300 बटे 15 20 सालों के विच होगा। तो इस क्वेश्चन आंसर तुहाडा फर्स्ट ऑप्शन 20 ईयर्स। अगला क्वेश्चन थोड़ा जा सेम पैटर्न ते पर अलग क्वेश्चन है। A sum of money becomes 3 times of itself in 5 years. वो कहते in how many years will the same sum becomes 9 times of itself at the same rate of interest. Examiner कहता कोई पैसा 5 सालों ਦੇ ਵਿੱਚ 3 times बन गया, 3 गुना हो गया। कहता उस हिसाब के नाल जे इंटरस्ट लगता जाए तो इन हाउ मैनी ईयर्स किन्ने सालों ਦੇ ਵਿੱਚ ਉਹ 9 टाइम्स हो जाऊगा। एग्जामिनर कहता कोई पैसा 5 सालों के विच 3 टाइम्स हो गया, 3 टाइम्स का मतलब 3p, तो उस हिसाब नाल जे इंटरस्ट लगता जाए तो वह पैसा 9 टाइम्स किन्ने सालों हो जाऊगा। तो बच्चे जिहड़ा पहला केस है वो की है, पैसा 3 गुना हो गया, तो जिहड़ा दूजा केस है वो की है, पैसा 9 गुना हो गया। तो बच्चे इत्थे तां तुहानूं परसेंटेज दे विच भी देखण दी लोड़ नहीं हैगी, क्योंकि तुसीं इंटरस्ट जां रेट या टाइम नहीं कड्ढना है, अपना रेट नहीं कड्ढना हैगा। तो बच्चे इत्थे की है, पैसा प्रिंसीपल P है, 3 टाइम्स हो गया 3p, तो कितना इंटरस्ट लग गया 2 इंटरस्ट लग गया। किन्ने सालों च? 5 सालों च। ये तो सानू गिवन है कि पैसा 3 गुना हो गया 5 सालों च, मतलब 2 इंटरस्ट लग गया 5 सालों च। तो इत्थे पैसा कितना हो गया प्रिंसीपल तो 9 टाइम्स, तो कितना इंटरस्ट लग गया 8p। वो किन्ने सालों च लगूगा बच्चे? जे 2 इंटरस्ट 5 सालों च लग गया तो 8 इंटरस्ट की है 2 का 4 गुना, तो 5 साल का भी 4 गुना। आंसर आ जाऊगा तुहाडा 5 गुना 4 20 साल। तो इस क्वेश्चन का आंसर बच्चे तुहाडा सिंपल की आ जाऊगा 20 ईयर्स। तो सी ऑप्शन तुहाडा आंसर है इत्थे भी 20 ईयर्स। तो बच्चे सिंपल इंटरस्ट के केस चैप्टर के नाम से सिंपल है, तो तुसीं याद रखना है कि थोड़े सिंपल जे तरीके नाल इंटरस्ट लगता होंदा है। जे 2 इंटरस्ट 5 साल च लग गया तो 8 इंटरस्ट किन्ने च लगूगा? उस पैटर्न ते उस फॉर्मेशन च इंटरस्ट लगता जाता है, तो 2 का 4 गुना
ਤਾਂ ਸਾਲ ਵੀ 5 ਦਾ 4 ਗੁਣਾ ਹੋ ਜਾਣਗੇ, 20 ਸਾਲ ਆंसर आ जाऊगा बच्चे। अगला क्वेश्चन है अ सम ऑफ मनी इज लेंट एट 15% पर एनम फॉर अ पीरियड ऑफ 3.5 ईयर्स। एग्जामिनर कहता कोई पैसा 3.5 साल ਲਈ इंटरस्ट ਤੇ ਰੱਖਿਆ 15% ਦੇ ਹਿਸਾਬ ਨਾਲ ਐਂਡ ਦਾ ਸੇਮ ਸਮ, ਬਹੁਤ ਇੰਪੋਰਟੈਂਟ ਟਰਮ ਹੈ ਸੇਮ ਸਮ, ਇਜ਼ ਲੈਂਟ ਫॉर 12.5% ਪਰ ਐਨਮ ਫॉर 6 ਈਅਰਸ, ਤੇ ਓਨਾ ਹੀ ਪੈਸਾ ਸੇਮ ਪ੍ਰਿੰਸੀਪਲ 12.5% ਦੇ ਹਿਸਾਬ ਨਾਲ ਇੰਟਰਸਟ ਤੇ ਰੱਖਿਆ 6 ਸਾਲ ਦੇ ਲਈ। ਉਹ ਕਹਿੰਦਾ ਇਫ ਦਾ ਡਿਫਰੈਂਸ ਇਨ ਦਾ ਸਿੰਪਲ ਇੰਟਰਸਟ ਫਰੋਮ ਬੋਥ ਦਾ ਕੇਸਿਸ, ਦੋ ਕੇਸ ਬਣ ਗਏ ਨਾ, ਦੋਨਾਂ ਕੇਸਾਂ 'ਚ ਪ੍ਰਿੰਸੀਪਲ ਤਾਂ ਸੇਮ ਹੈ, ਸੇਮ ਸਮ ਲਿਖਿਆ, ਪਰ ਪਹਿਲੇ 'ਚ ਕੀ ਹੈ 15% ਦੇ ਹਿਸਾਬ ਨਾਲ 3.5 ਸਾਲ ਲਈ ਇੰਟਰਸਟ ਲੱਗਿਆ, ਦੂਜੇ 'ਚ 12.5% ਦੇ ਹਿਸਾਬ ਨਾਲ 6 ਸਾਲ ਲਈ ਇੰਟਰਸਟ ਲੱਗਿਆ। ਐਗਜ਼ਾਮੀਨਰ ਕਹਿੰਦਾ ਦੋਨੇ ਪਾਸੇ ਜੇ ਡਿਫਰੈਂਸ ਇਨ ਦਾ ਸਿੰਪਲ ਇੰਟਰਸਟ ਫਰੋਮ ਬੋਥ ਦਾ ਕੇਸਿਸ ਇਜ਼ ₹144 ਤਾਂ ਪ੍ਰਿੰਸੀਪਲ ਦੱਸੋ ਕੀ ਹੈ। ਤਾਂ ਬੱਚੇ ਇਸ ਕੁਐਸਚਨ 'ਚ ਤੁਸੀਂ ਦੋ ਚੀਜ਼ਾਂ ਯਾਦ ਰੱਖਣੀਆਂ ਨੇ। ਪਹਿਲੀ ਜੋ ਕਿ ਮੈਂ ਆਲਰੇਡੀ ਦੱਸੀ ਆ ਕਿ ਸਿੰਪਲ ਇੰਟਰਸਟ ਦੇ ਕੇਸ 'ਚ ਤੁਹਾਡਾ ਜਿੰਨਾ ਵੀ ਰੇਟ ਆਫ ਇੰਟਰਸਟ ਹੈ ਉਹਨੇ ਹਰ ਸਾਲ ਪ੍ਰਿੰਸੀਪਲ ਤੇ ਲੱਗਣਾ ਹੈ, ਉਹਦਾ ਹਰ ਸਾਲ ਬੇਸ ਸੇਮ ਹੁੰਦਾ ਹੈ। ਦੂਜੀ ਚੀਜ਼ ਯਾਦ ਰੱਖਣੀ ਹੈ ਕਿ ਕਿਉਂਕਿ ਇੰਟਰਸਟ ਪ੍ਰਿੰਸੀਪਲ ਦੇ ਉੱਤੇ ਲੱਗਦਾ ਹੈ ਸੋ ਇਸ ਕਰਕੇ ਪ੍ਰਿੰਸੀਪਲ 100% ਹੁੰਦਾ ਹੈ। ਤਾਂ ਜਿਹੜੇ ਕੁਐਸਚਨ 'ਚ ਤੁਸੀਂ ਸਮ ਫਾਈਂਡ ਕਰਨਾ ਹੈ ਯਾਨੀ ਕਿ ਪ੍ਰਿੰਸੀਪਲ ਫਾਈਂਡ ਕਰਨਾ ਹੈ ਮਤਲਬ ਤੁਸੀਂ 100% ਦੀ ਵੈਲਿਊ ਫਾਈਂਡ ਕਰਨੀ ਹੈ। ਤਾਂ ਬੱਚੇ ਇਸ ਕੁਐਸਚਨ 'ਚ ਸੇਮ ਪ੍ਰਿੰਸੀਪਲ ਸੇਮ ਹੈ। ਪਹਿਲੇ ਕੇਸ 'ਚ ਕਿੰਨਾ ਇੰਟਰਸਟ ਲੱਗਿਆ ਬੱਚੇ ਧਿਆਨ ਨਾਲ ਦੇਖੋ, ਪਹਿਲੇ ਕੇਸ 'ਚ ਇੰਟਰਸਟ ਲੱਗਿਆ 15% ਦੇ ਹਿਸਾਬ ਨਾਲ 3.5 ਸਾਲ ਲਈ, ਤਾਂ ਕੁੱਲ ਇੰਟਰਸਟ ਕਿੰਨਾ ਆ ਜਾਊਗਾ ਰੇਟ ਇਨਟੂ ਟਾਈਮ। ਤਾਂ ਪਹਿਲੇ ਕੇਸ 'ਚ ਕਿੰਨਾ ਇੰਟਰਸਟ ਆ ਗਿਆ ਬੱਚੇ ਤੁਹਾਡਾ 15 × 3.5 ਹੋ ਗਿਆ 52%। ਦੂਜੇ ਕੇਸ ਦੇ ਵਿੱਚ ਆ ਬੱਚੇ ਤੁਹਾਡਾ ਪਹਿਲਾ ਕੇਸ ਹੈ, ਦੂਜੇ ਕੇਸ ਦੇ ਵਿੱਚ ਕਿੰਨਾ ਇੰਟਰਸਟ ਲੱਗਿਆ 12.5% ਦੇ ਹਿਸਾਬ ਨਾਲ 6 ਸਾਲ ਲਈ, ਤਾਂ ਇੱਥੇ ਕੁੱਲ ਇੰਟਰਸਟ ਕਿੰਨਾ ਆਜੂ 12.5 × 6 ਰੇਟ ਇਨਟੂ ਟਾਈਮ, ਤਾਂ 12.5 × 6 ਹੋ ਗਿਆ 75%। ਤਾਂ ਬੱਚੇ ਪਹਿਲੇ ਕੇਸ ਦੇ ਵਿੱਚ ਤੁਹਾਡਾ ਕੁੱਲ ਇੰਟਰਸਟ 52%, ਉਹ ਵੀ ਇਸ ਪ੍ਰਿੰਸੀਪਲ ਤੇ ਹੈ। ਦੂਜੇ ਕੇਸ 'ਚ ਤੁਹਾਡਾ ਇੰਟਰਸਟ 75%, ਉਹ ਵੀ ਸੇਮ ਪ੍ਰਿੰਸੀਪਲ ਦੇ ਉੱਤੇ ਹੈ। ਤਾਂ ਜਿਹੜਾ ਸਾਨੂੰ ਡਿਫਰੈਂਸ ਇਨ ਦਾ ਇੰਟਰਸਟ ਦਿੱਤਾ ਹੋਇਆ 144 ਉਹ ਤੁਸੀਂ ਪਰਸੈਂਟੇਜ 'ਚ ਦੇਖੋ ਕਿੰਨਾ ਡਿਫਰੈਂਸ ਹੈ। ਤਾਂ ਪਰਸੈਂਟੇਜ ਦੇ ਵਿੱਚ ਕਿੰਨਾ ਡਿਫਰੈਂਸ ਹੈ 52.5 ਤੇ 75.5 ਆਪਣਾ 52.5 ਤੇ 75 22% ਦਾ ਡਿਫਰੈਂਸ ਹੈ। 22% ਨੂੰ ਬੱਚੇ ਤੁਸੀਂ ਕੀ ਲਿਖ ਸਕਦੇ ਹੋ 45/2 ਲਿਖ ਸਕਦੇ ਹੋ। 22% ਕੀ ਹੁੰਦਾ 45/2, ਤਾਂ 45/2% ਦੀ ਵੈਲਿਊ ਰੁਪੀਸ 'ਚ 144 ਦਿੱਤੀ ਹੋਈ ਹੈ। ਤੁਸੀਂ 100% ਪ੍ਰਿੰਸੀਪਲ ਫਾਈਂਡ ਕਰਨਾ ਤਾਂ 100% ਫਾਈਂਡ ਕਰਨਾ। ਜੇ 45/2% ਦੀ ਵੈਲਿਊ ਬੱਚੇ 144 ਹੈ ਤਾਂ 9 ਦੇ ਟੇਬਲ 'ਚ 5 ਆ ਗਿਆ, 9 ਦੇ ਟੇਬਲ 'ਚ 16 ਆ ਗਿਆ, ਤਾਂ 5/2% 16 ਰੁਪਏ, ਤਾਂ 5% ਕੀ ਆ ਗਿਆ 32 ਰੁਪਏ। ਜੇ 5% 32 ਰੁਪਏ ਦੇ ਬਰਾਬਰ ਹੈ ਤਾਂ 100% ਬੱਚੇ 20 ਗੁਣਾ, ਤਾਂ 100% ਹੋ ਗਿਆ 20 ਗੁਣਾ, ਤਾਂ ਇੱਧਰ ਵੀ 20 ਗੁਣਾ ਹੋ ਜੂ, 32 ਦਾ 20 ਗੁਣਾ 640 ਰੁਪਏ ਬੱਚੇ ਤੁਹਾਡਾ ਆਨਸਰ ਆ ਜਾਊਗਾ। ਤਾਂ ਕੈਲਕੂਲੇਸ਼ਨ ਧਿਆਨ ਨਾਲ ਦੇਖ ਲਿਓ, ਮੈਂ ਕੈਲਕੂਲੇਸ਼ਨ ਵੀ ਸਟੈਪ ਬਾय ਸਟੈਪ ਦੱਸੀ ਹੈ ਕਿ ਕਿਵੇਂ ਕਰਨੀ ਆ। ਪ੍ਰਿੰਸੀਪਲ ਫਾਈਂਡ ਕਰਨ ਦਾ ਮਤਲਬ ਪ੍ਰਿੰਸੀਪਲ ਹਮੇਸ਼ਾ 100% ਹੁੰਦਾ, ਤਾਂ ਪ੍ਰਿੰਸੀਪਲ ਫਾਈਂਡ ਕਰਨ ਦਾ ਮਤਲਬ ਤੁਸੀਂ 100% ਦੀ ਵੈਲਿਊ ਫਾਈਂਡ ਕਰਨੀ ਹੈ। ਤਾਂ 100% ਦੀ ਵੈਲਿਊ ਉਦੋਂ ਫਾਈਂਡ ਹੋਊਗੀ ਜਦੋਂ ਕਿਸੇ ਛੋਟੇ ਮੋਟੇ ਪਰਸੈਂਟੇਜ ਦੀ ਵੈਲਿਊ ਕੁਐਸਚਨ 'ਚ ਗਿਵਨ ਹੋਊਗੀ 144 ਰੁਪਏ। ਕੀ ਹੈ ਡਿਫਰੈਂਸ ਇਨ ਦਾ ਇੰਟਰਸਟ, ਤਾਂ ਪਹਿਲੇ ਕੇਸ ਦਾ ਇੰਟਰਸਟ ਦੂਜੇ ਕੇਸ ਦਾ ਇੰਟਰਸਟ ਡਿਫਰੈਂਸ ਆ ਗਿਆ 22.5 ਜੋ ਕਿ ਆਪਾਂ 45/2 ਲਿਖ ਲਿਆ, ਉਹ 144 ਦੇ ਬਰਾਬਰ ਹੈ, ਤਾਂ 100% ਕੱਢਾਂਗੇ, ਬਸ ਸਿੰਪਲ ਆ ਕਰਨਾ ਹੈਗਾ। ਅਗਲਾ ਕੁਐਸਚਨ ਦੇਖੋ ਬੱਚੇ ਇਹਦੇ ਵਿੱਚ, ਅਗਲਾ ਕੁਐਸਚਨ ਸਿੰਪਲ ਹੈ। ਅ ਸਮ ਆਫ ₹4100 ਪ੍ਰਿੰਸੀਪਲ 4100 ਅਮਾਊਂਟਸ ਟੂ ₹5,666 in 5 years at certain rate of simple interest. If the rate of interest had been increased by 2%, what would have been the amount? Examiner ਕਹਿੰਦਾ 4100 ਰੁਪਏ ਪ੍ਰਿੰਸੀਪਲ ਨੂੰ ਅਸੀਂ ਕਿਸੇ ਰੇਟ ਤੇ, ਸਾਨੂੰ ਨਹੀਂ ਪਤਾ ਕਿੰਨਾ, ਸਰਟਨ ਰੇਟ ਲਿਖਿਆ ਹੋਇਆ, ਕਿਸੇ ਰੇਟ ਤੇ ਇੰਟਰਸਟ ਉੱਪਰ ਰੱਖਿਆ ਤੇ ਉਹ 5 ਸਾਲਾਂ ਬਾਅਦ 5,666 ਅਮਾਊਂਟ ਬਣ ਗਿਆ, ਜਿੰਨਾ ਵੀ ਰੇਟ ਹੋਣਾ ਹੈਗਾ। ਐਗਜ਼ਾਮੀਨਰ ਬਸ ਇੰਨੀ ਕੁ ਗੱਲ ਕਹਿ ਰਿਹਾ ਕਿ ਯਾਰ ਜੇ ਕਿਤੇ ਰੇਟ ਆਫ ਇੰਟਰਸਟ 2% ਜ਼ਿਆਦਾ ਹੁੰਦਾ, ਜੇ ਕਿਤੇ ਰੇਟ ਨੂੰ 2 ਵਧਾ ਦਿੰਦੇ, ਫਿਰ ਉਹ 5 ਸਾਲਾਂ 'ਚ ਕੀ ਅਮਾਊਂਟ ਬਣਦਾ, ਜਿਹੜਾ ਕਿ ਅਸਲ 'ਚ 5,666 ਬਣਿਆ, 2% ਜ਼ਿਆਦਾ ਇੰਟਰਸਟ ਬਣਿਆ ਰੱਖਿਆ ਹੁੰਦਾ ਤਾਂ ਕਿੰਨਾ ਅਮਾਊਂਟ ਬਣਦਾ ਬੱਚੇ, ਸਿੰਪਲ ਕੁਐਸਚਨ ਹੈ। ਐਗਜ਼ਾਮੀਨਰ ਕਹਿੰਦਾ ਪ੍ਰਿੰਸੀਪਲ ਕਿੰਨਾ 4100 ਪ੍ਰਿੰਸੀਪਲ ਤੋਂ ਅਮਾਊਂਟ ਕਿੰਨਾ ਬਣ ਗਿਆ 5,666 ਆਫਟਰ 5 ਇਅਰਸ। ਕਦੋਂ? ਜਦੋਂ ਸਾਡਾ ਰੇਟ ਆਫ ਇੰਟਰਸਟ ਕੀ ਹੈ ਪਤਾ ਨਹੀਂ ਕਿੰਨਾ, ਇਸ ਕਰਕੇ 8% ਲਿਖ ਲਿਆ। ਐਗਜ਼ਾਮੀਨਰ ਬਸ ਇੰਨੀ ਕੁ ਗੱਲ ਕਹਿ ਰਿਹਾ ਕਿ ਯਾਰ ਜੇ ਕਿਤੇ ਰੇਟ ਆਫ ਇੰਟਰਸਟ 2% ਜ਼ਿਆਦਾ ਹੁੰਦਾ, ਯਾਰ ਤੁਸੀਂ ਹੋਰ ਜਮਾ ਦਿਮਾਗ ਨਾਲ ਲਾਓ, ਇੰਨੀ ਕੁ ਗੱਲ ਦੇਖੋ ਕਿ ਰੇਟ ਆਫ ਇੰਟਰਸਟ 2% ਜ਼ਿਆਦਾ ਹੁੰਦਾ ਦਾ ਮਤਲਬ ਕੀ ਹੈ ਕਿ 8% ਤਾਂ ਹੁੰਦਾ, 2 ਫਾਲਤੂ ਹੁੰਦਾ, ਤਾਂ 8% ਦੇ ਹਿਸਾਬ ਨਾਲ ਪੈਸਾ ਇੰਨਾ ਬਣ ਗਿਆ, ਤਾਂ ਇਹ ਤਾਂ ਬਣਨਾ ਹੀ ਸੀ, ਇੰਨਾ ਇੰਟਰਸਟ ਤਾਂ ਜੁੜਨਾ ਹੀ ਸੀ।
2% फालतू भी जोड़ते जाते हर साल, तो 2% फालतू जे हर साल जोड़ते तो कितना एक्सट्रा इंटरस्ट बन जाता, फिर 2% हर साल जुड़ता तो 5 सालों लिए एक्सट्रा जुड़ता 10%। तो आ 10% की वैल्यू की आ जूगी बच्चे, हमेशा प्रिंसीपल का ही 10%, क्योंकि इंटरस्ट तो प्रिंसीपल ते ही लगता है। तो प्रिंसीपल का 10% बन गया 410 रुपए। तो फिर तो अमाउंट की बन जाता, जेड़ा कि R% के हिसाब नाल 5666 बनया सी, वो 410 रुपए होर जुड़ के 6076 रुपए बन जाता। तो बच्चे तो आंसर की आ जूगा सैकेंड ऑप्शन 6076। तो जिन्ने स्टूडेंट्स नूं समझ आ रहा है बाई बन के सैशन लाइक ते शेयर कर दो। आपां इस ऑर्डर दे विच सवालों ते अगे वधदे जाने आ, कुछ टिपिकल क्वेश्चन आउणगे, कुछ लेंथी स्टेटमेंट्स आउणगियां, आपां सैशन इस तरह करते जावांगे। अगला क्वेश्चन देखो बच्चे, अगला क्वेश्चन सिंपल आ। ਜਿਹੜੇ ਜਵਾਕਾਂ ਨੇ ਤੁਹਾਡੇ ਵਿੱਚੋਂ ਪਿਛਲੇ ਸਾਲ ਦਾ ਪਟਵਾਰੀ ਦਾ ਪੇਪਰ ਜਿਹੜਾ ਪ੍ਰੀਲਿਮਸ 8 ਅਗਸਤ ਨੂੰ ਹੋਇਆ ਸੀ ਉਹ ਦਿੱਤਾ ਸੀ, ਉਹਦੇ ਵਿੱਚ ਇਹੋ ਜਿਹਾ ਮਿਲਦਾ ਜੁਲਦਾ ਕੁਐਸਚਨ ਆਇਆ ਸੀਗਾ, ਤਾਂ ਉਹਦੇ ਨਾਲ ਦਾ ਹੀ ਕੁਐਸਚਨ, ਪਰ ਉਹਦੇ ਵਿੱਚ ਬਹੁਤ ਸਿੰਪਲ ਵੈਲਿਊ ਫਾਈਂਡ ਕਰਨੀ ਸੀ, ਇਹ 'ਚ ਤਾਂ ਫਿਰ ਥੋੜਾ ਜਿਹਾ ਕੁਝ ਟੇਢਾ ਜਿਹਾ ਫਾਈਂਡ ਕਰਨਾ ਹੈ। ਬਿਲਕੁਲ ਉਸ ਪੈਟਰਨ ਤੇ ਕੁਐਸਚਨ ਹੈ, ਤਾਂ ਦੋ ਕੁਐਸਚਨ ਮੈਂ ਉਹਦੇ ਨਾਲ ਦੇ ਲੈ ਕੇ ਆਇਆ। ਇਹ ਕੁਐਸਚਨ, ਇਸ ਤੋਂ ਅਗਲਾ ਕੁਐਸਚਨ, ਐਗਜ਼ਾਮੀਨਰ ਕਹਿੰਦਾ ਅ ਸਮ ਆਫ ਰੁਪੀਸ 1440 is lent out in 3 different parts in such a way that the interest on the first part at 2% for 3 years, second part at 3% for 4 years, and third part at 4% for 5 years are equal। एग्जामिनर कहता 1440 ਨੂੰ ਅਸੀਂ ਤਿੰਨ ਹਿੱਸਿਆਂ ਦੇ ਵਿੱਚ ਤੋੜਿਆ। ਪਹਿਲੇ ਹਿੱਸੇ ਤੇ 2% ਦੇ ਹਿਸਾਬ ਨਾਲ 3 ਸਾਲ ਇੰਟਰਸਟ ਲੱਗਿਆ, ਦੂਜੇ ਹਿੱਸੇ ਤੇ 3% ਦੇ ਹਿਸਾਬ ਨਾਲ 4 ਸਾਲ ਲਈ ਇੰਟਰਸਟ ਲੱਗਿਆ, ਤੇ ਤੀਜੇ ਹਿੱਸੇ ਤੇ 4% ਦੇ ਹਿਸਾਬ ਨਾਲ 5 ਸਾਲ ਲਈ ਇੰਟਰਸਟ ਲੱਗਿਆ, ਤੇ ਤਿੰਨਾਂ ਹਿੱਸਿਆਂ ਤੋਂ ਸੇਮ ਇੰਟਰਸਟ ਆਇਆ। ਇਹ ਸਭ ਤੋਂ ਇੰਪੋਰਟੈਂਟ ਹੈ ਕਿ ਤਿੰਨੇ ਪਾਸੋਂ ਸੇਮ ਇੰਟਰਸਟ ਆਇਆ। ਤਾਂ ਐਗਜ਼ਾਮੀਨਰ ਕਹਿੰਦਾ ਇਸ ਤੋਂ ਬਾਅਦ ਦੱਸੋ ਡਿਫਰੈਂਸ ਬਿਟਵੀਨ ਦਾ ਲਾਰਜੈਸਟ ਐਂਡ ਦਾ ਸਮੋਲੈਸਟ ਸਮ। ਤਾਂ ਜਿਹੜਾ ਤਿੰਨ ਹਿੱਸਿਆਂ ਚ ਉਹਨੂੰ ਤੋੜਿਆ, ਮੈਂ A B ਤੇ C ਲਿਖ ਦਿੰਨਾ, ਜਿਹੜੇ ਤਿੰਨ ਹਿੱਸਿਆਂ ਚ ਉਹਨੂੰ ਤੋੜਿਆ ਉਹਦੇ ਵਿੱਚ ਲਾਰਜੈਸਟ ਤੇ ਸਮੋਲੈਸਟ ਦਾ ਡਿਫਰੈਂਸ ਦੱਸਣਾ ਹੈ। ਤਾਂ ਬੱਚੇ ਪਹਿਲੇ ਕੇਸ ਚ ਇੰਟਰਸਟ ਆਪਣਾ ਪ੍ਰਿੰਸੀਪਲ ਕਿੰਨਾ, A ਰੁਪੀਜ਼, A ਰੁਪੀਜ਼ ਦੇ ਉੱਤੇ ਇੰਟਰਸਟ ਕਿੰਨਾ 2% ਦੇ ਹਿਸਾਬ ਨਾਲ 3 ਸਾਲ ਦਾ, ਰੇਟ ਇਨਟੂ ਟਾਈਮ 6% ਆਫ A। ਤਾਂ ਬੱਚੇ ਪਹਿਲੇ ਕੇਸ ਚ ਇੰਟਰਸਟ ਕਿੰਨਾ ਆ ਗਿਆ। ਆਪਾਂ ਇੰਟਰਸਟ ਕਿਉਂ ਕੱਢ ਰਹੇ ਹਾਂ, ਕਿਉਂਕਿ ਐਗਜ਼ਾਮੀਨਰ ਨੇ ਕਿਹਾ ਕਿ ਦਾ ਇੰਟਰਸਟ ਔਨ ਪਹਿਲਾ, ਦੂਜਾ ਤੇ ਤੀਜਾ ਪਾਰਟ ਆਰ ਇਕੁਅਲ, ਤਿੰਨਾਂ ਹਿੱਸਿਆਂ ਤੋਂ ਜੋ ਇੰਟਰਸਟ ਆਇਆ ਉਹ ਇਕੁਅਲ ਹੈ, ਤਾਂ ਇਸ ਕਰਕੇ ਆਪਾਂ ਇੰਟਰਸਟ ਕੱਢ ਰਹੇ ਹਾਂ ਤੇ ਇਕੁਅਲ ਪੁੱਟ ਕਰ ਦਾਂਗੇ। ਪਹਿਲੇ ਹਿੱਸੇ ਚੋਂ ਕਿੰਨਾ ਇੰਟਰਸਟ ਆਇਆ ਬੱਚੇ 6%, ਕਾਹਦਾ, A ਦਾ, ਤਾਂ 6% ਆਫ A। ਦੂਜੇ ਹਿੱਸੇ ਚੋਂ ਕਿੰਨਾ ਇੰਟਰਸਟ ਆਇਆ ਬੱਚੇ ਤੁਹਾਡਾ 3% ਫॉर 4 ਇਅਰਸ, ਰੇਟ ਇਨਟੂ ਟਾਈਮ 12% ਆਫ B। ਤੇ ਤੀਜੇ ਹਿੱਸੇ ਤੋਂ 4% ਫॉर 5 ਇਅਰਸ 20% ਆਫ C। ਤਾਂ ਇੰਨਾ ਇੰਟਰਸਟ ਆਇਆ ਬੱਚੇ ਤੁਹਾਡਾ। ਇਹ ਇੰਟਰਸਟ ਸੇਮ ਹੈ, ਇਸ ਕਰਕੇ ਇਕੁਅਲ ਪੁੱਟ ਕਰਤਾ, ਇਕੁਅਲ ਪੁੱਟ ਕਰਤਾ ਤਾਂ ਜੋ ਕਾਮਨ ਹੈ ਕੱਟੋ, ਪਰਸੈਂਟ ਕੱਟਿਆ ਗਿਆ, ਤਾਂ ਇਹ ਕੀ ਬਣ ਗਿਆ 6A is equal to 12, B is equal to 20C। ਤਾਂ ਆਪਾਂ A B ਤੇ C ਦੀ ਰੇਸ਼ੀਓ ਲੈਣੀ ਹੈ ਨਾ, ਕਿਉਂਕਿ ਬੱਚੇ ਫਾਈਨਲੀ ਆਪਾਂ A B C ਦੀਆਂ ਵੈਲਿਊਜ਼ ਫਾਈਂਡ ਕਰਨੀਆਂ ਨੇ, ਉਹਦੇ ਵਿੱਚ ਫਿਰ ਜਿਹੜਾ ਲਾਰਜੈਸਟ ਹੋਊਗਾ, ਜਿਹੜਾ ਸਮੋਲੈਸਟ ਹੋਊਗਾ, ਉਹਦਾ ਡਿਫਰੈਂਸ ਆਨਸਰ ਕਰ ਦਾਂਗੇ। A B C ਦੀਆਂ ਵੈਲਿਊਜ਼ ਕੱਢਣੀਆਂ ਤਾਂ ਰੇਸ਼ੀਓ ਕੱਢਣੀ ਪਊ। ਤਾਂ ਰੇਸ਼ੀਓ ਚ ਲਈ ਕਿੱਥੇ ਪਹੁੰਚ ਗਏ 6A is equal to 12, B is equal to 20C। ਰੇਸ਼ੀਓ ਦਾ ਸਿੱਧਾ ਫੰਕਸ਼ਨ, ਕੋਫੀਸ਼ੀਐਂਟਸ ਲੱਗੇ ਹੋਏ ਨੇ, A ਦਾ ਕੋਫੀਸ਼ੀਐਂਟ 6 ਹੈ, B ਦਾ ਕੋਫੀਸ਼ੀਐਂਟ 12 ਹੈ, C ਦਾ ਕੋਫੀਸ਼ੀਐਂਟ 20 ਹੈ। ਇਹਦੇ ਤੋਂ ABC ਦੀ ਰੇਸ਼ੀਓ ਕੱਢਣੀ ਹੈ, ਤਾਂ ਇਹਨਾਂ ਦਾ ਐਲਸੀਐਮ ਲੈ ਕੇ ਬਰਾਬਰ ਪੁੱਟ ਕਰ ਦਿਓ। 6 12 20 ਦਾ ਐਲਸੀਐਮ ਆ ਗਿਆ ਬੱਚੇ 60। ਤਾਂ 60 ਦੇ ਬਰਾਬਰ ਪੁੱਟ ਕੀਤਾ ਤਾਂ ABC ਦੀ ਰੇਸ਼ੀਓ ਕੀ ਆ ਗਈ ਤੁਹਾਡੇ ਸਾਹਮਣੇ, ABC ਦੀ ਰੇਸ਼ੀਓ ਬਣ ਗਈ 6A 60 ਹੈ ਤਾਂ A ਦੀ ਵੈਲਿਊ 10, 12B 60 ਹੈ ਤਾਂ B ਦੀ ਵੈਲਿਊ 5, 20C 60 ਹੈ ਤਾਂ C ਦੀ ਵੈਲਿਊ 3। ਤਾਂ ABC ਦੀ ਰੇਸ਼ੀਓ ਆ ਗਈ 10 5 3, ਜਿਹਦਾ ਸਾਨੂੰ ਟੋਟਲ ਦਿੱਤਾ 1440। ਤਾਂ ਰੇਸ਼ੀਓ ਦਾ ਟੋਟਲ ਕਿੰਨੇ 10 5 15 3 18। ਬੱਚੇ ਰੇਸ਼ੀਓ ਦਾ ਟੋਟਲ ਹੈ 18 ਯੂਨਿਟ, ਤੇ ਉਹ 18 ਯੂਨਿਟ ਕਿਹਦੇ ਬਰਾਬਰ ਹੈ 1440। ਤਾਂ ਇਹਦਾ ਮਤਲਬ 1 ਯੂਨਿਟ ਦੀ ਵੈਲਿਊ 80, 18 ਗੁਣਾ 8 ਹੁੰਦਾ 144। ਤਾਂ 1 ਯੂਨਿਟ 80 ਆਪਾਂ ਫਾਈਂਡ ਕਰਨਾ ਲਾਰਜੈਸਟ ਤੇ ਸਮੋਲੈਸਟ ਦਾ ਡਿਫਰੈਂਸ। ਲਾਰਜੈਸਟ ਹੈ 10, ਸਮੋਲੈਸਟ ਹੈ 3, ਤਾਂ ਡਿਫਰੈਂਸ ਆ ਗਿਆ ਬੱਚੇ ਤੁਹਾਡਾ 7 ਯੂਨਿਟ। ਜੇ 1 ਯੂਨਿਟ 80 ਹੈ ਤਾਂ 7 ਯੂਨਿਟ ਕੀ ਹੋ ਜੂ 7 ਗੁਣਾ 80, ਆਨਸਰ ਆ ਜੂ ਬੱਚੇ ਤੁਹਾਡਾ, ਦੇਖੋ ਕਿੰਨਵਾ ਆਪਸ਼ਨ ਹੈ 560। ਆਨਸਰ ਆ ਗਿਆ ਬੱਚੇ ਤੁਹਾਡਾ ਚੌਥਾ ਆਪਸ਼ਨ 560 ਰੁਪਏ। ਤਾਂ ਬੱਚੇ ਇਹ ਆਪਣਾ ਸਿੰਪਲ ਇੰਟਰਸਟ ਦਾ ਕੁਐਸਚਨ ਸੀ। ਮੈਂ ਕਹਿ ਰਿਹਾ ਕਿ ਇਹਦੇ ਨਾਲ ਦਾ ਕੁਐਸਚਨ ਆਪਣਾ ਪਿਛਲੇ ਸਾਲ ਦੇ ਪਟਵਾਰੀ ਦੇ ਪੇਪਰ ਚ ਆਇਆ ਹੋਇਆ ਸੀ, ਤਾਂ ਉਹਦੇ ਨਾਲ ਦਾ ਮਿਲਦਾ ਜੁਲਦਾ ਕੁਐਸਚਨ ਹੈ। ਅਗਲਾ ਕੁਐਸਚਨ ਬਿਲਕੁਲ ਸਿਮਿਲਰ ਕੁਐਸਚਨ ਦੇਖੋ ਬੱਚੇ, ਅ ਸਮ ਆਫ ਰੁਪੀਜ਼ 52,000 is lent out in 3 different parts in such a way that the first part at 5% for 6 years, ਦੂਜਾ ਪਾਰਟ ਰੱਖਿਆ 4% for 5 years, ਤੇ ਤੀਜਾ ਪਾਰਟ ਰੱਖਿਆ 10% for
4 years। ਤੇ ਐਗਜ਼ਾਮੀਨਰ ਕਹਿੰਦਾ ਇਫ ਦਾ ਸਿੰਪਲ ਇੰਟਰਸਟ ਰਿਸੀਵਡ ਫਰੋਮ ਈਚ ਇਜ਼ ਇਕੁਅਲ, ਸੇਮ ਕੇਸ ਕਿ ਤਿੰਨਾਂ ਕੇਸਾਂ ਚੋਂ ਤਿੰਨੇ ਪਾਰਟਸ ਚੋਂ ਸਿੰਪਲ ਇੰਟਰਸਟ ਬਰਾਬਰ ਆਇਆ, ਦੈਨ ਫਾਈਂਡ ਦਾ ਮਨੀ ਲੈਂਟ ਇਨ ਦਾ ਫਸਟ ਪਾਰਟ। ਤਾਂ ਫਸਟ ਪਾਰਟ ਦੱਸੋ ਕਿੰਨੇ ਰੁਪਏ ਹੋਊਗਾ। ਤਾਂ ਬੱਚੇ ਤਿੰਨ ਪਾਰਟ ਨੇ A B ਤੇ C, ਤਾਂ ABC ਦਾ ਟੋਟਲ ਸਾਨੂੰ 52000 ਦਿੱਤਾ ਹੋਏਗਾ। ਪਹਿਲੇ ਪਾਰਟ 'ਚ ਕਿੰਨਾ ਪ੍ਰਿੰਸੀਪਲ ਹੈ A ਰੁਪੀਜ਼, ਉਹਦੇ ਤੇ ਕਿੰਨਾ ਇੰਟਰਸਟ ਆਇਆ 5% ਦੇ ਹਿਸਾਬ ਨਾਲ 6 ਸਾਲ ਦਾ ਇੰਟਰਸਟ। ਤਾਂ ਇੰਟਰਸਟ ਕਿੰਨਾ ਬਣ ਗਿਆ 5 × 6 30%। ਦੂਜੇ ਪਾਰਟ ਤੋਂ ਕਿੰਨਾ ਇੰਟਰਸਟ ਆਇਆ, ਦੂਜਾ ਪਾਰਟ ਰੱਖਿਆ 4% ਦੇ ਹਿਸਾਬ ਨਾਲ 5 ਸਾਲ ਲਈ। ਤਾਂ ਕੁੱਲ ਇੰਟਰਸਟ ਬਣ ਜੂ ਰੇਟ ਇਨਟੂ ਟਾਈਮ ਜੋ ਸ਼ੁਰੂ 'ਚ ਸਮਝਾਇਆ 20%। ਕਾਹਦਾ B ਦਾ, ਤਾਂ 20% ਆਫ B। ਇਸ ਹਿਸਾਬ ਨਾਲ ਤੀਜਾ ਪਾਰਟ 10% ਦੇ ਹਿਸਾਬ ਨਾਲ ਇੰਟਰਸਟ ਲੱਗਿਆ 4 ਸਾਲ ਦੇ ਲਈ। ਤਾਂ ਕੁੱਲ ਇੰਟਰਸਟ 10 × 4 40%। ਕਾਹਦਾ C ਦਾ 40%। ਤੇ ਐਗਜ਼ਾਮੀਨਰ ਕਹਿੰਦਾ ਤਿੰਨਾਂ ਪਾਰਟਸ ਦੇ ਵਿੱਚ ਇੰਟਰਸਟ ਬਰਾਬਰ ਹੈ, ਤਾਂ ਇਹਦਾ ਮਤਲਬ ਇਕੁਅਲ ਪੁੱਟ ਕਰ ਦਾਂਗੇ। ਤਾਂ 30% ਆਫ A ਇਜ਼ ਇਕੁਅਲ ਟੂ 20% ਆਫ B ਇਜ਼ ਇਕੁਅਲ ਟੂ 40% ਆਫ C। ਪਰਸੈਂਟ ਤੇ 0 ਕੈਂਸਲ ਹੋ ਗਿਆ, ਤਾਂ ਇਹ ਬਣ ਗਿਆ 3A ਇਜ਼ ਇਕੁਅਲ ਟੂ 2B ਇਜ਼ ਇਕੁਅਲ ਟੂ 4C। ਤਾਂ ABC ਦੀ ਰੇਸ਼ੋ ਲੈਣ ਦੇ ਲਈ ਆਪਾਂ ਇਹਨਾਂ ਦੇ ਕੋਫੀਸ਼ੀਐਂਟਸ ਦਾ ਐਲਸੀਐਮ ਲਵਾਂਗੇ ਤੇ ਬਰਾਬਰ ਪੁੱਟ ਕਰ ਦਾਂਗੇ। 3 2 4 ਦਾ ਐਲਸੀਐਮ 12। ਤਾਂ ਬੱਚੇ ਸਾਰਿਆਂ ਨੂੰ 12 ਦੇ ਬਰਾਬਰ ਪੁੱਟ ਕਰੋ। 12 ਦੇ ਬਰਾਬਰ ਪੁੱਟ ਕੀਤਾ ਤਾਂ ABC ਦੀ ਰੇਸ਼ੋ ਕੀ ਆ ਗਈ ਬੱਚੇ ਤੁਹਾਡੀ 3A 12 ਤਾਂ A ਦੀ ਵੈਲਿਊ 4, 2B 12 ਤਾਂ B ਦੀ ਵੈਲਿਊ 6, 4C 12 ਤਾਂ C ਦੀ ਵੈਲਿਊ 3। ਤਾਂ ABC ਦੀ ਰੇਸ਼ੋ ਕੀ 4 6 3। ਸਾਨੂੰ ਟੋਟਲ ਦਿੱਤਾ ABC ਦਾ 52000। ਤਾਂ ਰੇਸ਼ੋ ਦੇ ਵਿੱਚ ਟੋਟਲ ਕਿੰਨਾ ਬੱਚੇ 6 4 10 3 13। ਰੇਸ਼ੋ ਦੇ ਵਿੱਚ ਟੋਟਲ 13, 13 ਦੀ ਵੈਲਿਊ 52000। ਜੇ 13 ਦੀ ਵੈਲਿਊ 52000 ਹੈ ਤਾਂ 1 ਦੀ ਵੈਲਿਊ 4000, 1 ਦੀ ਵੈਲਿਊ 4000। ਤਾਂ ਫਸਟ ਪਾਰਟ ਕੀ ਹੈ 4। ਜੇ 1 ਦੀ ਵੈਲਿਊ 4000 ਤਾਂ 4 ਦੀ ਵੈਲਿਊ ਬੱਚੇ ਤੁਹਾਡਾ ਆਨਸਰ ਆ ਜਾਊਗਾ 16000। ਇਹ ਤੁਹਾਡਾ ਬਹੁਤ ਸਿੰਪਲ ਬਣ ਜਾਊਗਾ ਕੁਐਸਚਨ ਜੇ ਇੰਨਾ ਕੁ ਪੋਰਸ਼ਨ ਸਮਝ ਆ ਗਿਆ ਕਿ ਤਿੰਨਾਂ ਕੇਸਿਸ ਦੇ ਵਿੱਚ ਇੰਟਰਸਟ ਬਰਾਬਰ ਹੈ। ਤਾਂ ਅਸੀਂ ਤਿੰਨਾਂ ਦਾ ਇੰਟਰਸਟ ਕੱਢਿਆ, ਬਰਾਬਰ ਪੁੱਟ ਕੀਤਾ, ਉੱਥੋਂ ABC ਪ੍ਰਿੰਸੀਪਲ ਦੀ ਰੇਸ਼ੋ ਨਿਕਲੀ ਆਈ। ਸਾਨੂੰ ਟੋਟਲ ਦਿੱਤਾ ਹੋਇਆ, ਟੋਟਲ 52000 ਦਿੱਤਾ, ਤਾਂ ਰੇਸ਼ੋ ਦਾ ਟੋਟਲ ਇਕੁਏਟ ਕੀਤਾ। ਜੋ ਫਾਈਂਡ ਕਰਨਾ ਨਿਕਲਿਓ। ਇੱਥੇ ਫਸਟ ਪਾਰਟ ਫਾਈਂਡ ਕਰਨਾ ਸੀ ਤਾਂ 4 ਦੀ ਵੈਲਿਊ ਕੱਢ ਲਈ। ਪਿਛਲੇ ਕੁਐਸਚਨ ਦੇ ਵਿੱਚ ਹਾਈਐਸਟ ਤੇ ਲੋਐਸਟ ਦਾ ਡਿਫਰੈਂਸ ਦੱਸਣਾ ਸੀ, ਤਾਂ 10 ਤੇ 3 ਦਾ ਡਿਫਰੈਂਸ 7, 7 ਦੀ ਵੈਲਿਊ ਕੱਢ ਲਈ। ਤਾਂ ਅਕੋਰਡਿੰਗਲੀ ਕੱਢਦੇ ਜਾਵਾਂਗੇ। ਅਗਲਾ ਕੁਐਸਚਨ ਦੇਖੋ ਬੱਚੇ। ਅਗਲਾ ਕੁਐਸਚਨ ਹੈ ਅ ਫਾਦਰ ਡਿਸਾਈਡਡ ਟੂ ਡਿਵਾਈਡ ₹12,000 ਬਿਟਵੀਨ ਹਿਸ 2 ਸਨਸ। ਬੱਚੇ ਜਿਵੇਂ ਪਿਛਲੇ 2 ਕੁਐਸਚਨ ਕੀਤੇ ਨੇ, ਮੈਂ ਦਿਖਾ ਵੀ ਦਿੰਨਾ। ਪਿਛਲੇ 'ਚ ਕੀ ਸੀ 52000 ਨੂੰ 3 ਹਿੱਸਿਆਂ 'ਚ ਵੰਡਿਆ, 1440 ਨੂੰ 3 ਹਿੱਸਿਆਂ 'ਚ ਵੰਡਿਆ। ਤਾਂ ਅਗਲਾ ਜਿਹੜਾ ਹੁਣ ਆਪਾਂ ਕੁਐਸਚਨ ਪੜ੍ਹਨਾ ਸ਼ੁਰੂ ਕੀਤਾ ਸੀ, ਉੱਥੇ ਵੀ ਫਾਦਰ ਨੇ 12000 ਰੁਪਏ 2 ਮੁੰਡਿਆਂ 'ਚ ਹੀ ਵੰਡੇ ਸੀ ਨਾ, ਤਾਂ ਉੱਥੇ ਵੀ ਪੈਸੇ ਉਵੇਂ ਹੀ ਵੰਡੇ ਜਾ ਰਹੇ ਨੇ। ਪਰ ਇਸ ਕੁਐਸਚਨ 'ਚ ਕੀ ਸੀ, ਤਿੰਨਾਂ ਪਾਰਟਸ ਦਾ ਇੰਟਰਸਟ ਕੀ ਹੈ ਇਕੁਅਲ। ਤਿੰਨਾਂ ਪਾਰਟਸ ਦਾ ਸਿੰਪਲ ਇੰਟਰਸਟ ਕੀ ਹੈ ਇਕੁਅਲ। ਇੰਟਰਸਟ ਇਕੁਅਲ ਹੈ ਤਾਂ ਅਸੀਂ ਤਿੰਨਾਂ ਦਾ ਇੰਟਰਸਟ ਕੱਢਿਆ, ਇਕੁਅਲ ਪੁੱਟ ਕਰਤਾ। ਅਗਲੇ ਕੁਐਸਚਨ 'ਚ ਕੀ ਆ, a father decided to divide 12000 ਰੁਪਏ between his 2 sons aged 14 ਸਾਲ and 16 ਸਾਲ in such a way that both sons receive same amount। ਤਾਂ ਬੱਚੇ ਇਸ ਕੁਐਸਚਨ 'ਚ ਕੀ ਹੈ, ਮੁੰਡਿਆਂ ਨੂੰ ਸੇਮ ਇੰਟਰਸਟ ਨਹੀਂ ਮਿਲਦਾ ਜਿਵੇਂ ਪਿਛਲੇ ਕੁਐਸਚਨਾਂ 'ਚ ਇੰਟਰਸਟ ਬਰਾਬਰ ਸੀ, ਇੱਥੇ ਅਮਾਊਂਟ ਬਰਾਬਰ ਹੈ। ਉਹ ਕਹਿੰਦੇ 12000 ਰੁਪਏ 2 ਮੁੰਡਿਆਂ 'ਚ ਵੰਡੇ, ਉਹਨਾਂ ਵਿੱਚੋਂ ਵੀ ਛੋਟੇ ਦੀ ਉਮਰ 14 ਸਾਲ ਹੈ, ਵੱਡੇ ਦੀ 16 ਸਾਲ ਹੈ। ਪੈਸੇ ਇਸ ਹਿਸਾਬ ਨਾਲ ਵੰਡੇ ਕਿ ਦੋਨਾਂ ਨੂੰ ਸੇਮ ਅਮਾਊਂਟ ਮਿਲੇ। ਕਦੋਂ? ਵੈਨ ਦੇ ਅਟੇਨ ਦਾ ਏਜ ਆਫ 20 ਈਅਰਸ, ਜਦੋਂ 20 ਸਾਲ ਦੇ ਹੋ ਜਾਣ। ਐਗਜ਼ਾਮੀਨਰ ਕਹਿੰਦਾ ਇਫ ਦਾ ਰੇਟ ਆਫ ਇੰਟਰਸਟ ਇਜ਼ 5% ਪਰ ਐਨਮ ਦੈਨ ਫਾਈਂਡ ਦਾ ਸ਼ੇਅਰ ਰਿਸੀਵਡ ਬਾਈ ਹਿਜ਼ ਯੰਗਰ ਸਨ। ਛੋਟੇ ਮੁੰਡੇ ਨੂੰ ਕਿੰਨਾ ਹਿੱਸਾ ਮਿਲਿਆ ਸੀ 12000 ਦੇ ਵਿੱਚੋਂ, ਉਹ ਫਾਈਂਡ ਕਰਕੇ ਆਨਸਰ ਕਰਨਾ। ਤਾਂ ਬੱਚੇ ਛੋਟੇ ਨੂੰ ਆਪਾਂ Y ਕਹਿ ਦਿੰਦੇ ਆ ਜਿਹਦੀ ਉਮਰ 14 ਸਾਲ ਹੈ, ਵੱਡੇ ਨੂੰ ਆਪਾਂ E ਕਹਿ ਦਿੰਦੇ ਜਿਹਦੀ ਉਮਰ 16 ਸਾਲ ਹੈ। ਤਾਂ Y ਨੂੰ ਮੰਨ ਲਓ ਕਿੰਨਾ ਪ੍ਰਿੰਸੀਪਲ ਮਿਲਿਆ Y ਰੁਪੀਜ਼। Y ਨੂੰ ਮੰਨ ਲਓ ਕਿੰਨਾ ਪ੍ਰਿੰਸੀਪਲ ਮਿਲਿਆ Y ਰੁਪੀਜ਼। ਵੱਡੇ ਮੁੰਡੇ ਨੂੰ ਕਿੰਨਾ ਪ੍ਰਿੰਸੀਪਲ ਮਿਲਿਆ, ਮੰਨ ਲਓ E ਰੁਪੀਜ਼। ਐਲਡਰ ਦੇ ਲਈ E ਲਿਖਤਾ। ਐਗਜ਼ਾਮੀਨਰ ਕਹਿੰਦਾ ਪੈਸਾ ਇਸ ਹਿਸਾਬ ਨਾਲ ਵੰਡਣਾ ਕਿ ਉਹਨਾਂ ਦਾ 20 ਸਾਲ ਦੀ ਉਮਰ ਤੱਕ ਪਹੁੰਚਦੇ ਅਮਾਊਂਟ ਬਰਾਬਰ ਹੋ ਜੇ। ਤਾਂ ਬੱਚੇ ਯੰਗਰ ਜਿਹਦੀ ਉਮਰ 14 ਸਾਲ ਹੈ ਤੇ ਐਲਡਰ ਜਿਹਦੀ ਉਮਰ 20 ਸਾਲ ਹੈ, ਉਹਨਾਂ ਨੂੰ ਅਮਾਊਂਟ ਕਦੋਂ, ਸੌਰੀ 16 ਸਾਲ ਹੈ, 20 ਗਲਤ ਲਿਖਤਾ। ਐਲਡਰ ਜਿਹਦੀ ਉਮਰ 16 ਸਾਲ ਹੈ, ਉਹਨਾਂ ਨੂੰ ਅਮਾਊਂਟ ਕਦੋਂ ਬਰਾਬਰ ਮਿਲਣਾ, ਜਦੋਂ ਉਹਨਾਂ ਦੀ ਉਮਰ 20 ਸਾਲ ਹੋ ਜੂਗੀ। ਤਾਂ ਯੰਗਰ ਨੂੰ ਜਿੰਨੇ ਵੀ ਪੈਸੇ ਮਿਲਣਗੇ ਉਹਦੇ ਉੱਤੇ 6 ਸਾਲ ਦੇ ਲਈ ਇੰਟਰਸਟ ਲੱਗੂਗਾ, ਤੇ ਐਲਡਰ ਨੂੰ ਜਿੰਨੇ ਵੀ ਪੈਸੇ ਮਿਲਣਗੇ ਉਹਦੇ ਤੇ 4 ਸਾਲ ਦੇ ਲਈ ਇੰਟਰਸਟ ਲੱਗੂਗਾ, ਕਿਉਂਕਿ ਉਹ 16 ਦਾ ਹੋ ਚੁੱਕਿਆ, 20 ਤੱਕ ਪਹੁੰਚਣ ਲਈ ਸਿਰਫ 4 ਸਾਲ ਬਚੇ। ਤੇ ਇਹਨਾਂ ਦੇ ਪੈਸੇ ਦੇ ਉੱਤੇ ਇੰਟਰਸਟ ਕਿੰਨਾ ਲੱਗੂਗਾ, 5% ਦੇ ਹਿਸਾਬ ਨਾਲ। ਤਾਂ ਇੱਥੋਂ ਇਹ ਨਿਚੋੜ ਨਿਕਲਦਾ ਹੈ ਕਿ ਛੋਟੇ ਬੱਚੇ ਨੂੰ ਜਿੰਨੇ ਵੀ ਪੈਸੇ ਮਿਲੇ
ਉਹਦੇ ਤੇ 6% ਦੇ ਹਿਸਾਬ ਨਾਲ 5 ਸਾਲ ਲਈ ਇੰਟਰਸਟ ਲੱਗੂਗਾ, ਯਾਨੀ ਕਿ 30% ਇੰਟਰਸਟ ਲੱਗੂਗਾ। ਵੱਡੇ ਨੂੰ ਜਿੰਨੇ ਵੀ ਪੈਸੇ ਮਿਲੇ ਉਹਦੇ ਤੇ 4% ਦੇ ਹਿਸਾਬ ਨਾਲ 5 ਸਾਲ ਲਈ ਇੰਟਰਸਟ ਲੱਗੂ, ਯਾਨੀ ਕਿ ਕੁੱਲ 20% ਇੰਟਰਸਟ ਲੱਗੂ। ਪਰ ਇੰਟਰਸਟ ਦਾ ਤਾਂ ਕੋਈ ਕੰਮ ਹੀ ਨਹੀਂ। ਕੁਐਸਚਨ 'ਚ ਐਗਜ਼ਾਮੀਨਰ ਕਹਿ ਰਿਹਾ ਦੋਨਾਂ ਨੂੰ ਅਮਾਊਂਟ ਬਰਾਬਰ ਬਣੂਗਾ। ਤਾਂ ਅਮਾਊਂਟ ਕੀ ਹੁੰਦਾ ਹੈ? ਪ੍ਰਿੰਸੀਪਲ ਦੇ ਵਿੱਚ ਇੰਟਰਸਟ ਜੋੜੋ। ਪ੍ਰਿੰਸੀਪਲ ਆਪਣੇ ਆਪ 'ਚ 100%, ਉਹਦੇ ਵਿੱਚ 30% ਇੰਟਰਸਟ ਜੋੜਾਂਗੇ ਤਾਂ ਅਮਾਊਂਟ ਬਣ ਗਿਆ 130%। ਕਾਹਦਾ 130%? ਆਫ ਵਾਈ। ਇੱਧਰ ਅਮਾਊਂਟ ਬਣ ਗਿਆ 120%। ਕਾਹਦਾ 120%? ਆਫ ਈ। ਤਾਂ ਇਹ ਇਕੁਅਲ ਹੈ ਬੱਚੇ, ਅਮਾਊਂਟ ਬਰਾਬਰ ਨੇ। ਅਮਾਊਂਟ ਬਰਾਬਰ ਨੇ ਤਾਂ ਤੁਸੀਂ ਦੇਖੋ ਰੇਸ਼ੋ ਕੱਢਣ ਦੇ ਲਈ ਪਰਸੈਂਟ ਤੇ 0 ਕੈਂਸਲ, ਪਰਸੈਂਟ ਤੇ 0 ਕੈਂਸਲ। 13y ਇਜ਼ ਇਕੁਅਲ ਟੂ 12e। ਤਾਂ ਇਹਦਾ ਮਤਲਬ y ਤੇ e ਦੀ ਰੇਸ਼ੋ ਕੀ ਆ ਗਈ ਬੱਚੇ ਤੁਹਾਡੀ? 12:13। y ਤੇ e ਦੀ ਰੇਸ਼ੋ ਕੀ ਆ ਗਈ ਤੁਹਾਡੀ? 12:13। ਸਾਨੂੰ ਕੀ ਦਿੱਤਾ ਹੈ? ਦੋਨਾਂ ਦਾ ਕੁੱਲ 12000। ਤਾਂ ਰੇਸ਼ੋ ਦੇ ਵਿੱਚ ਕੀ ਹੈ ਟੋਟਲ? 25 ਯੂਨਿਟ। 12 ਤੇ 13 ਦਾ ਟੋਟਲ 25 ਯੂਨਿਟ। 25 ਯੂਨਿਟ ਦੀ ਵੈਲਿਊ 12000 ਹੈ। ਤਾਂ 1 ਯੂਨਿਟ ਦੀ ਵੈਲਿਊ ਕੀ ਹੈ? ਡਿਵਾਈਡ ਬਾਈ 25। ਇਹ ਆ ਗਿਆ ਮੇਰੇ ਖਿਆਲ 'ਚ 480 ਰੁਪਏ। ਇਹ ਆ ਗਿਆ 480 ਰੁਪਏ। ਆਪਾਂ ਕੀ ਫਾਈਂਡ ਕਰਨਾ ਹੈ? ਛੋਟੇ ਦਾ ਹਿੱਸਾ 12 ਯੂਨਿਟ। ਬੱਚੇ ਜੇ 1 ਯੂਨਿਟ 480 ਹੈ ਤਾਂ 12 ਯੂਨਿਟ ਕੀ ਹੋ ਜੂ? 12 ਗੁਣਾ 480 ਮੇਰੇ ਖਿਆਲ 'ਚ 5760 ਰੁਪਏ। ਤਾਂ 5760 ਸੈਕਿੰਡ ਆਪਸ਼ਨ ਤੁਹਾਡਾ ਆਨਸਰ ਆ ਜਾਊਗਾ। ਤਾਂ ਬੱਚੇ ਇਹ ਕੁਐਸਚਨ ਜਿਹਦੇ ਵਿੱਚ ਅਮਾਊਂਟ ਬਰਾਬਰ ਹੈ ਅਸੀਂ ਅਮਾਊਂਟ ਬਰਾਬਰ ਕੀਤੇ। ਜਦੋਂ ਪਿਛਲੇ ਕੁਐਸਚਨ ਦੇ ਵਿੱਚ ਇੰਟਰਸਟ ਬਰਾਬਰ ਸੀ ਤਾਂ ਅਸੀਂ ਇੰਟਰਸਟ ਬਰਾਬਰ ਕਰਤੇ। ਇੱਥੇ ਅਮਾਊਂਟ ਬਰਾਬਰ ਹੈ ਤਾਂ 100% ਪ੍ਰਿੰਸੀਪਲ ਦੇ ਵਿੱਚ ਇੰਟਰਸਟ ਜੋੜ ਕੇ ਅਮਾਊਂਟਸ ਨੂੰ ਬਰਾਬਰ ਕਰਾਂਗੇ, ਰੇਸ਼ੋ ਕੱਢ ਲਾਂਗੇ, ਕੁੱਲ ਦਿੱਤਾ ਹੋਇਆ ਜਿਹੜਾ ਹਿੱਸਾ ਕੱਢਣਾ ਸਾਡਾ ਆਨਸਰ ਆ ਜਾਊਗਾ। ਅਗਲਾ ਕੁਐਸਚਨ ਦੇਖੋ ਬੱਚੇ। ਅਗਲਾ ਕੁਐਸਚਨ ਬਿਲਕੁਲ ਸਿਮਿਲਰ। ਅ ਮੈਨ ਡਿਵਾਈਡਡ ₹8670 ਬਿਟਵੀਨ ਹਿਸ ਟੂ ਸਨਸ aged 10 years and 12 years in such a way that both sons get same amount when they attain the age of 18 years। ਜਦੋਂ 18 ਸਾਲ ਦੇ ਹੋ ਜਾਣਗੇ ਸੇਮ ਅਮਾਊਂਟ ਮਿਲੇ। ਫਾਈਂਡ ਦਾ ਸ਼ੇਅਰ ਰਿਸੀਵਡ ਬਾਈ ਯੰਗਰ ਸਨ। ਇਹ 'ਚ ਵੀ ਛੋਟੇ ਦਾ ਹੀ ਦੱਸਣਾ ਹਿੱਸਾ। ਦਾ ਰੇਟ ਆਫ ਇੰਟਰਸਟ ਬੀਇੰਗ 10% ਪਰ ਐਨਮ ਸਿੰਪਲ ਇੰਟਰਸਟ। ਤਾਂ ਯੰਗਰ ਜਿਹਦੀ ਉਮਰ 10 ਸਾਲ ਹੈ, ਐਲਡਰ ਜਿਹਦੀ ਉਮਰ 12 ਸਾਲ ਹੈ। ਐਗਜ਼ਾਮੀਨਰ ਕਹਿੰਦਾ ਪੈਸਾ ਇਸ ਹਿਸਾਬ ਨਾਲ ਦਿੱਤਾ ਕਿ ਜਦੋਂ ਉਹ 18 ਸਾਲ ਦੇ ਹੋ ਜਾਣ ਉਹਨਾਂ ਨੂੰ ਹਿੱਸਾ, ਉਹਨਾਂ ਨੂੰ ਸੇਮ ਅਮਾਊਂਟ ਮਿਲੇ। ਇਹਦੇ ਵਿੱਚ ਵੀ ਬੱਚੇ ਸੇਮ ਅਮਾਊਂਟ ਲਿਖਿਆ ਹੋਇਆ। ਤਾਂ ਛੋਟੇ ਨੇ 18 ਦਾ ਕਦੋਂ ਹੋਣਾ ਬੱਚੇ? ਛੋਟੇ ਨੇ 18 ਦਾ ਹੋਣਾ 8 ਸਾਲਾਂ 'ਚ। ਤਾਂ ਉਹਦੇ ਪੈਸੇ ਤੇ 8 ਸਾਲ ਦੇ ਲਈ 10% ਦੇ ਹਿਸਾਬ ਨਾਲ ਇੰਟਰਸਟ ਲੱਗੂਗਾ। ਵੱਡੇ ਨੇ 18 ਦਾ ਕਦੋਂ ਹੋਣਾ? 6 ਸਾਲਾਂ 'ਚ। ਤਾਂ ਉਹਦੇ ਤੇ 6 ਸਾਲ 10% ਦੇ ਹਿਸਾਬ ਨਾਲ ਇੰਟਰਸਟ ਲੱਗੂ। ਤਾਂ ਇੱਧਰ ਕੁੱਲ ਇੰਟਰਸਟ ਲੱਗਿਆ 80%, ਇੱਧਰ ਕੁੱਲ ਇੰਟਰਸਟ ਲੱਗਿਆ 60%। ਪਰ ਅਮਾਊਂਟ ਬਰਾਬਰ ਹੈ ਤਾਂ ਬੱਚੇ ਇਸ ਕਰਕੇ ਤੁਸੀਂ ਕੀ ਕਰਨਾ ਹੈ? 180% ਆਫ, ਮੈਂ ਇੱਧਰ ਲਿਖਦਾ ਥੋੜਾ ਜਿਹਾ, 180% ਆਫ ਯੰਗਰ ਨੂੰ y ਲਿਖਿਆ ਹੋਇਆ, ਉਹ ਕਿਹਦੇ ਬਰਾਬਰ ਹੈ? 160% ਆਫ ਐਲਡਰ ਨੂੰ e ਲਿਖਿਆ ਹੋਇਆ। ਤਾਂ ਬੱਚੇ ਰੇਸ਼ੋ ਕੱਢਣ ਦੇ ਲਈ ਕਾਮਨ ਕੈਂਸਲ, 0 ਤੇ ਪਰਸੈਂਟ, 0 ਤੇ ਪਰਸੈਂਟ ਦੋਨੇ ਪਾਸੇ ਕੈਂਸਲ। 2 ਦੇ ਟੇਬਲ 'ਚ 9 ਤੇ 8 ਆ ਗਿਆ। 9y ਇਜ਼ ਇਕੁਅਲ ਟੂ 8e। ਤਾਂ y ਤੇ e ਦੀ ਰੇਸ਼ੋ ਕੀ ਆ ਗਈ? 8:9। y ਤੇ e ਦੀ ਰੇਸ਼ੋ ਆ ਗਈ ਬੱਚੇ ਤੁਹਾਡੀ 8:9। 8 ਤੇ 9 ਦਾ ਟੋਟਲ ਰੇਸ਼ੋ 'ਚ 17 ਜੋ ਕਿ 8670 ਹੈ। ਤਾਂ 17 ਯੂਨਿਟ ਦੀ ਵੈਲਿਊ ਜੇ 8670 ਹੈ ਤਾਂ 1 ਯੂਨਿਟ ਆ ਗਿਆ ਮੇਰੇ ਖਿਆਲ 'ਚ 510। 1 ਯੂਨਿਟ ਜੇ 510 ਹੈ, ਅਸੀਂ ਛੋਟੇ ਦਾ ਹਿੱਸਾ ਦੱਸਣਾ ਹੈ ਤਾਂ ਯੰਗਰ ਹੈ 8 ਯੂਨਿਟ। ਜੇ 1 ਯੂਨਿਟ 510 ਹੈ ਤਾਂ 8 ਯੂਨਿਟ ਕੀ ਹੋ ਜੂ? 8 ਗੁਣਾ ਕਰਕੇ 4080। ਤਾਂ 4080 ਦੇਖੋ ਬੱਚੇ ਤੁਹਾਡਾ ਸੀ ਆਪਸ਼ਨ ਆਨਸਰ ਆ ਗਿਆ। ਜੇ ਵੱਡੇ ਦਾ ਹਿੱਸਾ ਕੱਢਣਾ ਹੁੰਦਾ 9 ਦਾ 510 ਗੁਣਾ ਹੋ ਜਾਂਦਾ 4590। ਆਪਾਂ ਛੋਟਾ ਕੱਢਣਾ ਸੀ ਤਾਂ 8 ਯੂਨਿਟ ਦੀ ਵੈਲਿਊ 4080 ਤੁਹਾਡਾ ਆਨਸਰ ਆ ਗਿਆ ਬੱਚੇ ਇਸ ਕੁਐਸਚਨ ਦਾ। ਤਾਂ ਇਹ ਆਪਣਾ ਇੱਕ ਕੁਐਸਚਨ ਸੀਗਾ। ਇਸ ਟਾਈਪ ਦੇ ਆਪਾਂ 3-4 ਕੁਐਸਚਨਸ ਕਰ ਲਏ, ਮਤਲਬ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਇਸ ਕਰਕੇ ਆਪਾਂ ਇਹਦੇ ਥੋੜੇ ਜਿਹੇ ਜ਼ਿਆਦਾ ਕੁਐਸਚਨ ਕਰ ਲਏ। 2 ਕੁਐਸਚਨ ਜਿੱਥੇ ਇੰਟਰਸਟ ਸੇਮ ਰਹਿੰਦਾ, 2 ਕੁਐਸਚਨ ਜਿੱਥੇ ਫਾਦਰ ਆਪਣੇ 2 ਬੇਟਿਆਂ ਦੇ ਨਾਮ ਪੈਸੇ ਜਮ੍ਹਾਂ ਕਰਾਉਂਦਾ ਕਿ ਉਹਨਾਂ ਦੇ ਅਮਾਊਂਟ ਸੇਮ ਹੋ ਜਾਣ। ਤਾਂ ਇਸ ਕਰਕੇ ਆਪਾਂ ਅਮਾਊਂਟ ਕੱਢ ਕੇ ਸੇਮ ਪੁੱਟ ਕਰਦੇ ਹਾਂ। ਅਗਲੇ ਕੁਐਸਚਨ ਤੇ ਆ ਜਾਓ ਬੱਚੇ। A sum of money amounts to ₹756 in 2 years। ਕਹਿੰਦੇ ਕੋਈ ਪੈਸਾ 2 ਸਾਲਾਂ 'ਚ 756 ਰੁਪਏ ਬਣ ਗਿਆ and 873 in 3.5 ਸਾਲ, ਤੇ 3.5 ਸਾਲਾਂ 'ਚ 873 ਰੁਪਏ ਬਣ ਗਿਆ at a certain rate of simple interest। what is the rate of interest? ਆਪਾਂ rate of interest ਕੱਢਣਾ ਹੈ ਬੱਚੇ। ਇਸ ਕੁਐਸਚਨ ਦੇ ਵਿੱਚ ਜਦੋਂ ਸਾਨੂੰ ਦਿੱਤਾ ਹੁੰਦਾ, ਮੈਂ ਇੱਕ ਨਿਸ਼ਾਨੀ ਦੱਸਦਾ ਫਿਰ ਦੱਸਦਾ ਕਿ ਸੋਲਵ ਕਿਵੇਂ ਕਰਨਾ ਹੈ। ਜਦੋਂ ਸਾਨੂੰ ਕੁਝ ਦਿੱਤਾ ਹੋਵੇ ਕਿ ਭਾਈ ਕੋਈ ਪ੍ਰਿੰਸੀਪਲ ਗਿਵਨ ਨਹੀਂ ਹੈਗਾ, ਕੋਈ ਪ੍ਰਿੰਸੀਪਲ 2 ਸਾਲਾਂ 'ਚ ਇੰਨਾ ਬਣ ਗਿਆ ਜੀ, 5 ਸਾਲਾਂ 'ਚ ਇੰਨਾ ਬਣ ਗਿਆ, ਜਾਂ 3 ਸਾਲਾਂ 'ਚ ਇੰਨਾ ਬਣ ਗਿਆ ਜੀ,
5.5 ਸਾਲਾਂ 'ਚ ਇੰਨਾ ਬਣ ਗਿਆ, मतलब किसी पीरीयड का अमाउंट किसी होर पीरीयड का अमाउंट ये दिता होवे, उदों एग्जामिनर सानू प्रिंसीपल भी कड्ढण नूं कह दिंदा कि प्रिंसीपल दसो किन्ना, उदों एग्जामिनर सानू रेट ऑफ इंटरस्ट भी कड्ढण नूं कह दिंदा कि रेट कड्ढो। इस क्वेश्चन च एग्जामिनर ने रेट कड्ढण नूं कहा, तो याद रखियो जदों भी इहो जिहे सवालां च असीं रेट ऑफ इंटरस्ट कड्ढना है तो पहला प्रिंसीपल कड्ढना ही पैना। तो इस क्वेश्चन च असीं पहला प्रिंसीपल तो कड्ढांगे ही कड्ढांगे, फिर इंटरस्ट किवें निकलू, जिन्ना भी 1 साल का इंटरस्ट होगा उन्होंने प्रिंसीपल के उत्ते ला के गुणा 100 कर देंगे, इन्नी क गल है। तो पहला प्रिंसीपल भी कड्ढना है। क्वेश्चन च गिवन है कि कोई प्रिंसीपल 2 सालों च 756 रुपए बन गया, अमाउंट आफ्टर 2 ईयरस है, मतलब इत्थे 2 साल ने, तो 3.5 सालों च 873 रुपए बन गया, आ 3.5 साल ने। प्रिंसीपल शुरू तो 2 सालों च 756, शुरू तो ही 3.5 सालों च 873, ਇਹਦਾ मतलब बच्चे एक गल क्लीयर है कि इत्थे 1.5 साल का ही समय है। पैसा 756 तो 873 हो गया, जो उत्थे 1.5 साल का इंटरस्ट जुड़ रहा है, तो 1.5 साल का इंटरस्ट कितना है वो आप बच्चे माइनस करके देख लांगे। 1.5 साल का इंटरस्ट कितना है 117 रुपए। जे 1.5 साल का इंटरस्ट 1.5 जिन्हों के तुसी 3/2 भी कह सकते हो, जे 3/2 साल का इंटरस्ट 117 रुपए है, तो बच्चे 1 साल का इंटरस्ट कितना होगा आप ये कढ़ना है, तो 3 ते कट्टिया 39, 1 साल का इंटरस्ट कढ़न लिया 2 उधर चल जू, तो 1 साल का इंटरस्ट आ गया बच्चे तुहाडा 78। तो जे साडा प्रिंसीपल निकल आवे फिर असी 78 देखना है किन्ने परसेंट बनता है। तो प्रिंसीपल कढ़न लई बच्चे साडे कोल 2 साल का अमाउंट है ना, तो असी 2 साल का इंटरस्ट माइनस करके प्रिंसीपल कढ़ लांगे। 1 साल का इंटरस्ट जे 78 है तो 2 साल का इंटरस्ट तुहाडा 156 रुपए हो गया दुगना, तो प्रिंसीपल की आ जाऊगा 756 की 2 साल का अमाउंट, ਉਹਦੇ ਵਿੱਚੋਂ 2 साल का इंटरस्ट कढ़िया तो ਤੁਹਾਡਾ प्रिंसीपल आ गया 600 रुपए। जे तो बच्चे सिर्फ प्रिंसीपल कढ़ना ਹੁੰਦਾ तो आंसर आ गया सी 600, पर एग्जामिनर कहता रेट ऑफ इंटरस्ट कढ़ो, तो 1 साल का इंटरस्ट की है 78, वो देखो प्रिंसीपल के उत्ते किन्ने परसेंट है, तो 600 के उत्ते किन्ने परसेंट है, 00 नाल 00 कैंसल, 6 के टेबल च आंसर आ गया बच्चे ਤੁਹਾਡਾ 13% पर एनम। तो इस क्वेश्चन का आंसर की है बच्चे ਤੁਹਾਡਾ 13%, सी ऑप्शन पर एनम। तो बच्चे हमेशा याद रखना जो सानू दिता होवे कि कोई पैसा प्रिंसीपल गिवन नहीं हैगा, कोई पैसा 3 साल च इन्ना अमाउंट बन गया जी, 5 साल च इन्ना अमाउंट बन गया, मतलब किसी एक पीरीयड तो इन्ना अमाउंट बन गया, किसी होर पीरीयड ते इन्ना अमाउंट बन गया, तो उदों जे तो सानू सिर्फ प्रिंसीपल कढ़न नूं कहे तो प्रिंसीपल तो असीं कढ़ लांगे कि जे सानू 2 साल का अमाउंट गिवन है, ये 2 साल का इंटरस्ट माइनस करके प्रिंसीपल ते आ जाएंगे, चाहे 3.5 साल के अमाउंट चो 3.5 साल का इंटरस्ट माइनस कर लो, पर 2 साल का कढ़ना सौखा है, इस करके 2 साल का इंटरस्ट माइनस करके प्रिंसीपल कढ़ लांगे। पर जे सानू रेट ऑफ इंटरस्ट कढ़न नूं कहे तो प्रिंसीपल कढ़ांगे, जिन्ना भी 1 साल का तुहाडा इंटरस्ट आया सी वो देखो प्रिंसीपल के उत्ते किन्ना बनदा, ये साडा रेट ऑफ इंटरस्ट आ जाऊगा। तो बच्चे ये क्वेश्चन सी अपना। अगला क्वेश्चन देखो जी, इफ द सिंपल इंटरस्ट इज एडिड टू द, बच्चे बहुत ध्यान नाल करने वाला क्वेश्चन है, पंजाब के पेपरों के विच आया हुआ क्वेश्चन है, तो बच्चे इनू वैसे ही तुसी इंपोर्टेंट मार्क कर लो, एग्जामिनेशन पॉइंट ऑफ व्यू नाल प्रीवियस ईयर क्वेश्चन पेपर चो चक्या हुआ क्वेश्चन है। इफ द सिंपल इंटरस्ट इज एडिड टू द सम आफ्टर एवरी 10 ईयरस, ध्यान नाल स्टेटमेंट समझनी है, एग्जामिनर कहता कि जे सिंपल इंटरस्ट है जिहड़ा प्रिंसीपल च ऐड कर दिता जाए हर 10 साल बाद, तो दसो इन हाउ मच टाइम अ सम ऑफ ₹1000 रुपए प्रिंसीपल इन्वेस्टेड एट 5% पर एनम सिंपल इंटरस्ट विल बिकम 2000। पहली लाइन दसदा पहला मैं इत्थे तक, एग्जामिनर कहता जे प्रिंसीपल के उत्ते जिन्ना भी इंटरस्ट बनता है ना, जे हर 10 साल बाद उहदा इंटरस्ट उहदे विच जोड़ दिए, 10 सालों का जिन्ना इंटरस्ट बन गया उन्होंने प्रिंसीपल दे विच जोड़ दिए, तो 11वें साल तो नवे प्रिंसीपल के उत्ते इंटरस्ट लग्या करे, तो इस हिसाब नाल पैसा 5% के उत्ते रखिया तो 1000 रुपए किन्ने साल 2000 बन जाएंगे। तो बच्चे प्रिंसीपल तक क्लीयर है 1000 रुपए, इंटरस्ट कितना पहला आप 10 साल का देखते हैं 5% के हिसाब नाल, तो बच्चे 10 साल का इंटरस्ट 5% के हिसाब नाल की बन जूगा 50%, 5% के हिसाब नाल 10 साल का इंटरस्ट 50% बन गया, तो की 1000 रुपए तो 2000 रुपए है जिहड़ा वो 10 साल के विच बनता है, देख लेने। तो बच्चे 1000 रुपए का 50% बन गया 500 रुपए, प्रिंसीपल
1000 रुपए ਦੇ ਉੱਤੇ 10 ਸਾਲ ਦਾ ਇੰਟਰਸਟ 50% ਜੋ ਕਿ 500 ਰੁਪਏ ਬਣ ਜਾਊਗਾ ਤਾਂ 10 ਸਾਲਾਂ ਬਾਅਦ ਤਾਂ ਉਹ 1500 ਅਮਾਊਂਟ ਹੀ ਬਣ ਰਿਹਾ मतलब 11वें साल तो प्रिंसीपल तो 1500 बन जू 10 साल तक तो प्रिंसीपल 1000 सी जिहदे ते 5% के हिसाब नाल हर साल इंटरस्ट लगी गया पर 10 साल बाद आप इंटरस्ट नूं प्रिंसीपल च जोड़ देना तो 10 साल का इंटरस्ट कटिया 50% जो कि 500 रुपए बन गया तो 10 साल बाद पैसा बन गया 1500 हुण 1500 के उत्ते इंटरस्ट लगूगा तो हुण कितना इंटरस्ट रह गया क्योंकि आप उन्होंने 2000 बनाना है तो रिमेनिंग इंटरस्ट की है बच्चे रिमेनिंग इंटरस्ट 2000 चो 1500 तो हो चुके 500 ही रह गया ना तो वह 500 रुपए इंटरस्ट देखो 1500 के उत्ते किन्ने साल च बनता इंटरस्ट इज इक्वल टू पी आर तो 5 टाइम पता नहीं बटे 100 तो बच्चे इत्थे आप यूज कर रहे हैं ध्यान नाल देखो कुछ गलत तो नहीं लिखा प्रिंसीपल 1500 लिखना सीगा इधर 500 लिखना सीगा हाँ जी ਇੱਥੇ ਆਪਾਂ ਪਹਿਲੀ ਵਾਰ ਯੂਜ਼ ਕਰ ਰਹੇ ਹਾਂ ਕਿ ਇੰਟਰਸਟ PRT ਓਵਰ 100 ਹੁੰਦਾ ਹੈ ਤਾਂ ਬੱਚੇ 10 ਸਾਲ ਦਾ ਹਿਸਾਬ ਕਿਤਾਬ ਤਾਂ ਹੋ ਚੁੱਕਿਆ 10 ਸਾਲਾਂ 'ਚ ਤਾਂ ਇੱਥੇ ਪਹੁੰਚ ਗਏ ਉਸ ਤੋਂ ਬਾਅਦ ਇੰਟਰਸਟ ਕਿਹਦੇ ਬਰਾਬਰ ਹੈ PRT ਓਵਰ 100 ਹੁਣ ਪ੍ਰਿੰਸੀਪਲ 1500 ਬਣ ਗਿਆ ਰੇਟ ਉਹੀ 5% ਦੇ ਹਿਸਾਬ ਨਾਲ ਲੱਗਣਾ ਥੱਲੇ 100 ਟਾਈਮ ਕੱਢ ਲਾਂਗੇ ਕਿ 500% ਇੰਟਰਸਟ ਕਿੰਨੇ ਸਮੇਂ 'ਚ ਆਉਂਦਾ ਤਾਂ ਬੱਚੇ 00 ਨਾਲ 00 ਆ 5 ਤੇ 100 ਕੱਟਿਆ 5 ਤੇ 500 ਕੱਟਿਆ 100 ਇੱਧਰ ਆ ਗਿਆ 3 ਇੱਧਰ ਆ ਗਿਆ 20 तो टाइम कितना लग गया 20/3 20/3 का मतलब 6/2/3 इन्ने साल लगे पर 10 साल पहला लग चुके ने 6/2/3 उत्ते लगे तो आंसर आ गया 16/2/3% तो 16/2/3% सॉरी परसेंट कह रहा 10 + 6/2/3 16/2/3 सालों के विच पैसा 1000 तो 2000 हो जू जदों 10 साल बाद इंटरस्ट है जो प्रिंसीपल च जुड़ रहा है तो 10 साल का इंटरस्ट तो 50% बनना सी 5 के हिसाब नाल तो प्रिंसीपल 1000 का 50% 500 रुपए नवा अमाउंट बन गया 1500 रुपए कुल 2000 बनाने तो बाकी 500 इंटरस्ट रह गया वो 500 इंटरस्ट 1500 के उत्ते लगना है हुण प्रिंसीपल ये बन गया तो 500 इंटरस्ट 1500 के उत्ते RT ਓਵਰ 100 T निकलिया 6/2/3 तो कुल कितना समा लग गया 10 साल पहले 6/2/3 उत्ते तो 16/2/3 ईयर्स इन्ना समा लग गया तो आंसर विल बी 16/2/3 ईयर्स अगला क्वेश्चन देखो बच्चे अगला क्वेश्चन बच्चे ਆਪਾਂ ਜਿਹੜੇ ਬੱਚਿਆਂ ਨੇ ਸਕਸੈਸ ਟਰੀ ਤੋਂ ਮਾਸਟਰ ਕੋਰਸ ਦਾ ਫੁੱਲ ਸਿਲੇਬਸ ਕੀਤਾ ਉਹਦੇ ਵਿੱਚ ਵੀ ਮੈਂ ਇਹ ਕੁਐਸਚਨ ਸਿੰਪਲ ਇੰਟਰਸਟ ਦਾ ਕਰਵਾਇਆ ਹੋਇਆਗਾ ਆਪਣੀ ਸ਼ੀਟ ਦਾ ਕੁਐਸਚਨ ਹੈ A lends 2500 ਰੁਪਏ ਟੂ B A ਕੋਈ ਪਰਸਨ ਹੈ ਉਹਨੇ B ਨੂੰ 2500 ਰੁਪਏ ਦਿੱਤੇ ਐਂਡ ਸਰਟਨ ਸਮ ਟੂ C ਤੇ ਕੁਝ ਪੈਸੇ C ਨੂੰ ਦਿੱਤੇ B ਨੂੰ ਤਾਂ 2500 ਦਿੱਤੇ ਕਲੀਅਰ ਹੈ ਕੁਝ C ਨੂੰ ਦਿੱਤੇ ਜੋ ਕਿ ਨਹੀਂ ਪਤਾ ਐਟ ਦਾ ਸੇਮ ਟਾਈਮ at 7% पर annum annual simple interest ਤੇ ਉਹ ਕਹਿੰਦੇ ਜੇ 4 ਸਾਲਾਂ ਬਾਅਦ A ਨੂੰ ਕੁੱਲ ਮਿਲਾ ਕੇ 1120 ਰੁਪਏ ਦਾ ਇੰਟਰਸਟ ਮਿਲਿਆ ਦੋਨੇ ਪਾਸਿਓਂ ਕੁੱਲ ਮਿਲਾ ਕੇ from B and C then find the sum lent to C ਤਾਂ C ਨੂੰ ਕਿੰਨੇ ਰੁਪਏ ਦਿੱਤੇ ਉਹ ਫਾਈਂਡ ਕਰਨਾ ਤਾਂ ਬੱਚੇ ਕੁਐਸਚਨ ਸਮਝ ਆ ਗਿਆ A ਨੇ ਆਪਣੇ ਘਰੋਂ ਪੈਸੇ ਚਕਾਤੇ 2500 ਤਾਂ B ਨੂੰ ਦਿੱਤੇ कुछ C ਨੂੰ ਦਿੱਤੇ ਜੋ ਕਿ ਸਾਨੂੰ ਨਹੀਂ ਪਤਾ ਫਾਈਨਲੀ ਉਹੀ ਫਾਈਂਡ ਕਰਨਾ ਹੈ ਪੈਸੇ ਦਿੱਤੇ 7% ਦੇ ਹਿਸਾਬ ਨਾਲ ਦੋਨਾਂ ਨੂੰ 7% ਦੇ ਹਿਸਾਬ ਨਾਲ ਤੇ ਦੋਨੇ ਪਾਸਿਓਂ 4 ਸਾਲ ਬਾਅਦ ਇੰਟਰਸਟ ਲਿਆ ਕੁੱਲ 1120 ਰੁਪਏ ਸਾਨੂੰ ਨਹੀਂ ਪਤਾ ਇਧਰੋਂ ਕਿੰਨਾ ਸਾਨੂੰ ਨਹੀਂ ਪਤਾ ਇਧਰੋਂ ਕਿੰਨਾ ਕੁੱਲ 1120 ਰੁਪਏ ਦਾ ਇੰਟਰਸਟ ਲਿਆ ਤਾਂ ਐਗਜ਼ਾਮੀਨਰ ਕਹਿੰਦਾ ਦੱਸੋ C ਨੂੰ ਕਿੰਨੇ ਰੁਪਏ ਦਿੱਤੇ ਤਾਂ ਬੱਚੇ ਧਿਆਨ ਨਾਲ ਦੇਖੋ A ਨੇ B ਨੂੰ ਕੀ ਦਿੱਤਾ 2500 रुपए मैं मार्कर का कलर चेंज कर रहा वाइट च लिख रहे B नूं की दिता 2500 रुपए ते C नूं की दिता मान लो प्रिंसीपल लिखता P रुपीज़ तो इन्ने रुपए दिते कादे हिसाब नाल दोनों नूं पैसे दिते 7% दे हिसाब नाल ते दोने पासे इंटरस्ट लग गया 4 साल दे लई तां बच्चे कुल इंटरस्ट कितना बन गया 7 × 4 28% टोटल इंटरस्ट कितना बन गया रेट इंटू टाइम 28% कादा 28% इधर 2500 का 28% उधर P का 28% तो बच्चे A दे कोलों तो आही पैसे घरों निकले ने कोई फर्क नहीं पैंदा कि 2500 B नूं दिते इन्ने C नूं दिते जिन्ने मर्जी B नूं जिन्ने मर्जी C नूं दिते A कोलों तो निकल गए ना पैसे ते उन्हां पैसिਆਂ ते 28% ਦੇ ਹਿਸਾਬ ਨਾਲ ਇੰਟਰਸਟ इधर भी ते इधर भी मतलब 28% इंटरस्ट कादे ते लग रहे इन्ने पैसे ते ਉਹ 28% ਦੀ ਵੈਲਿਊ ਕੀ ਹੈ 1120 ਜੇ 28% ਦੀ ਵੈਲਿਊ 1120 है तो 1% की वैल्यू बच्चे 40 होगी
1% 40 है तो प्रिंसीपल तो 100% होंगे, तो 100% कितना हो गया 4000, तो प्रिंसीपल 4000 है, वो 4000 रुपये ए को निकले जिन्हें तो इंटरस्ट लग गया, तो यदा मतलब 2500 बी नूं दिता, कुछ पैसे सी नूं दिते, वो 4000 के बराबर है, तो पी की वैल्यू जिहड़े सी नूं दिते वो किन्ने आ गए 2500, उधर माइनस हो जाएगा बच्चे, आंसर विल बी 1500। तो इस क्वेश्चन का आंसर की है फर्स्ट ऑप्शन 1500। तो ध्यान नाल देख के करने वाला क्वेश्चन है, कुछ पैसे बी नूं दिते, कुछ सी नूं दिते, बी वाले तो पता किन्ने, सी वाले पता नहीं, दोने जिहड़े पैसे दोने पासे जिहड़े दिते वो 7% के हिसाब नाल 4 साल लई दिते, तो कुल इंटरस्ट का रेट इंटू टाइम करके 28 ही बनूगा। कुल इंटरस्ट 28% की वैल्यू 1100 भी 1% 40, तो 100% 4000 आ गया। प्रिंसीपल 4000 है जो कि की है कुछ बी नूं दिते कुछ सी नूं दिते, तो वो दोने जोड़ के 4000, जी चो बी दे 2500 गिवन है, तो सी वाले आ गए माइनस करके 1500। तो बच्चे ये अपना आंसर है इस क्वेश्चन का। अगला क्वेश्चन देखो जी, अगला क्वेश्चन देखण नूं बहुत औखा लगू, बाई बन के मैं कमेंट सैक्शन दे विच जिन्ने बच्चे हुण लाइव जुड़े हुए ने उन्होंने मैं कह रहा कि जिहड़े बच्चों का तो आंसर आ गया, ये क्वेश्चन आउंदा है, वो तो कमेंट सैक्शन दे विच अपना आंसर कमेंट करो। बाकी स्टूडेंट्स अगे बेनती है कि आपदे कापी पेन छड्ड के एक बार ध्यान नाल इस क्वेश्चन नूं देखियो कि शॉर्टकट मैथड की बनता इस क्वेश्चन का। बच्चे देखो, एग्जामिनर कहता ए बोरड ले नेगे 6300 रुपए फ्रॉम बी एट 14% पर एनम, he added some extra money to C to the sum and lent it to C at 16% per annum। मैं A हाँ, मैं कुछ पैसे 6300 रुपए B तो ले 14% के हिसाब नाल, ते ओही 6300 नहीं अगे देते C नूं, वो 6300 दे विच कुछ पैसे जोड़े पल्लियों, वो C नूं दिते 16% के हिसाब नाल। एग्जामिनर कहता इफ A got a profit of ₹618, जे आ लैण देण दे विच आफ्टर 1 ईयर ए नूं 618 रुपए का प्रॉफिट हो गया, फाइंड द अमाउंट दैट इज गिवन टू सी। तो दसो मैं ए हाँ, मैं सी नूं किन्ने रुपए दिते, ये अपना क्वेश्चन है। बच्चे ध्यान नाल देखो, आ ए बैठा है, ए ने बी कोलों पैसे लए ने ते सी नूं पैसे दिते ने, किमें लए ने किमें दिते ने बच्चे बहुत क्लीयर है, 6300 रुपए लए 14% के हिसाब नाल, ते दिते की है 6300 रुपए दे विच कुछ पैसे जोड़ के सी नूं दिते 16% के हिसाब नाल, ते अखीर ते ए नूं 618 रुपए का प्रॉफिट हो गया। बच्चे ये प्रॉफिट यानी कि जिहड़ा इंटरस्ट बच गया, आज जिन्हों प्रॉफिट लिखा होया बेसिकली की है इंटरस्ट लैन देन जिहड़ा इंटरस्ट बच गया वो प्रॉफिट है ना, तो वो प्रॉफिट कित्थों बचूगा। देखो आ 6300 रुपए बी तो लए ने 14% के हिसाब नाल, जे मैं ये 6300 ही सी नूं दे दा, जोड़ा ना, मान लो मैं आप वैल्यू जोड़ी ही नहीं, मान लो आ जोड़े ही नहीं पैसे, आ जोड़ा ना 6300 ही सी नूं दे दा, तब मैं 1 साल बाद की है सी तो 16% के हिसाब नाल पैसे लेने हैं, ते उहदे विचों 14% अगे बी नूं दे देने हैं, तो मेरे कोल की बच जूगा, मेरे कोल बच जूगा 2% ऑफ 6300, मेरे कोल बच्चे आ बच जूगा ना, क्लीयर है ना, 2% बच गया 6300 का। जो फालतू पैसे ना जोड़े होंदे तो 6300 दे विचों 6300 का 16% लैके 14% मोड़ दूंगा तो 2% बच गया मेरे को, एक तो मेरे को आ प्रॉफिट आ गया, पर होर प्रॉफिट की आ गया क्योंकि मैं आ पैसे जोड़े हुए ने, आ पैसे जोड़े ने, तो जेड़ा आह पूरे का पूरा अमाउंट है आह एदा भी तो हुण सी को मैं की लैना 6300 का 16% तो लैना, पी का भी तो 16% लैना ना, तो पी का तो 16 का 16% ही मेरे को बच जू, क्योंकि पी का तो कोई हिसाब किताब अगे बी नाल करना ही नहीं मैं, तो जेडे पी रुपीज़ ने उहदा तो पूरे का पूरा 16% ही बच गया ना, तो होर मेरे को की बच जूगा बच्चे 16% ऑफ पी, वो किहदे बराबर है, मैनू 618 रुपए का जिहड़ा प्रॉफिट हो गया, तो मैनू कुल प्रॉफिट मैं जिहड़ी गल कही सी कि कापी पेन छड्ड के सुन लियो, वो गल की आ कि मैं ए हाँ, मैं जो आपकी गल कर रहा तो मैं ए बन के कर रहा, मैं 6300 रुपए जिहड़ा नाल पी रुपीज़ जोड़िया उन्होंने छड्डो, 6300 रुपए सी नूं 16% के हिसाब नाल दिते तो 16% लैना, जिहदे विचों 14% मोड़ देना तो 2% बच गया, एक तो आ प्रॉफिट है 6300 का 2%, होर की है जिहड़े पी रुपीज़ जोड़ के दिते उहदे विच भी तो मैं 16% चार्ज करूँगा ना, उहदे विचों मैं बी नूं कुछ नहीं मोड़ना, तो वो सारे का सारा 16% बच जूगा मेरे को, ये कुल प्रॉफिट 618 आ शॉर्टकट है, ये 2% ऑफ 6300 की 126 रुपए, यदी वैल्यू आ गई 126 रुपए, यह सानू पता नहीं गा 16% ऑफ पी की बनूगा, ये किहदे बराबर है 618, तो जे आप 126 इधरों कट्टीए, मैं
मार्कर का कलर चेंज करके कट देना। आ 126 कट्टीए तो उधरों 126 माइनस कर सकते हैं, उधरों 126 माइनस किए तो 492 रह गए, तो 16% ऑफ पी की है 492, तो पी की दे बराबर आ जाऊगा 492, जोड़ा 16% च थले 100 होगा परसेंटेज का, वो उपर चल जू, तो 16 भाई साहब आप थले आ जाएंगे। तो बच्चे कैलकुलेशन करके देख लो किहदे टेबल च जाता, 4 के टेबल च जाता, मेरे ख्याल 8 के टेबल च जाता नहीं, 500 हो गया 123, 123 ये हो गया 4, ये 4 ते 100 कट्टिया 25, 123 गुणा 25 हो गया 2526, अपना 2500 3000 3075 बच्चे, ये हो गया 3075, 3075 की आया पी दी वैल्यू। एग्जामिनर ने की पूछे सी नू किन्ने दिते, तो सी नू दिते 6300 प्लस पी, तो 6300 दे विच 3075 जोड़ांगे तो सी नू दिते 9375 रुपए। तो बच्चे इस क्वेश्चन का आंसर तुहाडा की आजू 9375, सी ऑप्शन बच्चे तुहाडा आंसर आ गया 9375 इस क्वेश्चन का आंसर। तो ये क्लीयर है जी सारिਆਂ ਨੂੰ। ਇਹ क्वेश्चन हो सकता है कुछ बच्चों को, खैर मैं थोड़ा जिहा डिटेल इत्थे समझाउण की कोशिश की है, हो सकता है कुछ बच्चों को छेती पहली बार च ना समझाया हो, तो आपदा तुसीं रिपीट सैशन देख सकते हो। ये क्वेश्चन इंपोर्टेंट आ। अगले क्वेश्चन ते आ जाओ बच्चे। अगला क्वेश्चन भी मैं अपना जिहड़ा इत्थे पेड बैच सीगा सक्सैस ट्री ते आपां मास्टर कोर्स का बैच चलाया सीगा फुल सिलेबस, उहदे विच करवाया हुआ क्वेश्चन है। तो जिहड़े बच्चों ने PYQs चंगी तरह कीते हुए ने, आपां भी PYQ दे सैशन चलाए सी, उहदे विच भी ये क्वेश्चन करवाया सी, पंजाब दे पेपरां च पुराने पेपर आया हुआ क्वेश्चन है। क्वेश्चन की आ, रमेश बोरोड अ सम ऑफ ₹7,000 फ्रॉम अ बैंक। अगला क्वेश्चन देखो, अगला क्वेश्चन भी PYQ हुआ ते मिलता जुलता क्वेश्चन है। रमेश बोरोड अ सम ऑफ ₹7,000 फ्रॉम अ बैंक ऑन सिंपल इंटरेस्ट फॉर ए पीरियड ऑफ 5 ईयर्स। रमेश ने बैंक तो 7,000 रुपये उधारे ले 5 साल के लिए। होया कि ही रिटर्नड 3,000 टू द बैंक एट द एंड ऑफ 3 ईयर्स। भाई पैसे तो 7,000 ਜਿਹੜੇ ਲਏ ਸੀ 5 साल ਲਈ ਲਏ ਸੀ, पर 3 साल बाद ਉਹਨੇ 7 ਚੋਂ 3,000 रुपये बैंक ਨੂੰ ਮੋੜਤੇ। मतलब 3 साल तक कोई फेर बदल नहीं हैगा, 3 साल तक बड़े आराम नाल इंटरस्ट लग गया 7,000 के उत्ते, पर 3 साल बाद उन्हें 3,000 मोड़ते, तो हुण किन्ने रह गए, सिर्फ 4,000 रह गए। उस तो बाद सॉरी उस तो बाद पहला तो 3,000 रुपये मोड़े, फिर 5450 रुपये होर मोड़ते एट द एंड ऑफ 5 ईयर्स। पैसे 5 साल ले सी, 5 साल बाद 5450 रुपये भी मोड़ते एंड क्लोज द अकाउंट, अपना हिसाब किताब बैंक के नाल नबेड़ लिया। एग्जामिनर कहता फाइंड द रेट ऑफ इंटरस्ट पर एनम, आप रेट फाइंड करना है। तो बच्चे इस क्वेश्चन के समझने वाली गल इन्नी का, बैंक तो 7,000 रुपये लए सी 5 साल के लिए, बनता तो यह सीगा कि 7,000 के उत्ते 5 साल के लिए इंटरस्ट लग जाता, पर होया कि 7,000 के उत्ते तो लगे सिर्फ 3 साल के लिए इंटरस्ट। 3 साल बाद उन्हें 3,000 बैंक को वापस करते, तो हुण सिर्फ 4,000 रह गए। अगले 2 साल लिए लग्या 4,000 के उत्ते इंटरस्ट, तो उन्हें फिर 5450 रुपये बैंक को उक्के बुक्के नबेड़ के आपदा हिसाब किताब खत्म कर लिया, रेट ऑफ इंटरस्ट दसना। तो बच्चे आ देखो, आ शुरू च जदों बैंक तो पैसे लए, आ 3 साल बाद, आ 5 साल बाद, तो बच्चे आ की है पीरियड 0 जदों बैंक तो पैसे लए, आ 3 साल, आ 5 साल, इत्थे कहानी सारी समझ लग जूगी। तो शुरू च बैंक तो पैसे लए किन्ने 7,000, तो प्रिंसीपल किन्ने 7,000, किन्ने समय के लिए 3 सालों के लिए। फिर इत्थे बैंक नूं उन्हें 3,000 रुपये मोड़ते, तो बैंक तो पैसे जिहड़े हैगे हुण वो 4,000 रह गए, किन्ने सालों के लिए 2 साल के लिए, क्योंकि 3 साल तो अगे 5 साल सिर्फ 2 साल का समय। तो बच्चे हुण पैसे के उत्ते जिहड़ा इंटरस्ट लगना है, जिहड़ा उन्हें इंटरस्ट बैंक को देना है, वो किन्ने ते लगना है 7,000 के उत्ते 3 साल लिए इंटरस्ट लगना है, 4,000 के उत्ते 2 साल के लिए इंटरस्ट लगना है। तो बच्चे 7,000 रुपये के उत्ते इंटरस्ट लगना हमेशा R% के हिसाब नाल ही है, आपां इहनूं R मान लेने। 7,000 रुपये के उत्ते 3 साल लिए इंटरस्ट लाउणा, तो किवें लावांगे, पहले साल भी 7,000 के उत्ते, दूजे साल भी 7,000 के उत्ते, तीजे साल भी 7,000 के उत्ते। तो यार 7,000 के उत्ते 3 साल इंटरस्ट लाउण दी थां ते आपां सीधा गुणा करके 21,000 के उत्ते इक्को वारी ला सकते हैं R%। इत्थे 4,000 रुपये के उत्ते 2 साल इंटरस्ट लाउणा है, तो पहले साल भी 4,000 के उत्ते, दूजे साल भी 4,000 के उत्ते, तो वह भी तो 8,000 के उत्ते बन गया। तो सीधा गुणा कर दो 8,000 के उत्ते इक्को वारी R%, तो कुल इंटरस्ट कितना लग गया R% ऑफ 21,000, R% ऑफ
8000 ਤਾਂ ਇੰਟਰਸਟ ਲੱਗਿਆ R% ਆਫ ਕੁੱਲ 29000 21 ਤੇ 8 29000 ਉਹ ਕਿਹਦੇ ਬਰਾਬਰ ਹੈ ਉਹ ਬਰਾਬਰ ਹੈ ਬੈਂਕ ਤੋਂ ਲਏ 7000 ਮੋੜੇ ਕਿੰਨੇ ਇੱਕ ਵਾਰੀ 3000 ਮੋੜੇ ਇੱਕ ਵਾਰੀ 5450 ਮੋੜੇ ਤਾਂ ਬੈਂਕ ਨੂੰ ਉਹਨੇ ਮੋੜੇ 3000 ਇੱਕ ਵਾਰੀ 5450 ਇੱਕ ਵਾਰੀ ਤਾਂ 8450 ਮੋੜੇ ਆ ਉਹਨੇ ਬੈਂਕ ਨੂੰ ਮੋੜੇ ਤਾਂ ਕਿੰਨਾ ਇੰਟਰਸਟ ਪੇ ਕੀਤਾ ਉਹਨੇ 8450 ਦੇ ਵਿੱਚੋਂ 7000 ਤਾਂ ਪ੍ਰਿੰਸੀਪਲ ਹੀ ਸੀ ਇਹਦਾ ਮਤਲਬ 1450 ਰੁਪਏ ਦਾ ਉਹਨੇ ਇੰਟਰਸਟ ਪੇ ਕੀਤਾ ਤਾਂ ਬੱਚੇ ਉਹ ਇੰਟਰਸਟ ਮੈਂ ਕਿਵੇਂ ਕੱਢਿਆ ਕਿ ਬੈਂਕ ਤੋਂ ਲਏ ਤਾਂ 7000 ਸੀ ਪਰ ਮੋੜੇ ਕਿੰਨੇ ਇੱਕ ਵਾਰੀ 3000 ਇੱਕ ਵਾਰੀ 5450 ਤਾਂ ਕੁੱਲ 8450 ਅਮਾਊਂਟ ਬਣ ਗਿਆ ਨਾ ਇੰਨੇ ਮੋੜੇ ਬੈਂਕ ਨੂੰ ਤਾਂ ਕਿੰਨਾ ਇੰਟਰਸਟ ਹੈ ਪ੍ਰਿੰਸੀਪਲ ਕੱਢ ਕੇ 1450 ਤਾਂ ਉਹ 1450 ਇਹਦੇ ਬਰਾਬਰ ਰੱਖ ਦਿਓ ਕਿਉਂਕਿ ਕਿੰਨਾ ਇੰਟਰਸਟ ਪੇ ਕੀਤਾ ਉਹਨੇ 7000 ਦੇ ਉੱਤੇ 3 ਸਾਲ ਦਾ 4000 ਦੇ ਉੱਤੇ 2 ਸਾਲ ਦਾ ਤਾਂ ਕੁੱਲ 29000 ਦੇ ਉੱਤੇ R% ਉਹ 1450 ਦੇ ਬਰਾਬਰ ਹੈ ਤਾਂ ਬੱਚੇ ਜਿਹੜਾ ਪਰਸੈਂਟੇਜ ਆ ਉਹਦੇ ਨਾਲ 00 ਕੈਂਸਲ ਹੋ ਗਈ ਪਰਸੈਂਟੇਜ ਦੀ 100 ਥੱਲੇ ਜਾਂਦਾ 00 ਥੱਲੇ ਜਾਂਦੀ ਤਾਂ 00 ਕੈਂਸਲ ਤਾਂ R ਦੀ ਵੈਲਿਊ ਕਿੰਨੀ ਆ ਗਈ 1450 ਬਟੇ 290 0 ਨਾਲ 0 ਕੈਂਸਲ 29 ਗੁਣਾ 5 ਤਾਂ ਆਨਸਰ ਵਿਲ ਬੀ 5% ਪਰ ਐਨਮ ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਕੀ ਆਜੂ 5% ਪਰ ਐਨਮ ਪੰਜਾਬ ਦੇ ਪੁਰਾਣੇ ਪੇਪਰ ਦਾ ਕੁਐਸਚਨ ਤਾਂ ਇਹਨੂੰ ਵੀ ਤੁਸੀਂ ਇੰਪੋਰਟੈਂਟ ਮਾਰਕ ਕਰ ਸਕਦੇ ਹੋਗੇ ਇਹ ਕੁਐਸਚਨ ਵੀ ਤੇ ਇਹਦੇ ਨਾਲ ਦਾ ਬਿਲਕੁਲ ਸੇਮ ਕੁਐਸਚਨ ਬਸ ਫਿਗਰਸ ਚੇਂਜ ਨੇ ਅਗਲਾ ਕੁਐਸਚਨ ਉਹ ਵੀ ਪੰਜਾਬ ਦੇ ਪੁਰਾਣੇ ਪੇਪਰ ਦਾ ਕੁਐਸਚਨ ਹੈ ਤਾਂ ਬੱਚੇ ਕੁਐਸਚਨ ਦੇਖੋ ਰਾਧਾ borrowed ₹3500 from bank and returned 1500 after 3 years after 5 years from starting she returned 2725 and settle her account what was the rate of interest ਤਾਂ ਰਾਧਾ ਨੇ ਪੈਸੇ ਲਏ ਬੈਂਕ ਤੋਂ 3500 ਤੇ 3 ਸਾਲਾਂ ਬਾਅਦ 1500 ਮੋੜ ਤੇ ਤਾਂ ਆ ਮੈਂ ਲਿਖਤਾ 3 ਸਾਲ ਦਾ ਪੀਰੀਅਡ ਆ ਤਾਂ 0 ਪੀਰੀਅਡ ਹੈ ਜਦੋਂ ਬੈਂਕ ਤੋਂ ਪੈਸੇ ਲਏ ਤੇ ਫਿਰ 2725 ਬੈਂਕ ਨੂੰ ਮੋੜੇ 5 ਸਾਲ ਬਾਅਦ ਤਾਂ ਇੱਥੇ ਲਿਖਤਾ ਮੈਂ 5 ਸਾਲ ਦਾ ਸਮਾਂ ਤਾਂ ਬੱਚੇ ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਬੈਂਕ ਤੋਂ ਲਏ ਕਿੰਨੇ ਆ 3500 ਬੈਂਕ ਨੂੰ ਮੋੜੇ ਕਿੰਨੇ ਆ ਇੱਕ ਵਾਰੀ 1500 ਇੱਕ ਵਾਰੀ 2725 ਤਾਂ ਕੁੱਲ 4225 ਮੋੜੇ ਆ ਬੈਂਕ ਨੂੰ ਮੋੜੇ 4225 ਜਿਹਦੇ ਵਿੱਚੋਂ ਪ੍ਰਿੰਸੀਪਲ ਕਿੰਨਾ ਸੀ 3500 ਤਾਂ ਬੱਚੇ ਇੰਟਰਸਟ ਕਿੰਨਾ ਬਣ ਗਿਆ 725 ਤਾਂ ਆ ਕਲੀਅਰ ਹੈ ਜਿਹੜਾ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਸਾਈਡ ਤੇ ਕੈਲਕੂਲੇਟ ਕੀਤਾ ਸੀ ਉਹ ਆਪਾਂ ਇੱਥੇ ਉੱਪਰ ਕੈਲਕੂਲੇਟ ਕਰ ਲਿਆ ਕਿ ਬੈਂਕ ਤੋਂ ਲਏ ਤਾਂ 3500 ਪਰ ਮੋੜੇ ਕਿੰਨੇ ਇੱਕ ਵਾਰੀ 1500 ਇੱਕ ਵਾਰੀ 2725 ਕੁੱਲ 4225 ਤਾਂ 4225 ਮੋੜੇ ਜਿਹਦੇ ਵਿੱਚੋਂ 3500 ਤਾਂ ਪ੍ਰਿੰਸੀਪਲ ਹੀ ਹੈ ਤਾਂ 725 ਇੰਟਰਸਟ ਮੋੜਿਆ ਉਹ 725 ਇੰਟਰਸਟ ਲੱਗਿਆ ਕਾਹਦੇ ਤੇ ਆ ਬੱਚੇ ਧਿਆਨ ਨਾਲ ਦੇਖੋ ਪਹਿਲਾਂ ਤਾਂ ਲਏ ਸੀ 3500 ਤਾਂ 3500 ਦੇ ਉੱਤੇ ਇੰਟਰਸਟ ਲੱਗਣਾ ਸੀ ਪਰ ਸਿਰਫ 3 ਸਾਲ ਲਈ ਲੱਗਿਆ ਫਿਰ 35 ਚੋਂ ਜਦੋਂ 1500 ਮੋੜ ਤੇ ਤਾਂ 2000 ਰੁਪਏ ਰਹਿ ਗਏ 2000 ਦੇ ਉੱਤੇ ਲੱਗਿਆ 3 ਤੋਂ 5 2 ਸਾਲ ਦੇ ਲਈ ਤਾਂ ਇੰਟਰਸਟ ਕਿੰਨਾ ਲੱਗਿਆ 3500 ਦੇ ਉੱਤੇ 3 ਸਾਲ ਲਈ ਇੰਟਰਸਟ ਲੱਗੂ 10500 ਦੇ ਉੱਤੇ ਲਾ ਦਾਂਗੇ 2000 ਦੇ ਉੱਤੇ 2 ਸਾਲ ਲਈ ਇੰਟਰਸਟ ਲੱਗੂ ਤਾਂ 4000 ਦੇ ਉੱਤੇ ਇਹ ਲਾ ਦਾਂਗੇ ਤਾਂ ਕੁੱਲ ਇੰਟਰਸਟ ਲੱਗਿਆ R% ਕਾਹਦੇ ਤੇ 14500 ਦੇ ਉੱਤੇ ਤਾਂ 14500 ਦਾ R% ਕਿਹਦੇ ਬਰਾਬਰ ਹੈ 725 ਦੇ ਬਰਾਬਰ ਹੈ ਤਾਂ ਬੱਚੇ ਪਰਸੈਂਟੇਜ ਦੇ ਨਾਲ 00 ਜਿਹੜੀ ਥੱਲੇ ਜਾਣੀ ਆ ਉਹ ਇੱਥੇ 00 ਕੱਟੀ ਗਈ ਤਾਂ R ਦੀ ਵੈਲਿਊ ਕਿੰਨੀ ਆ ਗਈ 725 ਬਟੇ 145 ਤਾਂ 140 ਦਾ 5 ਗੁਣਾ 700 5 ਦਾ 5 ਗੁਣਾ 25 ਪੂਰਾ ਹੀ 5 ਗੁਣਾ ਤਾਂ ਆਨਸਰ ਵਿਲ ਬੀ 5% ਪਰ ਐਨਮ ਤਾਂ ਇਸ ਕੁਐਸਚਨ ਦਾ ਆਨਸਰ ਕੀ ਆ ਗਿਆ ਤੁਹਾਡਾ ਕੈਲਕੂਲੇਸ਼ਨ ਆਰਾਮ ਨਾਲ ਹੋ ਜੂ 5% ਪਰ ਐਨਮ ਤਾਂ ਕਲੀਅਰ ਹੈ ਬੱਚੇ ਸਾਰਿਆਂ ਨੂੰ ਆਪਾਂ ਸਿੰਪਲ ਇੰਟਰਸਟ ਦੇ ਕੁਐਸਚਨ ਮਤਲਬ ਬੇਸਿਕਲੀ ਪੂਰੇ ਦਾ ਪੂਰਾ ਚੈਪਟਰ ਜਿਹੜਾ ਆਪਾਂ ਪੇਡ ਬੈਚ ਦੇ ਵਿੱਚ ਕੀਤਾ ਸੀ ਉਹਦੇ ਵਿੱਚ ਜਿਹੜੇ ਟਾਈਪਸ ਆਪਾਂ ਕਵਰ ਕਰਦੇ ਗਏ ਸਿੰਪਲ ਟਾਈਪਸ ਛੱਡ ਕੇ ਕਿ ਭਾਈ ਆ ਪ੍ਰਿੰਸੀਪਲ ਆ ਰੇਟ ਆ ਟਾਈਮ ਇੰਟਰਸਟ ਕੱਢੋ ਕੁਝ ਸਿੰਪਲ ਟਾਈਪਸ ਛੱਡ ਕੇ ਆਪਾਂ ਕੰਪਲਿਕੇਟਿਡ ਟਾਈਪਸ ਸੀ ਜਿਹੜੇ ਥੋੜੇ ਜਿਹੇ ਟਿਪੀਕਲ ਟਾਈਪਸ ਸੀ ਜਾਂ ਜਿਹੜੇ ਥੋੜੇ ਜਿਹੇ ਇੱਕ ਕੁਐਸਚਨ 'ਚ 2-3 ਤਰ੍ਹਾਂ ਦੇ ਕਨਸੈਪਟਸ ਯੂਜ਼ ਹੋਣੇ ਸੀ ਉਹ ਸਾਰੇ ਦੇ ਸਾਰੇ ਆਪਾਂ ਉਸੇ ਆਰਡਰ ਦੇ ਵਿੱਚ ਪ੍ਰੈਕਟਿਸ ਕਰਦੇ ਜਾਂਦੇ ਆ ਜਿਵੇਂ ਆ ਪਿਛਲਾ ਕੁਐਸਚਨ ਜਿਹੜਾ ਰਮੇਸ਼ ਵਾਲਾ ਕੀਤਾ ਹੈ ਇਹ ਪ੍ਰੀਵੀਅਸ ਈਅਰ ਕੁਐਸਚਨ ਦਾ ਪੇਪਰ ਹੈ ਇਹ ਆਪਾਂ ਆਪਣੀ ਪੇਡ ਬੈਚ ਦੀ ਕਲਾਸ 'ਚ ਵੀ ਕਰਦੇ ਆ ਇਹ ਕੁਐਸਚਨ ਅੱਜ ਪਹਿਲੀ ਵਾਰ ਕੀਤਾ ਅਗਲਾ ਕੁਐਸਚਨ ਦੇਖੋ ਬੱਚੇ ਧਿਆਨ ਨਾਲ ਇਹਦੇ ਵਿੱਚ ਇਹ ਕੁਐਸਚਨ ਇਸ ਕੁਐਸਚਨ ਦੀ ਗੱਲ ਕਰਦਾ ਇੱਕ ਇਸ ਤੋਂ ਬਾਅਦ ਇਹਦੇ ਨਾਲ ਦੇ 3 ਕੁਐਸਚਨ ਲੈ ਕੇ ਆਇਆ ਇੱਕ ਇਹ 2 ਅਗਲੇ ਉਹਨਾਂ ਦੋਨਾਂ 'ਚ ਇੱਕ ਹੋਰ ਕੁਐਸਚਨ ਇਹ ਦੋਨੇ ਪੰਜਾਬ ਦੇ ਪੁਰਾਣੇ ਪੇਪਰਾਂ ਦੇ ਕੁਐਸਚਨ ਨੇ ਇੱਕ ਤਾਂ ਇਹ ਕੁਐਸਚਨ ਇੱਕ ਜਿਹੜੇ ਅਗਲੇ 2 ਕੁਐਸਚਨ ਹੋਣਗੇ ਉਹਨਾਂ ਦੇ ਵਿੱਚੋਂ ਇੱਕ ਕੁਐਸਚਨ ਦਿਖਾਊਂਗਾ ਬੱਚੇ ਕੁਐਸਚਨ ਬਹੁਤ ਸਿੰਪਲ ਆ ਸਮਝਣਾ ਬਸ ਐਗਜ਼ਾਮੀਨਰ ਕਹਿੰਦਾ ਤਾਂ ਸਿੰਪਲ ਇੰਟਰਸਟ ਉਹਨੇ ਸਮ ਆਫ ਮਨੀ ਵਿਲ ਬੀ 600 ਆਫਟਰ 10 ਇਅਰਸ ਕਿਸੇ ਪੈਸੇ ਦੇ ਉੱਤੇ 10 ਸਾਲ ਦਾ ਇੰਟਰਸਟ ਕੀ ਹੈ 600 ਰੁਪਏ ਪਰ ਉਹ ਕਹਿੰਦੇ ਇਫ ਦਾ ਪ੍ਰਿੰਸੀਪਲ ਜਿਹੜਾ ਵੀ ਓਰੀਜਨਲ ਪ੍ਰਿੰਸੀਪਲ ਹੋਊਗਾ ਉਹਦੇ ਤੇ ਹੈ ਇੰਟਰਸਟ 10 ਸਾਲ ਦਾ 600 ਪਰ ਐਗਜ਼ਾਮੀਨਰ ਕਹਿੰਦਾ ਜੇ ਕਿਤੇ ਪ੍ਰਿੰਸੀਪਲ ਇਜ਼ ਟ੍ਰੈਬਲਡ ਮਤਲਬ 3 ਗੁਣਾ ਟ੍ਰਿਪਲਡ ਪੜ੍ਹਦੇ ਆ ਸ਼ਬਦ ਟ੍ਰਿਪਲ ਓਵੇਂ ਟ੍ਰੈਬਲਡ ਜੇ ਕਿਤੇ ਪ੍ਰਿੰਸੀਪਲ ਨੂੰ ਅਸੀਂ
आफ्टर 5 ईयर्स 5 साल बाद 3 गुणा कर देंगे। हुण तां बच्चे अपना ओरिजिनल प्रिंसीपल रहेगा थ्रू आउट तुर तक अपना प्रिंसीपल ओरिजिनल रहा तो 10 साल का इंटरस्ट 600 रुपये बनया। पर एग्जामिनर कहता कि जे किते 5 साल बाद 5 साल तक तो कोई छेड़खानी नहीं, 5 साल बाद प्रिंसीपल नूं 3 गुणा कर देंगे, then what will be the total interest at the end of 10th year? फिर 10 साल बाद कितना इंटरस्ट बनता। तो बच्चे हुण जिहड़ा 10 साल का इंटरस्ट सानूं कितना दिता होया 600 रुपये। ये तो ओरिजिनल है, ये आप छेड़खानी की करनी है कि 5 साल तक कोई छेड़खानी नहीं, 5 साल बाद प्रिंसीपल ट्रिपल। तो 10 साल नूं आप 5-5 साल च तोड़ांगे तो अद्धा समा, जेड़ा 10 साल का प्रिंसीपल 600 इंटरस्ट 600 है वो 5 साल का 300 तो अगले 5 साल का 300 होगा क्योंकि प्रिंसीपल हर साल बराबर होंदा है, सॉरी सिंपल इंटरस्ट हर साल बराबर होंदा है। सो जे 10 साल का 600 है हर साल 60 रुपये होगा, ਜਾਂ 5-5 साल का 300 होगा। तो एग्जामिनर कहता भी इत्थे तां कोई छेड़खानी नहीं, पहले 5 सालों के विच तां इंटरस्ट की है 300 ही रहूगा, पर इत्थे की है प्रिंसीपल 3 गुणा करता, प्रिंसीपल P तो 3P करता, तो यदा मतलब बच्चे इंटरस्ट भी तुहाडा 3 गुणा हो जाऊगा। इंटरस्ट 3 गुणा हो जू तो वह की बन जूगा 900 रुपये। तो बच्चे तुहाडा इंटरस्ट इत्थे की बन जूगा 900 रुपये, 300 की थां ते क्योंकि प्रिंसीपल ट्रिपल हो गया तो इंटरस्ट भी ट्रिपल हो जाऊगा, तो इंटरस्ट बन गया 900। तो 10 साल का कुल इंटरस्ट की है 300 इत्थे 900 इत्थे, तो कुल इंटरस्ट विल बी 1200। तो इस क्वेश्चन का आंसर बच्चे तुहाडा की आ जाऊगा 1200। किसी बच्चे ने सीधा 600 का 3 गुणा नहीं कर देना कि 1800 आंसर मार्क कर दो, 1200 आऊगा क्योंकि 600 चो पहले 300 5 साल पहले 5 साल का 300 सेम रहूगा, अगले 5 साल का जो 300 है वो प्रिंसीपल 3 गुणा होने करके इंटरस्ट उत्थे 3 गुणा होगा, तो 300 का 900 आ 300 ही रहना है कुल, फिर 10 साल का इंटरस्ट 1200 रुपये बन जाऊगा। बच्चे ये क्वेश्चन सीगा सिंपल। अगला क्वेश्चन, a sum of ₹6,000 becomes 7,200 in 4 years। एग्जामिनर कहता 6,000 रुपये प्रिंसीपल किया, 6,000 रुपये प्रिंसीपल किया, 4 साल बाद 7,200 रुपये अमाउंट बन गया। तो ये 4 शब्द पढ़ के सारे बच्चे के दिमाग च इन्ना आ जाऊगा कि 4 साल का इंटरस्ट 1200 रुपये जुड़िया एट सर्टन रेट ऑफ इंटरस्ट, पता नहीं कितना इंटरस्ट है। वो कहते इफ द रेट बिकम्स डेढ़ टाइम्स, जे किते रेट ऑफ इंटरस्ट जिन्ना भी एक्चुअल दे विच होऊगा, जे किते रेट ओदा 1.5 गुना हुंदा, then the amount of the at the same principal in 5 years will be। तो फिर 5 साल बाद अमाउंट की बन जाता ये दसना है। बच्चे उपर सानू अमाउंट दिता होया 4 साल का, इत्थे पुछे 5 साल का, तो पहले इत्थे 5 साल का कड्डो। तो बच्चे 4 साल का इंटरस्ट कितना है, 4 साल का इंटरस्ट कितना है 7200 दे विचों 6,000 प्रिंसीपल माइनस कर दो, तो 4 साल का इंटरस्ट 1200। जे 4 साल का इंटरस्ट 1200 है तो बच्चे 5 साल का इंटरस्ट की हो जाऊगा। ध्यान नाल देखो, जे कैलकुलेशन ऐ करनी है, 1 साल का इंटरस्ट 300 रुपये हो गया, 1 साल का इंटरस्ट 300 है तो 5 साल का इंटरस्ट 1500 हो गया। इत्थे तक तो क्लीयर है कि ओरिजिनल केस दे विच जदों प्रिंसीपल 6,000 तो 7200 बन गया 4 साल तो 4 साल का इंटरस्ट आ गया 1200, 1 साल का 300 तो 5 साल का इंटरस्ट 1500। 5 साल का क्यों कढ़िया, क्योंकि एक्चुअल दे विच आपां 5 साल का कढ़ना है, पर 5 साल का अमाउंट जिहड़ा कढ़ना वो कदों कढ़ना है, जे रेट 1.5 गुना हो जाए। तो बच्चे जे रेट 1.5 गुना हो गया, 1.5 नूं मैं 3/2 लिख दिना, तो तुहाडा इंटरस्ट भी तो 1.5 गुना हो जाऊगा। मैं इधरले पासे लिख दिना इस चीज़ नूं, फिर वो बराबर सॉल्व कर लांगे। बच्चे जे रेट तुहाडा 1.5 गुना हो जाए, 1.5 उपर 3 अपना 1.5 लिखा था, इत्थे मैं 3/2 लिख दिना, तो तुहाडा इंटरस्ट भी तो 1.5 गुना ही हो जाऊगा। तो 5 साल का जिहड़ा इंटरस्ट तुहाडा 1500 आया है, वो फिर न्यू इंटरस्ट की बन जूगा 1500 का 1.5 गुना, 1500 का 3/2, तो ये आ गया 750 गुना 3 2250। 2250 बच्चे तुहाडा इंटरस्ट है, पर एग्जामिनर ने अमाउंट पूछा, तो अमाउंट की हो जाऊगा प्रिंसीपल दे विच जोड़ दो, प्रिंसीपल तो 6000 ही रहना, उहदे विच 2250 जोड़ दो। देखो किनवा ऑप्शन 8250 है, 8250 रुपये तुहाडा सैकेंड ऑप्शन आंसर आ जाऊगा। नवा अमाउंट, नवा अमाउंट किमें निकलूगा, प्रिंसीपल च इंटरस्ट जोड़ के ही अमाउंट बनता ना। तो 5 साल का अमाउंट की है, पहला 4 साल का अमाउंट दिता सी, तो 4 साल का इंटरस्ट, उतों 5 साल का इंटरस्ट, ये तो आ गया सी बच्चे साडा ओरिजिनल इंटरस्ट। पर नवा इंटरस्ट की है, कहते जे रेट 1.5 गुना हो जाए तो इंटरस्ट भी 1.5 गुना हो जाऊगा। इंटरस्ट हो गया 1500 तो 1.5 गुना 2250, तो अमाउंट विल बी प्रिंसीपल च जोड़ के
8250। ਤਾਂ ਬੱਚੇ ਆਪਣਾ ਕੀ ਆ ਗਿਆ ਸੈਕਿੰਡ ਆਪਸ਼ਨ 8250। ਤਾਂ ਅਗਲਾ ਕੁਐਸਚਨ ਦੇਖੋ ਜੀ, ਅਗਲਾ ਕੁਐਸਚਨ ਕੀ ਹੈ ਬੱਚੇ, ਇਹ SSC ਦੇ ਪੇਪਰ ਦੇ ਵਿੱਚ ਪੁੱਛਿਆ ਗਿਆ ਕੁਐਸਚਨ ਹੈ। ਇਹ ਜਿਹੜਾ ਕੁਐਸਚਨ ਹੈ, the interest on a certain amount of money is 1500 ਰੁਪਏ in 12 years। ਕਹਿੰਦੇ ਕਿਸੇ ਪੈਸੇ ਦੇ ਉੱਤੇ 12 ਸਾਲਾਂ ਦਾ ਇੰਟਰਸਟ ਗਿਵਨ ਹੈ ਬੱਚੇ, 12 ਸਾਲਾਂ ਦਾ ਇੰਟਰਸਟ 1500 ਰੁਪਏ। ਉਹ ਕਹਿੰਦੇ what will be the simple interest ਜੀ, ਫੇਰ ਸਿੰਪਲ ਇੰਟਰਸਟ ਜਿਹੜਾ ਪਹਿਲਾਂ 12 ਸਾਲਾਂ ਦਾ ਇੰਟਰਸਟ 1500 ਹੈ, ਉਹ ਇੰਟਰਸਟ ਕੀ ਬਣ ਜੂਗਾ if principal is increased by 10% and 25% from the initial after every 4 years। ਜਿਹੜਾ ਸਾਨੂੰ ਬੱਚੇ ਸ਼ੁਰੂ ਦੇ ਵਿੱਚ 12 ਸਾਲ ਦਾ ਇੰਟਰਸਟ ਦਿੱਤਾ ਹੋਇਆ 1500 ਰੁਪਏ, ਐਗਜ਼ਾਮੀਨਰ ਕਹਿੰਦਾ ਕਿ ਉਹ ਫਿਰ ਅਸਲ 'ਚ ਨਵਾਂ ਇੰਟਰਸਟ ਕਿੰਨਾ ਬਣ ਜੂ ਜੇ ਹਰ 4 ਸਾਲ ਬਾਅਦ ਅਸੀਂ ਪਹਿਲਾਂ ਇੰਟਰਸਟ 10% ਪ੍ਰਿੰਸੀਪਲ 10% ਵਧਾਈਏ, ਫਿਰ ਵਧਾਈਏ 25%। ਤਾਂ ਬੱਚੇ ਆਪਾਂ ਨੂੰ 12 ਸਾਲ ਦਾ ਕੁੱਲ ਦਿੱਤਾ 1500, ਤਾਂ ਆਪਾਂ ਇਹਨੂੰ ਜੇ ਹਰ 4-4 ਸਾਲ ਬਾਅਦ ਕੋਈ ਤਬਦੀਲੀ ਲੈ ਕੇ ਆਉਣੀ ਹੈ ਤਾਂ 12 ਸਾਲ ਨੂੰ 4-4 ਸਾਲਾਂ 'ਚ ਵੰਡਾਂਗੇ। ਤਾਂ ਇਹ ਪਹਿਲਾ 4 ਸਾਲ ਦਾ ਸਮਾਂ, ਇਹ ਅਗਲਾ 4 ਸਾਲ ਦਾ ਸਮਾਂ, ਇਹ ਤੀਜਾ 4 ਸਾਲ ਦਾ ਸਮਾਂ। ਤਾਂ ਹਰ ਸਾਲ ਇੰਟਰਸਟ ਕਿੰਨਾ ਹੋ ਜਾਊਗਾ, ਜੇ ਕੁੱਲ 1500 ਹੈ ਤਾਂ 500 500 ਤੇ 500। ਇੰਨੀ ਗੱਲ ਸਮਝ ਆ ਗਈ। ਤਾਂ ਐਗਜ਼ਾਮੀਨਰ ਕੀ ਕਹਿੰਦਾ, ਇੰਟਰਸਟ ਨੂੰ ਪ੍ਰਿੰਸੀਪਲ ਨੂੰ ਕੀ ਕੀਤਾ 4 ਸਾਲਾਂ ਬਾਅਦ 10% ਵਧਾਇਆ। 4 ਸਾਲਾਂ ਬਾਅਦ 10% ਵਧਾਉਣਾ ਹੈ ਤਾਂ ਪਹਿਲੇ 4 ਸਾਲ ਦੇ ਵਿੱਚ ਤਾਂ ਕੋਈ ਚੇਂਜ ਨਹੀਂ ਹੈਗਾ। ਆ ਤਾਂ ਕਲੀਅਰ ਹੈ, ਇਹ ਤਾਂ ਕਲੀਅਰ ਹੈ। 4 ਸਾਲਾਂ ਬਾਅਦ 10% ਵਧਾਉਣਾ ਤਾਂ ਇੱਥੇ ਵਧੂਗਾ। ਤਾਂ 4 ਸਾਲਾਂ ਦਾ 10%, ਜੇ ਪ੍ਰਿੰਸੀਪਲ 10% ਵਧਿਆ ਤਾਂ ਇੰਟਰਸਟ ਵੀ 10% ਵੱਧ ਜੂਗਾ। ਇੰਟਰਸਟ ਹੋ ਜੂਗਾ 550। ਇਹਦੀ ਕੈਲਕੂਲੇਸ਼ਨ ਮੈਂ ਸਾਈਡ ਤੇ ਕਰ ਦਿੰਦਾ ਬੱਚੇ। 10% ਦੀ ਫ੍ਰੈਕਸ਼ਨ ਸਾਰਿਆਂ ਨੂੰ ਪਤਾ 1/10 ਹੁੰਦੀ ਆ। ਤਾਂ ਜਾਂ ਤਾਂ 500 ਦਾ 1/10 ਕੱਢ ਲਓ, 500 ਦਾ 1/10 50, ਉਹਨੂੰ ਜੋੜ ਦਿਓ ਤਾਂ ਤੁਹਾਡਾ ਇੰਟਰਸਟ ਹੋ ਜੂਗਾ 550। ਨਹੀਂ ਤਾਂ 1/10 ਨੂੰ ਇਨਕਰੀਜ਼ ਕਰਨਾ ਤਾਂ 11/10 ਕਰ ਦਿਓ ਤਾਂ 500 ਦਾ 11/10 ਹੋ ਜੂਗਾ 550। ਤੀਜੇ ਫਿਰ 4 ਸਾਲਾਂ ਬਾਅਦ ਉਹਨੂੰ 25% ਵਧਾਇਆ ਤਾਂ ਇਹ ਵੀ 25% ਵੱਧ ਜੂਗਾ। 25% ਹੁੰਦਾ ਬੱਚੇ 1/4, ਜਾਂ ਤਾਂ ਇਹਦਾ 1/4 ਵਧਾ ਕੇ ਇਹਦੇ ਵਿੱਚ ਇਨਕਰੀਜ਼ ਕਰ ਦਿਓ। 500 ਦਾ 1/4 ਹੁੰਦਾ 125, 500 ਦਾ 1/4 ਹੁੰਦਾ 125, ਤਾਂ 125 ਵਧਾ ਕੇ ਇਹ ਹੋ ਜੂਗਾ 625। ਤਾਂ ਨਵਾਂ ਇੰਟਰਸਟ ਕੀ ਆ ਗਿਆ ਆਖਰੀ 4 ਸਾਲਾਂ ਦਾ 625। ਤਾਂ ਬੱਚੇ ਤੁਹਾਡਾ ਕੁੱਲ ਇੰਟਰਸਟ 12 ਸਾਲਾਂ ਦਾ ਕੀ ਬਣ ਜੂ, ਪਹਿਲੇ 4 ਸਾਲਾਂ ਦਾ 500 ਹੀ ਰਹਿਣਾ, ਅਗਲੇ 4 ਸਾਲਾਂ ਦਾ ਕਿਉਂਕਿ ਪ੍ਰਿੰਸੀਪਲ 10% ਵੱਧ ਗਿਆ ਤਾਂ ਇੰਟਰਸਟ ਵੀ 10% ਵੱਧ ਗਿਆ 550। ਆਖਰੀ 4 ਸਾਲਾਂ ਦਾ ਪ੍ਰਿੰਸੀਪਲ 25% ਵੱਧ ਗਿਆ ਤਾਂ ਇੰਟਰਸਟ ਵੀ 25% ਵੱਧ ਜੂਗਾ 625। ਤਾਂ ਕੁੱਲ ਇੰਟਰਸਟ ਤੁਹਾਡਾ ਹੋ ਗਿਆ 500 ਪਲੱਸ 550 ਪਲੱਸ 625। ਤਾਂ ਇਹ ਬਣ ਗਿਆ 1675 ਰੁਪਏ। ਤਾਂ ਬੱਚੇ ਤੁਹਾਡਾ ਇੰਟਰਸਟ ਬਣ ਗਿਆ ਥਰਡ ਆਪਸ਼ਨ ਸੀ ਆਪਸ਼ਨ 1675 ਰੁਪਏ। ਤਾਂ ਇਹ ਆਪਣਾ ਕੁਐਸਚਨ ਹੈ। ਅਗਲੇ ਕੁਐਸਚਨਸ ਤੇ ਆ ਜਾਓ ਬੱਚੇ। ਆ ਥੋੜਾ ਜਿਹਾ ਲੰਬਾ ਕੁਐਸਚਨ ਹੈ, ਲੈਂਥੀ ਸਟੇਟਮੈਂਟ ਹੈ ਤੇ ਕੱਲੀ ਸਟੇਟਮੈਂਟ ਨਹੀਂ ਲੈਂਥੀ, ਕੁਐਸਚਨ ਵੀ ਓਨਾ ਹੀ, ਸੋਲੂਸ਼ਨ ਵੀ ਓਨਾ ਹੀ ਲੈਂਥੀ ਹੋਊਗਾ। ਪਰ ਬਾਈ ਬਣ ਕੇ ਥੋੜਾ ਜਿਹਾ ਧਿਆਨ ਨਾਲ ਦੇਖ ਲਿਓ, ਥੋੜਾ ਜਿਹਾ ਛੇਤੀ ਕਰ ਲਾਂਗੇ। ਫਿਰ ਇਸ ਤੋਂ ਬਾਅਦ 1-2 ਕੁਐਸਚਨ ਆਪਣੇ ਹੋਰ ਨੇਗੇ, ਉਹਨਾਂ ਦੇ ਵਿੱਚ ਵੀ ਥੋੜਾ ਜਿਹਾ ਦਿਮਾਗ ਲੱਗੂਗਾ। ਧਿਆਨ ਨਾਲ ਦੇਖ ਲਿਓ ਬੱਚੇ। ਕੁਐਸਚਨ ਕੀ ਆ, 2 persons P and Q borrowed 40,000 and 60,000 respectively from R at different rates of simple interest। P ਤੇ Q ਨੇ R ਕੋਲੋਂ ਪੈਸੇ ਲਏ। ਕਿਵੇਂ? P ਨੇ ਲਏ 40,000 ਰੁਪਏ, Q ਨੇ ਲਏ 60,000 ਰੁਪਏ, ਦੋਨਾਂ ਨੇ ਅਲੱਗ-ਅਲੱਗ ਰੇਟ ਦੇ ਉੱਤੇ। ਐਗਜ਼ਾਮੀਨਰ ਕਹਿੰਦਾ ਦਾ ਇੰਟਰਸਟ ਪੇਏਬਲ ਬਾਈ P ਐਟ ਦਾ ਐਂਡ ਆਫ 4 years। P ਨੇ ਜਿਹੜਾ ਇੰਟਰਸਟ ਪੇ ਕੀਤਾ 4 ਸਾਲਾਂ ਬਾਅਦ, ਐਂਡ ਦਾ ਇੰਟਰਸਟ ਪੇਏਬਲ ਬਾਈ Q ਐਟ ਦਾ ਐਂਡ ਆਫ 3 years ਇਜ਼ ਸੇਮ। ਤਾਂ P ਨੇ ਜਿਹੜਾ 4 ਸਾਲਾਂ ਬਾਅਦ ਇੰਟਰਸਟ ਪੇ ਕੀਤਾ ਤੇ Q ਨੇ ਜਿਹੜਾ 3 ਸਾਲਾਂ ਬਾਅਦ ਇੰਟਰਸਟ ਪੇ ਕੀਤਾ, ਉਹ ਕਹਿੰਦੇ ਸੇਮ ਆ। ਫਿਰ ਕਹਿੰਦੇ ਇਫ ਦਾ ਟੋਟਲ ਇੰਟਰਸਟ ਪੇਡ ਬਾਈ P ਐਂਡ Q ਫॉर 1 year ਇਜ਼ 8400, ਤਾਂ ਦੱਸੋ ਐਟ ਵਟ ਰੇਟ ਡਿਡ Q ਬੋਰੋ ਦਾ ਮਨੀ ਫਰੋਮ R। ਤਾਂ Q ਨੇ ਕਿੰਨੇ % ਦੇ ਹਿਸਾਬ ਨਾਲ R ਤੋਂ ਪੈਸੇ ਲਏ, ਆਪਾਂ ਇਹ ਕੱਢਣਾ। ਤਾਂ ਬੱਚੇ ਤੁਸੀਂ ਇਹ ਮੰਨ ਲਓ ਕਿ P ਨੇ ਜਿਹੜੇ R ਤੋਂ 40,000 ਲਏ ਨੇ ਤੇ Q ਨੇ ਜਿਹੜੇ R ਤੋਂ 60,000 ਲਏ ਨੇ, ਅਲੱਗ-ਅਲੱਗ ਰੇਟ ਦੇ ਉੱਤੇ ਲਏ ਨੇ। ਤਾਂ P ਵਾਲੇ ਮੰਨ ਲਓ P% ਦੇ ਹਿਸਾਬ ਨਾਲ ਲਏ ਨੇ, Q ਵਾਲੇ ਮੰਨ ਲਓ Q% ਦੇ ਹਿਸਾਬ ਨਾਲ ਲਏ ਨੇ। ਤਾਂ ਆਪਾਂ Q% ਦੀ ਵੈਲਿਊ ਫਾਈਂਡ ਕਰਨੀ ਹੈ। ਆਨਸਰ ਆਪਣਾ ਕੀ ਹੋਊਗਾ, ਜੋ Q% ਹੋਊਗਾ। ਤਾਂ ਬੱਚੇ ਪਹਿਲਾਂ ਤਾਂ ਉਹ ਕਹਿੰਦਾ ਵੀ P ਨੇ ਜਿਹੜੇ 4 ਸਾਲ ਦਾ ਇੰਟਰਸਟ ਦੇਣਾ ਉਹ ਕਿਹਦੇ ਬਰਾਬਰ ਹੈ, Q ਨੇ ਜਿਹੜਾ 3 ਸਾਲ ਦਾ ਇੰਟਰਸਟ ਦੇਣਾ। ਤਾਂ P ਦਾ 4 ਸਾਲ ਦਾ ਇੰਟਰਸਟ ਕੱਢੋ ਬੱਚੇ। P ਦਾ 1 ਸਾਲ ਦਾ ਇੰਟਰਸਟ ਕਿੰਨਾ ਹੈ, P%।
40,000 ਦਾ 1% ਹੋ ਗਿਆ 400, 40,000 ਪ੍ਰਿੰਸੀਪਲ 100% ਆ ਤਾਂ 1% ਹੋ ਗਿਆ 400 ਤਾਂ P% ਹੋ ਗਿਆ 400P। ਪਰ 400P नहीं आप कढ़ना, 4 साल का इंटरस्ट कढ़ना तो 400 गुणा 4P 400P गुणा 4 1600P। तो कुछ बच्चों हो सकता आ ना पहली बार समझ आया हो, मैं रिपीट करदा, आप P का 4 साल का इंटरस्ट कढ़ते हैं, 1 साल का इंटरस्ट कढ़ांगे, उस तो पहले 1% कढ़ांगे तो प्रिंसीपल 40,000 ओदा 1% आ गया 400, ओदा 1% 400 तो P% हो गया 400P। 400P ਤਾਂ ਉਹਦਾ 1 ਸਾਲ ਦਾ ਇੰਟਰਸਟ ਆ ਤਾਂ 4 ਸਾਲਾਂ ਦਾ ਇੰਟਰਸਟ 400P ਗੁਣਾ 4 1600P। ਉਸੇ ਤਰ੍ਹਾਂ ਕਿਊ ਦਾ 3 ਸਾਲ ਦਾ, ਕਿਊ ਦਾ 60,000, 1% ਦੀ ਵੈਲਿਊ 600, 1% ਜੇ 600 ਹੈ ਤਾਂ ਕਿਊ ਪਰਸੈਂਟ ਕਿੰਨਾ ਹੋ ਗਿਆ 600 ਕਿਊ। 1 ਸਾਲ ਦਾ ਇੰਟਰਸਟ ਬਣ ਗਿਆ 600 ਕਿਊ ਤਾਂ 3 ਸਾਲਾਂ ਦਾ ਇੰਟਰਸਟ ਹੋ ਗਿਆ 1800 ਕਿਊ। ਇਹ ਬਰਾਬਰ ਹੈ। ਹੁਣ ਜੇ ਤੁਸੀਂ ਦਿਮਾਗ ਦੇ ਵਿੱਚ ਕਰਨਾ ਸੀ ਤਾਂ ਐਂ ਕਰਾਂਗੇ, ਜਿਹੜੇ ਬੱਚੇ ਨੂੰ ਲੱਗਦਾ ਕਿ ਮਾਈਂਡ ਕੈਲਕੂਲੇਸ਼ਨ ਥੋੜੀ ਜਿਹੀ ਸਲੋ ਹੈ ਉਹ PRT/100 ਕਰ ਲਓ। P 40,000 RP T 3 ਸਾਲ ਓਵਰ 100, ਦੂਜੇ ਪਾਸੇ P 60,000 ਰੇਟ ਕਿਊ ਇੰਟੂ 3/100 ਐਂ ਜੇ ਕਰ ਲਓ, ਉਹਨੂੰ ਇਕੁਅਲ ਪੁੱਟ ਕਰ ਦਿਓ। ਤਾਂ ਜਦੋਂ ਇਹਨੂੰ ਇਕੁਅਲ ਪੁੱਟ ਕਰਾਂਗੇ ਤਾਂ ਬੱਚੇ 00 ਤੇ 00 ਦੋਨੇ ਪਾਸੇ ਕੈਂਸਲ ਹੋ ਗਏ, 00 ਤੇ 00 ਕੈਂਸਲ, 16 ਤੇ 18 ਕੀ ਆ ਗਿਆ 8 ਤੇ 9 ਤਾਂ ਇਹ ਕੀ ਬਣ ਗਿਆ ਤੁਹਾਡਾ 8P ਇਜ਼ ਇਕੁਅਲ ਟੂ 9 ਕਿਊ। ਤਾਂ P ਤੇ ਕਿਊ ਦੀ ਰੇਸ਼ੋ ਕੀ ਆ ਗਈ ਬੱਚੇ ਤੁਹਾਡੀ 9/8 ਤਾਂ P ਤੇ ਕਿਊ ਦੀ ਰੇਸ਼ੋ ਕੀ ਆ ਗਈ 9/8। ਇਹ ਹਲੇ ਰੇਸ਼ੀਓ ਆਈ ਆ P ਤੇ ਕਿਊ ਦੀ, ਆਪਾਂ ਕਿਊ ਦੀ ਵੈਲਿਊ ਫਾਈਂਡ ਕਰਨੀ ਹੈ, ਇਹ ਹਲੇ ਰੇਸ਼ੀਓ ਆਈ ਆ P 9 ਆ ਗਿਆ ਕਿਊ 8 ਆ ਗਿਆ ਰੇਸ਼ੀਓ ਦੇ ਵਿੱਚ। ਤਾਂ ਆਪਾਂ ਆਨਸਰ ਕਿਊ ਫਾਈਂਡ ਕਰਨਾ ਤਾਂ ਕਿਊ ਦੀ ਵੈਲਿਊ ਘੱਟੋ ਘੱਟ 8 ਦਾ ਮਲਟੀਪਲ ਹੋਊਗੀ ਤਾਂ ਇੱਥੇ ਹੀ ਪਤਾ ਲੱਗ ਗਿਆ 8 ਦਾ ਮਲਟੀਪਲ ਇੱਕੋ ਹੀ ਆਪਸ਼ਨ ਹੈ 8%। P ਦੀ ਵੈਲਿਊ 9 ਦਾ ਮਲਟੀਪਲ, ਕਿਊ ਦੀ ਵੈਲਿਊ 8 ਦਾ ਮਲਟੀਪਲ ਤਾਂ ਪਤਾ ਲੱਗ ਗਈ। ਤਾਂ ਆਪਾਂ ਕਿਊ ਦੀ ਵੈਲਿਊ ਫਾਈਂਡ ਕਰਨੇ ਤਾਂ 8 ਦਾ ਮਲਟੀਪਲ ਇੱਕੋ ਹੀ ਆਪਸ਼ਨ ਹੈ 8%, 5 6 10 ਨਹੀਂ ਹੈਗੇ। ਇੱਕ ਤਰੀਕਾ ਤਾਂ ਇਹ ਆ, ਨਹੀਂ ਤਾਂ ਅੱਗੇ ਸੋਲਵ ਕਰਦੇ ਆ। ਉਹ ਕਹਿੰਦੇ ਦੋਨਾਂ ਦਾ 1 ਸਾਲ ਦਾ ਇੰਟਰਸਟ 8400 ਰੁਪਏ ਆ। ਤਾਂ ਬੱਚੇ ਜੇ ਆਪਾਂ P ਦੀ ਵੈਲਿਊ ਜਿਹੜੀ 9 ਤੇ ਕਿਊ ਦੀ ਵੈਲਿਊ 8 ਰੇਸ਼ੀਓ ਦੇ ਵਿੱਚ ਆਈ ਹੈ, ਆਪਾਂ ਇਹਨੂੰ 9% ਤੇ 8% ਮੰਨ ਕੇ ਚੱਲੀਏ, ਫਿਰ ਦੇਖ ਲਾਂਗੇ ਕਿ ਅਸਲ 'ਚ ਕਿੰਨੇ ਗੁਣਾ ਹੈ। ਉਹ 9 ਤੇ 8 ਦਾ 19 ਗੁਣਾ ਕਰ ਦਾਂਗੇ 9%। ਤਾਂ 1 ਸਾਲ ਦਾ ਇੰਟਰਸਟ ਕਿੰਨਾ ਆ ਗਿਆ ਬੱਚੇ 400 × 9 3600। P ਦਾ 1 ਸਾਲ ਦਾ ਇੰਟਰਸਟ 3600, ਕਿਊ ਦਾ 1 ਸਾਲ ਦਾ ਇੰਟਰਸਟ 1% 600 ਤਾਂ 8% ਹੋ ਗਿਆ 4800। ਤਾਂ ਇਹ ਦੋਨਾਂ ਦਾ 1 ਸਾਲ ਦਾ ਇੰਟਰਸਟ ਹੈ ਜਦੋਂ ਅਸੀਂ P ਨੂੰ 9% ਤੇ ਕਿਊ ਨੂੰ 8% ਮੰਨਿਆ ਜੋ ਕਿ ਰੇਸ਼ੀਓ 'ਚ ਸੀਗੇ ਤਾਂ ਇਹ ਬਣ ਗਿਆ 8400। ਪਰ ਅਸਲ ਦੇ ਵਿੱਚ ਕਿੰਨਾ ਇੰਟਰਸਟ ਹੈ, ਅਸਲ ਦੇ ਵਿੱਚ ਵੀ ਉਹ ਕਹਿੰਦੇ 8400 ਹੀ ਹੈ। ਇਹਦਾ ਮਤਲਬ 1 ਗੁਣਾ ਕਰਕੇ ਹੀ ਆਨਸਰ ਆ ਜਾਊਗਾ ਤਾਂ 1 ਗੁਣਾ ਕਰਕੇ ਸਾਡਾ ਆਨਸਰ ਆ ਜਾਊਗਾ 8% ਪਰ ਐਨਮ। ਤਾਂ ਬੱਚੇ ਇਹ ਸਾਡਾ ਥੋੜਾ ਜਿਹਾ ਲੈਂਥੀ ਕੁਐਸਚਨ ਸੀਗਾ ਸਿੰਪਲ ਇੰਟਰਸਟ ਦੇ ਵਿੱਚ। ਜਿਹੜੇ ਬੱਚਿਆਂ ਨੂੰ ਪਹਿਲੀ ਵਾਰ 'ਚ ਸਮਝ ਆ ਗਿਆ ਜਾਂ ਮੇਰੇ ਤੋਂ ਪਹਿਲਾਂ ਸੋਲਵ ਹੋ ਗਿਆ, ਬਾਈ ਬਣ ਕੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਆ ਕਰੋ, ਦੱਸ ਦਿਆ ਕਰੋ ਕਿ ਸਮਝ ਆ ਗਿਆ। ਜਿਹੜੇ ਬੱਚਿਆਂ ਨੂੰ ਮਾੜੀ ਮੋਟੀ ਪ੍ਰੋਬਲਮ ਹੋ ਜਾਂਦੀ ਹੈ ਕਿ ਕੁਝ ਪਹਿਲੀ ਵਾਰ 'ਚ ਚੀਜ਼ਾਂ ਨਹੀਂ ਸਮਝ ਲੱਗਦੀਆਂ, ਜੋ ਕਿ ਮੈਂ ਇਸ ਕੁਐਸਚਨ 'ਚ ਵੀ ਉਮੀਦ ਕਰਦਾ ਕਿ ਸ਼ਾਇਦ ਕੁਝ ਬੱਚਿਆਂ ਨੂੰ ਪਹਿਲੀ ਵਾਰ 'ਚ ਨਾ ਸਮਝ ਲੱਗਿਆ ਹੋਵੇ, ਉਹ ਆਪਦਾ ਬਾਈ ਬਣ ਕੇ ਸੈਸ਼ਨ ਥੋੜਾ ਜਿਹਾ ਮੁੜ ਕੇ ਦੇਖ ਲਿਆ ਕਰੋ। ਅਗਲਾ ਕੁਐਸਚਨ ਦੇਖੋ ਬੱਚੇ, 2 ਇਕੁਅਲ ਸਮਸ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਜਦੋਂ ਸਾਨੂੰ ਇਕੁਅਲ ਸਮਸ ਕਹਿ ਦਿੰਦੇ ਆ, ਮਤਲਬ ਬੇਸ ਸੇਮ ਹੋ ਗਿਆ। of money are lent for the same time at 8% and 7% per annum। ਐਗਜ਼ਾਮੀਨਰ ਕਹਿੰਦਾ ਦੋ ਬਰਾਬਰ ਪ੍ਰਿੰਸੀਪਲ ਨੇ ਜਿਹਦੇ ਵਿੱਚੋਂ ਇੱਕ ਨੂੰ 8% ਤੇ ਰੱਖਿਆ, ਦੂਜੇ ਨੂੰ 7% ਤੇ ਰੱਖਿਆ। the former ਮਤਲਬ ਪਹਿਲਾ, later ਮਤਲਬ ਦੂਜਾ। former ਪਹਿਲਾ, later ਦੂਜਾ। former is recovered 6 months earlier than the later। ਉਹ ਕਹਿੰਦੇ ਜਿਹੜਾ ਪਹਿਲਾ ਪੈਸਾ ਹੈ, ਪ੍ਰਿੰਸੀਪਲ ਤਾਂ ਦੋਨੇ ਕੇਸਿਸ 'ਚ ਬਰਾਬਰ ਨੇ, ਪਹਿਲੇ ਦਾ ਸਮਾਂ 6% ਘੱਟ ਹੈ ਦੂਜੇ ਨਾਲੋਂ ਐਂਡ ਦਾ ਅਮਾਊਂਟ ਇਨ ਈਚ ਕੇਸ ਇਜ਼ 2560। ਤੇ ਦੋਨੇ ਕੇਸਿਸ ਦੇ ਵਿੱਚ ਅਮਾਊਂਟ ਕੀ ਹੈ 2560 ਹੈ। 2560 ਦਾ ਮਤਲਬ ਸੇਮ ਅਮਾਊਂਟ ਹੈ, ਅਮਾਊਂਟ ਦੋਨੇ ਕੇਸਿਸ ਦੇ ਵਿੱਚ ਸੇਮ ਹੈ ਜੋ ਕਿ 2560 ਹੈ। ਤਾਂ ਬੱਚੇ ਅਮਾਊਂਟ ਕੀ ਹੁੰਦਾ ਪ੍ਰਿੰਸੀਪਲ ਪਲੱਸ ਇੰਟਰਸਟ। ਅਮਾਊਂਟ ਤਾਂ ਇਹੀ ਹੁੰਦਾ ਨਾ ਪ੍ਰਿੰਸੀਪਲ ਪਲੱਸ ਇੰਟਰਸਟ। ਜੇ ਅਮਾਊਂਟ ਸੇਮ ਹੈ ਤਾਂ ਇਹਦਾ ਮਤਲਬ ਪ੍ਰਿੰਸੀਪਲ ਪਲੱਸ ਇੰਟਰਸਟ ਵੀ ਸੇਮ ਹੋਊਗਾ। ਜੇ ਪ੍ਰਿੰਸੀਪਲ ਪਲੱਸ ਇੰਟਰਸਟ ਸੇਮ ਹੈ, ਉਹਦੇ ਵਿੱਚੋਂ ਪ੍ਰਿੰਸੀਪਲ ਸੇਮ ਸਾਨੂੰ ਦਿੱਤਾ ਹੋਇਆ ਹੈ, ਇਹਦਾ ਮਤਲਬ ਇੰਟਰਸਟ ਵੀ ਸੇਮ ਹੋਊਗਾ। ਤਾਂ ਤਾਂ ਆਪਾਂ ਗੱਲਾਂ ਬਾਤਾਂ 'ਚ ਨਿਚੋੜ ਕੱਢ ਲਿਆ ਕਿ ਭਾਈ ਸਾਨੂੰ ਅਮਾਊਂਟ ਸੇਮ ਦਿੱਤਾ ਹੋਇਆ ਕਿ ਦੋਨਾਂ ਕੇਸਿਸ 'ਚ 2560 ਹੈ, ਅਮਾਊਂਟ ਹੁੰਦਾ ਪ੍ਰਿੰਸੀਪਲ ਪਲੱਸ ਇੰਟਰਸਟ। ਇਹਦਾ ਮਤਲਬ ਜੇ ਅਮਾਊਂਟ ਸੇਮ ਹੈ ਤਾਂ ਸੇਮ ਹੈ। ਹੁਣ ਪ੍ਰਿੰਸੀਪਲ ਪਲੱਸ ਇੰਟਰਸਟ ਸੇਮ ਦੇ ਵਿੱਚ ਕੀ ਹੈ, ਪ੍ਰਿੰਸੀਪਲ ਆਲਰੇਡੀ ਸੇਮ ਦਿੱਤਾ ਹੋਇਆ ਤਾਂ ਇਹਦਾ ਮਤਲਬ ਇੰਟਰਸਟ ਵੀ ਸੇਮ ਹੋਊਗਾ। ਤਾਂ ਦੋਨਾਂ ਕੇਸਿਸ ਦੇ ਵਿੱਚ ਕੀ ਹੈ ਸੇਮ ਇੰਟਰਸਟ। ਇੰਟਰਸਟ ਹੁੰਦਾ ਰੇਟ ਇਨਟੂ ਟਾਈਮ।
ਇੰਟਰਸਟ ਹੁੰਦਾ ਰੇਟ ਇਨਟੂ ਟਾਈਮ। ਤਾਂ ਬੱਚੇ ਰੇਟ ਤਾਂ 8 ਤੇ 7 ਦੀ ਰੇਸ਼ੋ 'ਚ ਹੈ, ਤਾਂ ਇਹਦਾ ਮਤਲਬ ਸੇਮ ਕਰਨ ਦੇ ਲਈ ਟਾਈਮ 7:8 ਹੋਊਗਾ। ਰੇਟ ਬੱਚੇ ਤੁਹਾਡਾ 8:7 ਹੈ, ਤਾਂ ਇਹਦਾ ਮਤਲਬ ਟਾਈਮ ਕੀ ਹੋਊਗਾ ਤੁਹਾਡਾ 7:8। ਪਹਿਲੇ ਦਾ ਟਾਈਮ 7, ਦੂਜੇ ਦਾ 8, ਤਾਂ ਪਹਿਲੇ ਦਾ ਕਿੰਨਾ ਘੱਟ ਹੈ ਰੇਸ਼ੀਓ ਦੇ ਵਿੱਚ 1 ਯੂਨਿਟ ਘੱਟ ਹੈ। ਰੇਸ਼ੀਓ 'ਚ ਪਹਿਲੇ ਦਾ ਟਾਈਮ ਕਿੰਨਾ ਘੱਟ ਹੈ 1 ਯੂਨਿਟ, ਤੇ ਉਹ 1 ਯੂਨਿਟ ਕੀ ਹੈ ਅੱਧਾ ਸਾਲ। ਇੱਥੇ ਤੱਕ ਨਿਕਲਿਆ ਆ, ਤਾਂ 7 ਦੀ ਵੈਲਿਊ 3.5 ਸਾਲ, 8 ਦੀ ਵੈਲਿਊ 4 ਸਾਲ। ਆਹ ਸਮਾਂ ਨਿਕਲਿਆ ਬੱਚੇ ਸਾਰਿਆਂ ਦਾ, ਦੋਨਾਂ ਦਾ ਮਤਲਬ ਸਾਨੂੰ ਡਿਫਰੈਂਸ ਨਿਕਲਿਆ ਆ। ਓਕੇ, ਇੰਟਰਸਟ ਬਰਾਬਰ ਇੰਟਰਸਟ ਹੁੰਦਾ ਰੇਟ ਇਨਟੂ ਟਾਈਮ, ਤਾਂ ਰੇਟ ਇਨਟੂ ਟਾਈਮ ਬਰਾਬਰ ਰੇਟ ਜੇ 8 ਤੇ 7 ਹੈ, 8% ਪਹਿਲੇ 'ਚ ਹੈ 7% ਦੂਜੇ 'ਚ ਹੈ। ਰੇਟ ਜੇ 8 ਤੇ 7 ਹੈ ਤਾਂ ਟਾਈਮ 7 ਤੇ 8 ਹੋਊਗਾ। ਪਹਿਲੇ ਦਾ ਕਿੰਨਾ ਘੱਟ ਰੇਸ਼ੀਓ 'ਚ 1 ਜੋ ਕਿ ਅੱਧਾ ਸਾਲ ਹੈ। 1 ਦੀ ਵੈਲਿਊ ਅੱਧਾ ਸਾਲ ਹੈ, ਤਾਂ 7 ਦੀ ਵੈਲਿਊ 3.5 ਸਾਲ, 8 ਦੀ ਵੈਲਿਊ 4 ਸਾਲ। ਸਭ ਕੁਝ ਨਿਕਲਿਆ ਆ। ਆਪਾਂ ਕੀ ਫਾਈਂਡ ਕਰਨਾ ਹੈ ਪ੍ਰਿੰਸੀਪਲ ਫਾਈਂਡ ਕਰਨਾ ਹੈ। ਬੱਚੇ ਸਾਨੂੰ ਕੀ ਦਿੱਤਾ ਹੋਇਆ ਅਮਾਊਂਟ ਦਿੱਤਾ ਹੋਇਆ। ਅਮਾਊਂਟ ਕੱਢ ਲਓ ਜਿਹਦਾ ਮਰਜ਼ੀ, ਦੂਜੇ ਦਾ ਕੱਢ ਲਓ। ਬੱਚੇ ਸਮਾਂ ਆ ਗਿਆ 4 ਸਾਲ, ਸਮਾਂ 4 ਸਾਲ, ਇੰਟਰਸਟ 7% ਕਿਉਂਕਿ ਦੂਜੇ ਦੀ ਗੱਲ ਹੋ ਰਹੀ ਹੈ, ਤਾਂ ਇੰਟਰਸਟ ਹੋ ਗਿਆ 28%। ਇੰਟਰਸਟ ਹੋ ਗਿਆ 28%, ਤਾਂ ਅਮਾਊਂਟ ਹੋ ਗਿਆ 128%। ਅਮਾਊਂਟ ਹੋ ਗਿਆ ਫਿਰ 128%। 128% ਦੀ ਵੈਲਿਊ 2560 ਦਿੱਤੀ ਹੋਈ ਆ। ਜੇ 128% ਦੀ ਵੈਲਿਊ 2560, ਤਾਂ 128 ਦਾ ਦੁੱਗਣਾ ਹੁੰਦਾ, ਤਾਂ 1% ਦੀ ਵੈਲਿਊ 20 ਰੁਪਏ, ਤਾਂ ਪ੍ਰਿੰਸੀਪਲ ਹੁੰਦਾ ਤੁਹਾਡਾ 100%। 100 ਗੁਣਾ ਤਾਂ 20 ਦਾ 100 ਗੁਣਾ ਪ੍ਰਿੰਸੀਪਲ ਆ ਜਾਊਗਾ ਤੁਹਾਡਾ ਆਂਸਰ 2000। ਤਾਂ ਇਸ ਕੁਐਸਚਨ ਦਾ ਆਂਸਰ ਆ ਗਿਆ ਬੱਚੇ ਤੁਹਾਡਾ ਸੀ ਆਪਸ਼ਨ 2000। ਤਾਂ ਬੱਚੇ ਅੱਜ ਦੇ ਸੈਸ਼ਨ ਦੇ ਵਿੱਚ ਜਦੋਂ ਆਪਾਂ ਸਿੰਪਲ ਇੰਟਰਸਟ ਦੇ ਕੁਐਸਚਨਸ ਕਰ ਰਹੇ ਹਾਂ, ਤਾਂ ਸਿੰਪਲ ਇੰਟਰਸਟ ਦੇ ਵਿੱਚ ਸਿਰਫ ਸਿੰਪਲ ਇੰਟਰਸਟ ਕੀਤਾ, ਕੰਪਾਊਂਡ ਅਗਲੀ ਕਲਾਸ ਸੋਮਵਾਰ ਨੂੰ ਕਰਾਂਗੇ। ਤਾਂ ਸਿੰਪਲ ਇੰਟਰਸਟ ਦੇ ਵਿੱਚ 2-3 ਚੀਜ਼ਾਂ ਦਾ ਧਿਆਨ ਰੱਖਿਆ ਕਿ ਇੱਕ ਤਾਂ ਕਲਾਸ ਦੇ ਵਿੱਚ ਜਦੋਂ ਆਪਾਂ ਪੇਡ ਬੈਚ ਦੇ ਵਿੱਚ ਪੂਰਾ ਸਿਲੇਬਸ ਕਰ ਰਹੇ ਹਾਂ, ਤਾਂ ਉੱਥੇ ਚੈਪਟਰ ਕਰਦੇ ਹਾਂ ਜਿਹੜੇ ਆਰਡਰ 'ਚ ਚੀਜ਼ਾਂ ਪੜ੍ਹ ਰਹੇ ਹਾਂ ਬਿਲਕੁਲ ਉਸ ਆਰਡਰ ਦੇ ਵਿੱਚ ਕਵਰ ਕਰ ਰਹੇ ਹਾਂ, ਅੱਜ ਵੀ ਇੱਥੇ ਵੀ ਪ੍ਰੈਕਟਿਸ ਦੇ ਵਿੱਚ ਵੀ। ਦੂਜਾ ਕਿ ਬਹੁਤ ਸਿੰਪਲ ਕੁਐਸਚਨਸ ਨੂੰ ਛੱਡ ਕੇ ਉਹਨਾਂ ਕੁਐਸਚਨਸ ਤੇ ਜ਼ੋਰ ਦਿੱਤਾ ਕਿ ਜਿਹੜੇ ਦੇਖਣ ਸਾਰ ਆਨਸਰ ਨਹੀਂ ਆਉਂਦਾ, ਥੋੜਾ ਜਿਹਾ ਦਿਮਾਗ ਲੱਗ ਰਿਹਾ। ਇਸ ਕੁਐਸਚਨ 'ਚ ਸਾਡਾ ਦਿਮਾਗ ਲੱਗਿਆ, ਇਸ ਕੁਐਸਚਨ 'ਚ ਸਾਡਾ ਦਿਮਾਗ ਲੱਗਿਆ। ਹਾਲਾਂਕਿ ਇਹ 'ਚ ਲਿਖਣ ਨੂੰ ਘੱਟ ਸੀਗਾ, ਪਰ ਇਹ 'ਚ ਬੇਸਿਕਲੀ ਦਿਮਾਗ ਬਹੁਤ ਜ਼ਿਆਦਾ ਲੱਗਿਆ। ਤਾਂ ਕਾਫੀ ਕੁਐਸਚਨ ਨੇ ਆ, ਥੋੜੇ ਜਿਹੇ 3 ਕੁਐਸਚਨ ਸਿੰਪਲ ਸੀਗੇ, ਫਿਰ ਕਾਫੀ ਕੁਐਸਚਨ ਸੀ ਜਿਨ੍ਹਾਂ 'ਚ ਥੋੜਾ ਜਿਹਾ ਦਿਮਾਗ ਲੱਗਿਆ, ਜਿਹੜੇ 3 ਸਾਲ ਬਾਅਦ ਕੁਝ ਪੈਸੇ ਮੋੜਤੇ, ਫਿਰ 5 ਸਾਲ ਬਾਅਦ ਜਮਾ ਹੀ ਨਿਬੇੜ ਲਿਆ। ਇਹਨਾਂ ਕੁਐਸਚਨਸ ਦੇ ਵਿੱਚ ਦਿਮਾਗ ਲੱਗਿਆ। ਤਾਂ ਕੁਝ ਉਹੋ ਜਿਹੇ ਕੁਐਸਚਨ ਜਿਨ੍ਹਾਂ 'ਚ ਥੋੜੀ ਜਿਹੀ ਸਟੇਟਮੈਂਟਸ ਵੀ ਥੋੜੀ ਜਿਹੀ ਲੰਬੀਆਂ ਨੇ, ਜਾਂ ਥੋੜੇ ਜਿਹੇ ਲੈਂਥੀ ਜਾਂ ਟੇਢੇ ਜਿਹੇ ਕੁਐਸਚਨ ਨੇ, ਕੰਪਲੀਕੇਟਡ ਕੁਐਸਚਨਸ ਨੇ, ਉਹ ਕਵਰ ਕੀਤੇ। ਇਹਦੇ ਨਾਲ ਜਿਹੜੇ ਪੁਰਾਣੇ ਪੇਪਰਾਂ ਦੇ ਵਿੱਚ ਕੁਝ ਟਿਪੀਕਲ ਕੁਐਸਚਨਸ ਆਏ ਨੇ ਉਹ ਵੀ ਐਡ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਆਪਾਂ ਹਮੇਸ਼ਾ ਹੀ ਪਰਸੈਂਟ ਰੇਸ਼ੋ ਵੇਲੇ ਵੀ ਇਹੀ ਕੀਤਾ ਸੀਗਾ, ਏਜਿਸ ਤੇ ਪਾਰਟਨਰਸ਼ਿਪ ਵੇਲੇ ਵੀ ਇਹੀ ਕੀਤਾ ਸੀ, ਸਿੰਪਲ ਇੰਟਰਸਟ ਵੇਲੇ ਵੀ ਇਹੀ ਕੀਤਾ। ਤਾਂ ਮੇਰੇ ਖਿਆਲ 'ਚ ਅੱਜ ਦਾ ਸੈਸ਼ਨ ਆਪਣਾ ਨਿਬੜ ਗਿਆ। ਅੱਜ ਦਾ ਸੈਸ਼ਨ ਆਪਣਾ ਨਿਬੜ ਗਿਆ। ਅਗਲੇ ਸੈਸ਼ਨ ਦੇ ਵਿੱਚ ਬੱਚੇ ਮਤਲਬ ਵੈਸੇ ਆਪਣਾ ਰੋਜ਼ ਦੁਪਹਿਰੇ 12 ਵਜੇ ਇਹ YouTube ਤੇ ਸੈਸ਼ਨ ਚੱਲਦਾ, ਜਿਹਦੇ ਵਿੱਚ ਕਿ ਮੈਥ ਦੀ ਆਪਣੀ ਸੋਮਵਾਰ ਤੇ ਵੀਰਵਾਰ ਕਲਾਸ ਹੁੰਦੀ ਹੈ। ਟਾਈਮ ਟੇਬਲ ਤੁਹਾਨੂੰ ਦੱਸਿਆ, ਮੰਗਲਵਾਰ ਤੁਹਾਡੀ ਰੀਜ਼ਨਿੰਗ ਸੀ, ਕੱਲ ਤੁਸੀਂ ਜਿਓਗ੍ਰਾਫੀ ਦੀ ਕਲਾਸ ਲਾਈ ਸੀ। ਹੁਣ ਅੱਜ ਆਪਣੀ ਮੈਥ ਦੀ ਕਲਾਸ ਤੋਂ ਬਾਅਦ ਕੱਲ ਆਪਣੀ ਇੰਗਲਿਸ਼ ਦੀ ਕਲਾਸ ਤੇ ਸ਼ਨੀਵਾਰ ਫਿਰ GS ਦੀ ਕਲਾਸ ਹੋਊਗੀ। 6 ਦੇ 6 ਦਿਨ ਦੁਪਹਿਰੇ 12 ਵਜੇ ਆਪਣਾ ਇਹ ਸੈਸ਼ਨ ਚੱਲਦਾ। ਇਹਦੇ ਨਾਲ ਰੋਜ਼ ਰਾਤ ਨੂੰ 9 ਵਜੇ ਆਪਾਂ ਇਸੇ YouTube ਚੈਨਲ ਤੇ ਬਿਲਕੁਲ ਫ੍ਰੀ ਆਫ ਕੋਸਟ ਇੱਕ ਸੈਸ਼ਨ ਸਟਾਰਟ ਕੀਤਾ ਹੋਇਆ ਕੁਐਸਚਨ ਆਫ ਦਾ ਡੇ ਦਾ, ਜਿਹਦੇ ਵਿੱਚ ਆਪਾਂ ਡੇਲੀ ਇੱਕ ਕੁਐਸਚਨ ਜਾਂ ਇੱਕ ਕਨਸੈਪਟ, ਇੱਕ ਟਾਈਪ ਕਵਰ ਕਰਦੇ ਹੁੰਦੇ ਹਾਂ। ਉਸਦੇ 2 ਕੁਐਸਚਨ ਵੀ ਹੋ ਜਾਂਦੇ ਨੇ ਸਿਮਿਲਰ, ਜੋ ਕਿ ਥੋੜੇ ਜਿਹੇ ਟੇਢੇ ਹੁੰਦੇ ਨੇ, ਕਿਸੇ ਪੇਪਰ 'ਚ ਔਖਾ ਕੁਐਸਚਨ ਆਇਆ ਹੁੰਦਾ। ਤਾਂ ਡੇਲੀ ਆਪਾਂ ਇੱਕ ਕੁਐਸਚਨ ਰੋਜ਼ ਰਾਤ ਨੂੰ 9 ਵਜੇ YouTube ਸੈਸ਼ਨ ਉਹਦਾ ਵੀ ਲਾਉਂਦੇ ਆ, ਤਾਂ ਉਹ ਵੀ ਅਟੈਂਡ ਕਰਿਆ ਕਰੋ। ਦੁਪਹਿਰੇ 12 ਵਜੇ ਸਬਜੈਕਟ ਵਾਈਜ਼ ਆਪਾਂ ਪੂਰੇ ਦਾ ਪੂਰਾ ਜਿੰਨਾ ਮੈਕਸਿਮਮ ਕਵਰ ਕਰਨ ਦੀ ਕੋਸ਼ਿਸ਼, ਮਤਲਬ ਜਿੰਨਾ ਕੁ ਮੈਕਸਿਮਮ ਪੋਸੀਬਲ ਆ ਉਹਨਾਂ ਕੁ ਮੈਕਸਿਮਮ ਇਹਦੇ ਵਿੱਚ ਕਵਰ ਕਰਾਂਗੇ। ਮੈਥ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਚੈਪਟਰ ਵਾਈਜ਼ ਰਿਵੀਜ਼ਨ ਕਰਵਾਉਂਗਾ, ਚੈਪਟਰ ਵਾਈਜ਼ ਤੁਹਾਡੇ ਡਾਊਟਸ ਵੀ ਲੈਂਦਾ ਜਾਊਂਗਾ ਤੇ ਰਿਵੀਜ਼ਨ ਵੀ ਕਰਵਾਉਂਦਾ ਜਾਊਂਗਾ। ਤਾਂ ਅਗਲੇ ਸੈਸ਼ਨ ਦੇ ਵਿੱਚ, ਅਗਲਾ ਆਪਣਾ ਸੋਮਵਾਰ ਨੂੰ ਹੋਊਗਾ, ਉਹਦੇ ਵਿੱਚ ਮੈਂ ਕੰਪਾਊਂਡ ਇੰਟਰਸਟ ਕਰਾਉਂਗਾ। ਤਾਂ ਕੰਪਾਊਂਡ ਇੰਟਰਸਟ ਦੇ ਵਿੱਚ ਸਾਡੇ ਕੁਝ ਕੁਐਸਚਨਸ ਉਹ ਵੀ ਹੋਣਗੇ ਜਿੱਥੇ ਇੱਕ ਕੁਐਸਚਨ 'ਚ ਸਿੰਪਲ ਤੇ ਕੰਪਾਊਂਡ ਇੰਟਰਸਟ ਦੋਵੇਂ ਵਰਤੇ ਜਾਣਗੇ। ਤਾਂ ਅੱਜ ਤੱਕ ਮੈਂ ਇਕੱਲੇ ਸਿੰਪਲ ਇੰਟਰਸਟ ਦੇ ਲੈ ਕੇ ਆਉਣੇ ਸੀ। ਸੋਮਵਾਰ ਨੂੰ ਜਦੋਂ ਕੰਪਾਊਂਡ ਕਰਾਂਗੇ ਉੱਥੇ ਕੁਝ ਕੁਐਸਚਨਸ ਜਿਨ੍ਹਾਂ ਦੇ ਵਿੱਚ ਸਿੰਪਲ ਤੇ ਕੰਪਾਊਂਡ ਦੋਨਾਂ ਦੇ ਫੰਕਸ਼ਨਸ ਯੂਜ਼ ਹੋਣੇ ਨੇ। ਫਿਰ ਉਸ ਤੋਂ ਬਾਅਦ ਬੱਚੇ ਆਪਣਾ ਟਾਈਮ ਐਂਡ ਵਰਕ, ਫਿਰ ਆਪਾਂ ਟਾਈਮ ਸਪੀਡ ਡਿਸਟੈਂਸ, ਪ੍ਰੋਫਿਟ ਲਾਸ, ਐਵਰੇਜ ਇੱਕ ਇੱਕ ਕਰਕੇ ਚੈਪਟਰਸ ਕਵਰ ਕਰਦੇ ਜਾਵਾਂਗੇ। ਤਾਂ ਅਗਲੇ ਸੈਸ਼ਨ ਦੇ ਵਿੱਚ ਮਿਲਦੇ ਹਾਂ ਬੱਚੇ। ਥੈਂਕ ਯੂ।